ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਰਸ਼ਵਿੰਦਰ ਫਰੋਮ ਮਾਸਟਰ ਕਲਾਸਿਸ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਕਰਦਾ ਜੀ। ਆਪਣੀ ਜਿਹੜੀ ਅੱਜ ਦੀ ਡਿਸਕਸ਼ਨ ਹੈ ਕਰੰਟ ਅਫੇਅਰਸ ਦਾ ਪਾਰਟ 3 ਯਾਨੀ ਕਿ 3rd ਵੀਕ। ਤੁਸੀਂ ਇਹ ਮੰਨ ਕੇ ਚੱਲੋ ਕਿ 15 ਜਨਵਰੀ ਤੋਂ ਲੈ ਕੇ 22 ਜਾਂ 23 ਜਨਵਰੀ ਤੱਕ ਦੇ ਕਰੰਟ ਅਫੇਅਰਸ ਇਸ ਪਾਰਟ ਦੇ ਵਿੱਚ ਆਪਾਂ ਕਵਰ ਕਰਾਂਗੇ। ਲਓ ਜੀ, ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ ਕਰੰਟ ਅਫੇਅਰਸ 'ਤੇ। ਪਹਿਲਾ ਕੁਐਸਚਨ ਆ ਮੇਰੇ ਕੋਲੇ ਕਿ ਜਿਹੜੀ ਨਵੀਂ ਸਕੂਲ ਬੈਗ ਨੀਤੀ ਆਈ ਹੈ, ਠੀਕ ਹੈ, ਸਕੂਲ ਬੈਗ ਪਾਲਿਸੀ 2020, ਉਹਦੇ ਮੁਤਾਬਕ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਜਾਂ ਕਲਾਸ ਦੇ ਵਿਦਿਆਰਥੀਆਂ ਦੇ ਸਕੂਲ ਬੈਗ ਵਿਦਿਆਰਥੀਆਂ ਦੇ ਸਰੀਰ ਦੇ ਭਾਰ ਨਾਲੋਂ ਕਿੰਨੇ % ਤੋਂ ਵੱਧ ਨਹੀਂ ਹੋਣੇ ਚਾਹੀਦੇ। ਯਾਨੀ ਕਿ ਸਕੂਲ ਬੈਗ ਸਟੂਡੈਂਟਸ ਦੇ ਪਹਿਲੀ ਤੋਂ ਲੈ ਕੇ 10ਵੀਂ ਕਲਾਸ ਤੱਕ ਸ਼ੁੱਡ ਨਾਟ ਬੀ ਮੋਰ ਦੈਨ -% ਆਫ ਬੋਡੀ ਵੇਟ ਆਫ ਸਟੂਡੈਂਟਸ। ਮਤਲਬ ਜਿਵੇਂ ਕਿਸੇ ਬੱਚੇ ਦਾ ਭਾਰ 50 ਕਿਲੋ ਹੈ ਤਾਂ ਮਤਲਬ ਕਿੰਨੇ %, 10%, ਜੇ 20%, 15% ਵੀ ਇਹਦੇ ਤੋਂ ਵੱਧ ਹੋਣੇ ਨਹੀਂ ਚਾਹੀਦੇ। ਦਾ ਕਰੈਕਟ ਆਨਸਰ ਮੇਰੇ ਕੋਲ ਹੈਗਾ 10%। ਮਤਲਬ ਜੇ 50 ਕਿਲੋ ਆ ਤਾਂ 10% ਜੇ ਤੁਸੀਂ ਕੱਢੋਗੇ 50 ਕਿਲੋ ਦਾ ਤਾਂ ਕਿੰਨਾ ਬਣ ਗਿਆ ਮੇਰੇ ਕੋਲੇ? 5 ਕਿਲੋ ਬਣ ਗਿਆ। 5 ਕਿਲੋ ਤੋਂ ਵੱਡਾ ਉਹਦਾ ਬਸਤਾ ਯਾਨੀ ਕਿ ਉਹਦਾ ਬੈਗ ਨਹੀਂ ਹੋਣਾ ਚਾਹੀਦਾ। ਤਾਂ ਇਹ ਨਵੀਂ ਪਾਲਿਸੀ ਦੇ ਅਕੋਰਡਿੰਗਲੀ ਹੈ। ਕਾਫੀ ਇੰਪੋਰਟੈਂਟ ਸਵਾਲ ਬਣ ਜਾਂਦਾ। ਹੋਰ ਇਹਦੇ ਤੋਂ ਇਲਾਵਾ ਇਹ 'ਚ ਕੀ ਬੋਲਿਆ ਕਿ ਅਪ ਟੂ ਸੈਕਿੰਡ ਤੱਕ ਕਿਸੇ ਵੀ ਜਵਾਕ ਨੂੰ ਕੋਈ ਹੋਮਵਰਕ ਨਹੀਂ ਦੇਣਾ, ਹੋਮਵਰਕ ਨਹੀਂ ਘਰੇ ਭੇਜਣਾ। ਅਤੇ ਤੀਜੀ ਤੋਂ ਲੈ ਕੇ 5ਵੀਂ ਕਲਾਸ ਦੇ ਜਵਾਕ ਨੇ ਜਿਹੜੇ, ਉਹਨਾਂ ਲਈ ਮੈਕਸੀਮਮ 2 ਘੰਟੇ ਦਾ ਹੋਮਵਰਕ ਪਰ ਵੀਕ। ਧਿਆਨ ਦਿਓ ਇਕੱਲੀ ਚੀਜ਼ 'ਤੇ। ਹਫ਼ਤੇ ਦਾ ਮੈਕਸੀਮਮ 2 ਘੰਟਿਆਂ ਦਾ ਹੋਮਵਰਕ ਦਿੱਤਾ ਜਾ ਸਕਦਾ ਉਹਨਾਂ ਨੂੰ। ਅਤੇ 6ਵੀਂ ਤੋਂ ਲੈ ਕੇ 8ਵੀਂ ਦੇ ਵਿਦਿਆਰਥੀਆਂ ਲਈ 1 ਘੰਟਾ ਪਰ ਡੇ, ਯਾਨੀ ਕਿ ਹਫ਼ਤੇ ਦਾ ਤੁਸੀਂ ਦੇ ਸਕਦੇ ਹੋ 7 ਘੰਟਿਆਂ ਦਾ ਕੰਮ ਉਹਨਾਂ ਨੂੰ, ਠੀਕ ਹੈ। 1 ਘੰਟਾ ਪਰ ਡੇ ਦੇ ਹਿਸਾਬ ਨਾਲ ਹੋਮਵਰਕ ਦਿੱਤਾ ਜਾ ਸਕਦਾ। ਅਤੇ ਜੇ 9ਵੀਂ ਜਾਂ ਇਹਦੇ ਤੋਂ ਅਬਵ ਹੈ ਕੋਈ ਕਲਾਸ, ਉਹਦੇ ਬੱਚਿਆਂ ਨੂੰ ਤੁਸੀਂ 2 ਆਵਰਸ ਪਰ ਡੇ ਦੇ ਸਕਦੇ ਹੋ ਹੋਮਵਰਕ। ਇਹ ਵੀ ਡਿਵੀਜ਼ਨ ਨਾਲ ਹੀ ਇਸ ਨਿਊ ਸਕੂਲ ਬੈਗ ਪਾਲਿਸੀ ਦੇ ਵਿੱਚ ਬੋਲੀ ਗਈ ਹੈ। ਸਾਰੀਆਂ ਗੱਲਾਂ ਨੂੰ ਨੋਟ ਕਰ ਲਿਓ, ਸਾਰੀਆਂ ਹੀ ਆਪਣੇ ਆਪ 'ਚ ਇੱਕ ਇੰਪੋਰਟੈਂਟ ਕੁਐਸਚਨ ਬਣ ਸਕਦੇ ਨੇ ਆਉਣ ਵਾਲੇ ਪੇਪਰਾਂ ਦੇ। ਦੂਜਾ ਸਵਾਲ, ਭਾਰਤ ਸਰਕਾਰ ਨੇ ਕਿਸ ਦੀ ਪ੍ਰਧਾਨਗੀ ਹੇਠ ਲਦਾਖ ਦੀ ਭਾਸ਼ਾ, ਸੱਭਿਆਚਾਰ ਅਤੇ ਧਰਤੀ ਦੀ ਰਾਖੀ ਲਈ ਇੱਕ ਕਮੇਟੀ ਬਣਾਈ ਹੈ? ਇੰਡੀਅਨ ਗਵਰਨਮੈਂਟ ਫਾਰਮਡ ਅ ਕਮੇਟੀ ਟੂ ਪ੍ਰੋਟੈਕਟ ਲੈਂਗੁਏਜ, ਕਲਚਰ ਅਤੇ ਲੈਂਡ ਆਫ ਲਦਾਖ ਅੰਡਰ ਦਾ ਚੇਅਰਮੈਨਸ਼ਿਪ। ਕਿਹਦੀ ਚੇਅਰਮੈਨਸ਼ਿਪ ਦੇ ਅੰਡਰ? ਤਾਂ ਨਾਮ ਹੈਗਾ ਜੀ ਕਿਸ਼ਨ ਰੈਡੀ। ਕਿਸ਼ਨ ਰੈਡੀ ਦੀ ਚੇਅਰਮੈਨਸ਼ਿਪ ਦੇ ਅੰਡਰ ਇਹਨਾਂ ਨੇ ਇੱਕ ਕਮੇਟੀ ਬਣਾਈ ਹੈ ਜਿਹੜੀ ਕਿ ਇਹ ਕੰਮ ਕਰੂਗੀ ਕਿ ਲਦਾਖ ਦੇ ਕਲਚਰ ਨੂੰ ਕਿਵੇਂ ਪ੍ਰੋਟੈਕਟ ਕੀਤਾ ਜਾ ਸਕਦਾ। ਸਿੱਧਾ ਇੱਕ ਫੈਕਚੁਅਲ ਸਵਾਲ ਹੈ ਤਾਂ ਯਾਦ ਰੱਖਿਆ ਜਾ ਸਕਦਾ। ਅੱਗੇ ਆ ਜਾਓ, ਟ੍ਰੇਡ ਪੋਲਿਸੀ ਰਿਵਿਊ ਮੈਕੈਨਿਜ਼ਮ ਆ, ਇਹਨਾਂ 'ਚੋਂ ਕਿਹਦੇ ਨਾਲ ਰਿਲੇਟਡ ਹੈ? ਠੀਕ ਹੈ, ਤਾਂ ਇਹ ਬੜਾ ਵਧੀਆ ਸਵਾਲ ਹੈ। ਤਾਂ ਇਹ ਹੈਗਾ ਜੀ WTO ਦੇ ਨਾਲ ਰਿਲੇਟਡ। WTO ਹੈ ਤੁਹਾਡੀ ਹੋ ਗਈ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਹੈੱਡਕੁਆਟਰ ਪੁੱਛਿਆ ਜਾਵੇ ਤਾਂ ਕਿੱਥੇ ਹੈ? ਹੈੱਡਕੁਆਟਰ ਹੈਗਾ ਜਨੇਵਾ 'ਚ। ਨਿਊਜ਼ 'ਚ ਰਹਿੰਦੀ ਹੈ ਅਕਸਰ। ਤੁਹਾਡਾ ਐਗਰੀਮੈਂਟ ਔਨ ਐਗਰੀਕਲਚਰ ਪੁੱਛ ਲਿਆ ਜਾਵੇ, ਠੀਕ ਹੈ, ਐਗਰੀਮੈਂਟ ਔਨ ਐਗਰੀਕਲਚਰ ਉਹ ਵੀ ਇਹਦਾ ਹੀ ਹੈ। ਟ੍ਰਿਪਸ ਦਾ ਸਮਝੌਤਾ ਪੁੱਛ ਲਿਆ ਜਾਵੇ, ਉਹ ਵੀ ਇਹਦਾ ਹੀ ਸਮਝੌਤਾ ਹੈ। ਟ੍ਰਿਮਸ ਦਾ ਸਮਝੌਤਾ ਪੁੱਛ ਲਿਆ ਜਾਵੇ, ਉਹ ਵੀ ਇਹਦਾ ਹੀ ਸਮਝੌਤਾ। ਤੁਹਾਡੇ ਤੋਂ 3 ਡੱਬੇ ਪੁੱਛ ਲਏ ਜਾਣ, ਬਾਕਸ, ਠੀਕ ਹੈ, ਐਂਬਰ ਬਾਕਸ, ਗ੍ਰੀਨ ਬਾਕਸ, ਇਹੋ ਜਿਹੀਆਂ ਟਰਮਸ ਜਿੰਨੀਆਂ ਵੀ ਨੇ ਉਹ ਸਾਰੀਆਂ WTO ਨਾਲ ਰਿਲੇਟਡ ਨੇ। ਇੱਥੇ ਇੰਨਾ ਸਮਾਂ ਤਾਂ ਹੈ ਨਹੀਂ ਮੈਂ ਇਕੱਲੀ ਚੀਜ਼ ਨੂੰ ਐਕਸਪਲੇਨ ਕਰਾਂ। ਕਿਸੇ ਦਿਨ ਵਰਲਡ ਟ੍ਰੇਡ ਆਰਗੇਨਾਈਜੇਸ਼ਨ 'ਤੇ ਵੱਖਰਾ ਹੀ ਆਪਾਂ ਇੱਕ 15-20 ਮਿੰਟ ਦਾ ਲੈਕਚਰ ਬਣਾ ਦਾਂਗੇ ਤਾਂ ਕਿ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੂੰ ਚੰਗੀ ਤਰ੍ਹਾਂ ਸਮਝ ਸਕੋ ਕਿ ਇਹਦੇ 'ਚ ਕਿਹੜੇ ਸਮਝੌਤੇ ਕੀ ਚੀਜ਼ਾਂ ਆਉਂਦੀਆਂ ਨੇ। ਤਾਂ ਟ੍ਰੇਡ ਪੋਲਿਸੀ ਰਿਵਿਊ ਦੁਨੀਆ ਦੀ ਮੈਕੈਨਿਜ਼ਮ ਇੱਕ ਹੈਗਾ, ਇਹ ਵੀ ਕਿਹਦਾ ਜੀ? WTO ਦਾ। ਉਮੀਦ ਆ ਕਲੀਅਰ ਹੋ ਗਿਆ ਹੋਊਗਾ। ਅੱਗੇ ਚੱਲਦੇ ਹਾਂ। ਲੀਗਲ ਐਂਟੀਟੀ ਆਈਡੈਂਟੀਫਾਇਰ ਸਿਸਟਮ ਹੁਣੇ ਇੰਟਰੋਡਿਊਸ ਕੀਤਾ RBI ਨੇ ਔਨਲਾਈਨ ਟ੍ਰਾਂਜੈਕਸ਼ਨਸ ਦੇ ਲਈ ਆਫ ਡੈਸ਼ ਕਿੰਨਿਆਂ ਦੀਆਂ, ਮਤਲਬ ਲਿਮਿਟ ਕੀ ਹੈ ਔਨਲਾਈਨ ਟ੍ਰਾਂਜੈਕਸ਼ਨਸ ਦੀ ਜਿਹਦੇ ਲਈ ਇਹ ਰੱਖਿਆ ਗਿਆ, ਠੀਕ ਹੈ। ਤਾਂ ਇਹ ਲਿਮਿਟ ਹੈਗੀ ਆ 50 ਕਰੋੜ ਜਾਂ ਇਸ ਤੋਂ ਵੱਧ ਅਮਾਊਂਟ 'ਤੇ, ਠੀਕ ਹੈ। ਤਾਂ ਬੇਸਿਕਲੀ ਜੇ ਮੈਂ ਗੱਲ ਕਰਾਂ ਇਸ ਚੀਜ਼ ਦੀ, ਇਹ ਨਾ ਇੱਕ 20 ਡਿਜਿਟ ਦਾ ਹੈਗਾ, ਮਤਲਬ 20 ਡਿਜਿਟ ਦਾ ਇੱਕ ਨੰਬਰ ਹੈ ਜਿਹੜਾ ਆਈਡੈਂਟੀਫਾਇਰ ਆ, LEI, ਲੀਗਲ ਆਈਡੈਂਟੀਫਾਇਰ। ਇਹ ਵਰਲਡ ਵਾਈਡ ਚੱਲੂਗਾ ਪੂਰੀ ਦੁਨੀਆ 'ਚ। ਮਤਲਬ ਜੇ ਕਿਸੇ ਬੰਦੇ ਨੇ ਔਨਲਾਈਨ ਟ੍ਰਾਂਜੈਕਸ਼ਨ ਕੀਤੀ 50 ਕਰੋੜ ਜਾਂ 50 ਕਰੋੜ ਤੋਂ ਵੱਡੀ,
ਉਸ ਟ੍ਰਾਂਜੈਕਸ਼ਨ ਨੂੰ ਇੱਕ 20 ਡਿਜਿਟ ਦਾ ਨੰਬਰ ਦੇ ਦਿੱਤਾ ਜਾਊ। ਦੁਨੀਆ 'ਚ ਤੁਸੀਂ ਕਿਤੇ ਵੀ ਇਸ ਡਿਜਿਟ ਦੇ 20 ਨੰਬਰ ਦੇ ਡਿਜਿਟ ਨੂੰ ਭਰੋਗੇ, ਇਸ LEI ਨੂੰ ਭਰੋਗੇ, ਤੁਹਾਡੇ ਕੋਲ ਸਾਰੀ ਡਿਟੇਲ ਆ ਜੂ ਕਿ ਕਿਹੜੇ ਬੰਦੇ ਨੇ ਕਿਹਦੇ ਲਈ ਟ੍ਰਾਂਜੈਕਸ਼ਨ ਕੀਤੀ ਆ, ਕਿਹੜੇ ਦੇਸ਼ ਦਾ ਹੈਗਾ, ਕਿਵੇਂ ਆ। ਤਾਂ ਇੱਕ ਵਰਲਡ ਵਾਈਡ ਚੱਲਣ ਵਾਲੀ ਇਹ ਸਕੀਮ ਚਲਾਈ ਹੈ, ਯਾਨੀ ਕਿ ਔਨਲਾਈਨ ਟ੍ਰਾਂਜੈਕਸ਼ਨ ਇੰਨੀ ਵੱਡੀ। ਤਾਂ ਅਮਾਊਂਟ ਯਾਦ ਰੱਖਿਓ, 50 ਕਰੋੜ ਤੇ ਇਸ ਤੋਂ ਵੱਡੀ ਅਮਾਊਂਟ ਜਿੰਨੀ ਹੋਊਗੀ ਉਹਨਾਂ 'ਚ ਤੁਸੀਂ ਨੈਫਟ ਕਰਦੇ ਹੋ ਜਾਂ RTGS, ਜਿੰਨੇ ਇਹ ਦੋਨੋਂ ਪ੍ਰੋਸੈਸ ਨੇ ਔਨਲਾਈਨ ਟ੍ਰਾਂਸਮਿਸ਼ਨ ਦੇ, ਹੈ ਨਾ, ਜਿਹੜੀ ਆਪਾਂ ਟ੍ਰਾਂਜੈਕਸ਼ਨ ਔਨਲਾਈਨ ਕਰਦੇ ਹਾਂ। ਤੁਸੀਂ ਸਾਰੇ ਜਿਹੜੇ ਨੈਟ ਬੈਂਕਿੰਗ ਵਰਤਦੇ ਹੋਵੋਗੇ ਇਹਦੇ ਤੋਂ ਜਾਣੇ ਹੋਵੋਗੇ, ਰੀਅਲ ਟਾਈਮ ਗ੍ਰੋਸ ਸੈਟਲਮੈਂਟ ਤੇ ਜਿਹੜੀ ਨੈਸ਼ਨਲ ਵਾਲੀ ਇਹ ਸਾਡੀ ਸੈਟਲਮੈਂਟ ਹੈ, ਇਹਨਾਂ ਦੋਨਾਂ ਬਾਰੇ। ਤਾਂ ਮੇਨਲੀ ਲਿਮਿਟ ਯਾਦ ਰੱਖਿਓ 50 ਕਰੋੜ ਤੇ ਇਸ ਤੋਂ ਵੱਧ। ਅਗਲਾ ਸਵਾਲ, ਖਾਦੀ ਪ੍ਰਾਕਿਰਤਿਕ ਪੇਂਟ। ਇਹ ਬੜਾ ਇੰਪੋਰਟੈਂਟ ਸਵਾਲ ਹੈ, ਮੈਂ ਐਵੇਂ ਜੇ ਬਣਾਤਾ ਕਿਉਂਕਿ ਸਾਰੀ ਇਨਫੋਰਮੇਸ਼ਨ ਮੈਂ ਦੇਣੀ ਚਾਹੁੰਦਾ ਸੀ ਇਹਦੇ ਬਾਰੇ। ਖਾਦੀ ਵੈਸੇ ਤਾਂ ਵਨ ਲਾਈਨਰ ਮੈਂ ਪਾਉਣਾ ਹੁੰਦਾ, ਇਹ ਵਨ ਲਾਈਨਰ ਨਹੀਂ ਬਣਾਇਆ ਇਸ ਕਰਕੇ ਕਿਉਂਕਿ ਖਾਦੀ ਪ੍ਰਾਕਿਰਤਿਕ ਪੇਂਟ ਨਿਊਜ਼ 'ਚ ਸੀ ਬਹੁਤ ਜ਼ਿਆਦਾ। ਠੀਕ ਹੈ, ਤਾਂ ਇਹਦੇ ਬਾਰੇ ਕੁਝ ਗੱਲਾਂ ਜਾਣਨੀਆਂ ਸਾਡੇ ਲਈ ਬਹੁਤ ਜ਼ਰੂਰੀ ਨੇ। ਪਹਿਲੀ ਗੱਲ ਤਾਂ ਠੀਕ ਹੈ, ਇਹਨੂੰ ਡਿਵੈਲਪ ਕੀਤਾ ਟਰਾਈਫੈਡ ਨੇ, ਤਾਂ ਇਹ ਆਪਣੇ ਆਪ 'ਚ ਗਲਤ ਹੈ। ਇਹਨੂੰ ਡਿਵੈਲਪ ਟਰਾਈਫੈਡ ਨੇ ਨਹੀਂ ਕੀਤਾ, ਇਹਨੂੰ ਡਿਵੈਲਪ ਕੀਤਾ KVIC, ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ। ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ, ਇਹਨੇ ਇਹਨੂੰ ਡਿਵੈਲਪ ਕੀਤਾ। ਇਹਦਾ ਜ਼ਿਕਰ ਪਹਿਲਾਂ ਵੀ ਇੱਕ ਅੱਧੀ ਵਾਰ ਆਇਆ। ਇਹ ਬੜੀ ਇੰਪੋਰਟੈਂਟ ਸੰਸਥਾ ਹੈਗੀ, ਸਟੈਚੂਟਰੀ ਬੋਡੀ ਹੈ। ਇਹਨੂੰ ਬੇਸਿਕਲੀ ਜਿਵੇਂ ਹੁਣ ਮਧੂ ਮੱਖੀਆਂ ਦੇ ਡੱਬੇ ਨੇ, ਹਨੀ ਬੀਜ਼ ਦੇ, ਹੈ ਨਾ, ਡੱਬੇ, ਇਹ ਵੰਡਦੇ ਫਿਰਦੇ ਨੇ ਇਹ ਫ੍ਰੀ ਦੇ ਵਿੱਚ ਕਿ ਇਹਦਾ ਕਰੋ ਤੁਸੀਂ ਪੂਰਾ, ਖਾਦੀ ਨੂੰ ਪ੍ਰਮੋਟ ਕਰਦੇ ਨੇ ਪੂਰਾ, ਇਹੋ ਜਿਹੇ ਕੰਮ ਇਹ ਹੱਥ 'ਚ ਲੈਂਦੇ ਨੇ। ਹੁਣ ਦੂਜੀ ਗੱਲ ਇਹਦੇ ਬਾਰੇ, ਇਸੇ ਪੇਂਟ ਬਾਰੇ, ਐਂਟੀ ਫੰਗਲ ਹੈ, ਐਂਟੀ ਬੈਕਟੀਰੀਅਲ ਹੈ, ਉਹ ਪ੍ਰੋਪਰਟੀਜ਼ ਨੇ ਇਹਦੇ ਵਿੱਚ। ਮੇਨਲੀ ਕੰਟੈਂਟ ਕੀ ਹੈ, ਇਨਗਰੀਡੀਐਂਟ ਕੀ ਹੈ ਜਿਹਦੇ ਤੋਂ ਮਿਲ ਕੇ ਬਣਿਆ ਹੋਇਆ? ਉਹ ਕਾਓ ਡੰਗ ਹੈ, ਬਿਲਕੁਲ ਕਾਓ ਡੰਗ, ਗੋਬਰ, ਗੋਬਰ ਇਹਦਾ ਮੇਨ ਕੰਟੈਂਟ ਹੈ ਇਹਨੂੰ ਬਣਾਉਣ ਦਾ, ਇਸ ਪੇਂਟ ਨੂੰ। ਠੀਕ ਹੈ, ਇਹ ਐਂਟੀ ਫੰਗਲ ਵੀ ਹੈ, ਐਂਟੀ ਬੈਕਟੀਰੀਆ ਦੇ ਗੁਣ ਵੀ ਨੇ ਇਹਦੇ 'ਚ, ਅਤੇ ਗੋਬਰ ਦੇ ਆਧਾਰ 'ਤੇ ਹੈ ਸਾਰਾ ਇਹ ਪੇਂਟ ਜਿਹੜਾ ਬਣਾਇਆ ਗਿਆ। ਇਕੋ ਫਰੈਂਡਲੀ ਹੈ, ਵਾਤਾਵਰਨ ਪੱਖੀ ਹੈ, ਨੋਨ ਟੌਕਸਿਕ ਹੈ, ਗੈਰ ਜ਼ਹਿਰੀਲਾ ਹੈ, ਕੋਈ ਜ਼ਹਿਰੀਲਾ ਉਹ ਨਹੀਂ ਹੈਗਾ ਇਹਦੇ ਵਿੱਚ। ਜਿਵੇਂ ਪੇਂਟ ਦੇ ਵਿੱਚ ਕਿੰਨੀਆਂ ਚੀਜ਼ਾਂ ਇਹੋ ਜਿਹੀਆਂ ਪਾਈ ਜਾਂਦੀਆਂ ਨੇ, ਹੈਵੀ ਮੈਟਲ ਹੁੰਦੇ ਨੇ ਉਹਦੇ ਵਿੱਚ, ਧਾਤਾਂ ਹੁੰਦੀਆਂ ਨੇ ਭਾਰੀ, ਜਿਵੇਂ ਲੈਡ ਹੋ ਗਿਆ, ਪਾਰਾ ਹੋ ਗਿਆ, ਸਾਰੀਆਂ ਚੀਜ਼ਾਂ 'ਚ ਮਿਕਸ ਹੋਈਆਂ, 'ਚ ਕੁਛ ਨਹੀਂ ਇਹੋ ਜਿਹਾ ਕੁਛ ਹੈਗਾ। ਠੀਕ ਹੈ, ਤਾਂ ਇਹਦੇ ਅਕੋਰਡਿੰਗਲੀ ਪਹਿਲੀ ਸਟੇਟਮੈਂਟ ਗਲਤ ਹੈ, ਦੂਜੀ ਅਤੇ ਤੀਜੀ ਆਪਣੇ ਆਪ 'ਚ ਠੀਕ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ KVIC, ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ ਨੇ ਇਹਨੂੰ ਬਣਾਇਆ। ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਪ੍ਰੋਪਰਟੀਜ਼ ਨੇ। ਕਾਓ ਡੰਗ ਯਾਨੀ ਕਿ ਗੋਬਰ ਤੋਂ ਮਿਲ ਕੇ ਇਹ ਬਣੇ ਆ, ਮੇਨ ਇਨਗਰੀਡੀਐਂਟ ਗੋਬਰ ਹੈ, ਤੋਂ ਇਲਾਵਾ ਹੋਰ ਵੀ ਚੀਜ਼ਾਂ ਕਈ ਪੈਂਦੀਆਂ ਨੇ। ਵਾਤਾਵਰਨ ਦਾ ਪੱਖੀ ਹੈ ਅਤੇ ਐਜ਼ ਵੈਲ ਐਜ਼ ਜ਼ਹਿਰੀਲਾ ਬਿਲਕੁਲ ਨਹੀਂ ਹੈਗਾ। ਤਾਂ ਇੰਪੋਰਟੈਂਟ ਕੁਐਸਚਨ ਸੀ। ਅੱਗੇ ਡਿਜੀਟਲ ਰੀਸੈਂਟ ਦੇ ਵਿੱਚ ਹੁਣੀ ਡਿਜੀਟਲ ਐਵੈਲੂਏਸ਼ਨ ਸਕੋਰ ਕਾਰਡ 2020 ਜਾਰੀ ਹੋਇਆ। ਇਹਦੇ ਵਿੱਚ ਤੁਸੀਂ ਨੇ ਦੱਸਣਾ ਕਿ ਇੰਡੀਆ ਦਾ ਰੈਂਕ ਕੀ ਹੈ। ਠੀਕ ਹੈ, ਇੰਡੀਆ ਦਾ ਰੈਂਕ ਇਹਦੇ ਵਿੱਚ ਚੌਥਾ ਹੈ। ਜਾਰੀ ਕਿਹਨੇ ਕੀਤਾ? ਜਾਰੀ ਕਰਨ ਵਾਲਾ ਇੱਕ ਯੂਨੀਵਰਸਿਟੀ ਹੈ, ਉਹਦਾ ਨਾਮ ਹੈਗਾ TUFTS ਯੂਨੀਵਰਸਿਟੀ। ਨਾਲ ਕਿਹਦੇ ਰਲ ਕੇ? ਮਾਸਟਰ ਕਾਰਡ। ਮਾਸਟਰ ਕਾਰਡ ਦਾ ਨਾਮ ਯਾਦ ਰੱਖਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਾਸਟਰ ਕਾਰਡ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਜਿਵੇਂ ਤੁਹਾਡੇ ਜਿਹੜੇ ATM ਹੁੰਦੇ ਨੇ, ATMਾਂ ਦੇ ਉੱਤੇ ਲਿਖਿਆ ਹੁੰਦਾ ਕਿ ਉਹ ਕਿਹਦਾ। ਮਾਸਟਰ ਕਾਰਡ ਦੇ ਬਹੁਤ ATM ਚੱਲਦੇ ਨੇ ਆਪਣੇ, ਈਵਨ ਕਿ ਕ੍ਰੈਡਿਟ ਕਾਰਡ ਵੀ ਨੇ। ਠੀਕ ਹੈ, ਤਾਂ ਮਾਸਟਰ ਕਾਰਡ ਵਿੱਚ ਪਾਰਟਨਰ ਹੈ ਇਹ ਡਿਜੀਟਲ ਐਵੋਲੂਸ਼ਨ ਸਕੋਰ ਕਾਰਡ ਨੂੰ ਕੱਢਣ ਦੇ ਵਿੱਚ, ਅਤੇ ਇੰਡੀਆ ਦਾ ਇਹਦੇ ਵਿੱਚ ਚੌਥਾ ਰੈਂਕ ਹੈ। ਫੈਕਚੁਅਲ ਸਵਾਲ ਆ, ਸਿੱਧਾ ਯਾਦ ਰੱਖ ਸਕਦੇ ਹੋ। ਅਗਲਾ ਸਵਾਲ ਮੇਰੇ ਕੋਲੇ 7ਵਾਂ, ਤੁਸੀਂ ਦੱਸਣਾ ਕਿ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਅਪਰੂਵਡ ਪ੍ਰੋਕਿਉਰਮੈਂਟ ਆਫ 83 ਲਾਈਟ ਕੰਬੈਟ ਏਅਰਕ੍ਰਾਫਟ ਤੇਜਸ ਫਰੋਮ ਵਿਚ ਆਫ ਦਾ ਫੋਲੋਇੰਗ ਕੰਪਨੀ। ਅਗਲਾ ਸਵਾਲ, ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਹੇਠ ਲਿਖੀ ਕਿਹੜੀ ਕੰਪਨੀ ਤੋਂ 83 ਲਾਈਟ ਕੰਬੈਟ ਏਅਰ ਫੋਰਸ ਤੇਜਸ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ? ਬੜਾ ਵਧੀਆ ਸਵਾਲ ਹੈ, ਇੰਪੋਰਟੈਂਟ ਕੁਐਸਚਨ ਹੈ। ਤਾਂ ਇਹਦਾ ਆਨਸਰ ਮੇਰੇ ਕੋਲ ਹੈਗਾ ਹਿੰਦੁਸਤਾਨ ਐਰੋਨੋਟਿਕਸ ਲਿਮਿਟਡ। ਤੇਜਸ ਸਾਡੇ, ਠੀਕ ਹੈ, ਏਅਰਕ੍ਰਾਫਟ ਨੇ, ਲੜਾਕੂ ਜਿਹੇ ਵਿਮਾਨ ਨੇ। ਠੀਕ ਹੈ, ਬਹੁਤ ਹਲਕੇ ਨੇ ਵੇਟ ਦੇ ਵਿੱਚ, ਤਾਂ ਹੀ ਇਹਨਾਂ ਨੂੰ LCA ਬੇਸਿਕਲੀ ਬੋਲਿਆ ਜਾਂਦਾ, ਲਾਈਟ ਕੰਬੈਟ ਏਅਰਕ੍ਰਾਫਟਸ। ਅਤੇ ਇਹਨਾਂ ਨੂੰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ ਟੋਟਲੀ ਇੰਡੀਜੀਨੀਅਸਲੀ, ਮਤਲਬ ਭਾਰਤ ਦੇ ਵਿੱਚ ਹੀ ਸਾਰੇ ਬਣਾਏ ਜਾਣਗੇ ਹਿੰਦੁਸਤਾਨ ਐਰੋਨੋਟਿਕਸ ਲਿਮਿਟਡ ਦੁਆਰਾ। ਤਾਂ ਇਹ ਇੰਪੋਰਟੈਂਟ ਸਵਾਲ ਆਪਣੇ ਆਪ 'ਚ ਯਾਦ ਰੱਖਿਓ ਡਿਫੈਂਸ ਦੇ ਹਿਸਾਬ ਨਾਲ ਕਿ ਇਹਨੂੰ ਮਨਜ਼ੂਰੀ ਮਿਲੀ ਆ ਹੁਣੀ ਕੈਬਨਿਟ ਕਮੇਟੀ ਤੋਂ। ਅੱਗੇ ਰੀਸੈਂਟਲੀ NIC ਜਿਹੜਾ ਸਾਡਾ ਹੈਗਾ, ਨੈਸ਼ਨਲ ਇਨਫੋਰਮੈਟਿਕਸ ਸੈਂਟਰ, ਉਹਨੇ ਸਾਂਝੇ ਤੌਰ 'ਤੇ ਇਹਨਾਂ ਦੇ ਵਿੱਚੋਂ ਕਿਸ ਨਾਲ, ਤੁਸੀਂ ਦੱਸਣਾ, ਕੋਲੈਬ ਕੈਡ ਨਾਮ ਦਾ ਇੱਕ ਸੌਫਟਵੇਅਰ ਹੈ। ਠੀਕ ਹੈ, ਉਹਨੂੰ ਲਾਂਚ ਕੀਤਾ ਕੋਲੈਬ ਕੈਡ ਨੂੰ।
ਹੁਣ CAD ਟੂਲਸ ਵਗੈਰਾ ਮਕੈਨੀਕਲ ਇੰਜੀਨੀਅਰਿੰਗ ਵਾਲੇ ਜਾਣਦੇ ਆ ਇਸ ਗੱਲ ਨੂੰ, ਠੀਕ ਹੈ, ਕਿ ਗ੍ਰਾਫਿਕਸ ਬਣਾਉਣ ਦੇ ਕੰਮ ਆਉਂਦਾ। ਜਿਵੇਂ ਕਾਰ ਦਾ ਡਿਜ਼ਾਈਨ ਬਣਾਉਣਾ ਹੈ, ਕੁਝ ਹੋਰ ਬਣਾਉਣਾ, ਗ੍ਰਾਫਿਕਸ ਬਣਾਉਣੇ ਨੇ ਤੁਸੀਂ ਨੇ, ਤਾਂ ਉਹਦੇ ਲਈ ਇਹ ਯੂਜ਼ ਹੁੰਦਾ ਹੈ। ਤਾਂ ਇਹਦੇ 'ਚ ਕੁਐਸਚਨ ਇਹੀ ਹੈ ਕਿ NIC ਨੇ ਇਹ ਜੁਆਇੰਟਲੀ ਲਾਂਚ ਕੀਤਾ, ਕਿਹਦੇ ਨਾਲ ਰਲ ਕੇ? ਆਨਸਰ ਇਹ ਦੇਣਾ ਤੁਸੀਂ ਨੇ ਕਿ ਕਿਹਦੇ ਨਾਲ ਰਲ ਕੇ। ਤੇ ਇਹਦਾ ਕਰੈਕਟ ਆਨਸਰ ਹੈਗਾ ਸੀ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ। CBSE ਨਾਲ ਮਿਲ ਕੇ NIC ਨੇ ਇਹ ਉਪਰਾਲਾ ਕੀਤਾ ਹੈ ਕਿ ਬੱਚਿਆਂ ਦੇ ਵਿੱਚ ਵੀ ਇਹ ਸੌਫਟਵੇਅਰ ਬੱਚਿਆਂ ਨੂੰ ਸਿਖਾਇਆ ਜਾਵੇ, ਤਾਂ ਇਹਦੀ ਆਦਤ ਪਾਈ ਜਾਵੇ। ਤਾਂ ਕੁਐਸਚਨ ਦਾ ਆਨਸਰ ਹੈ ਜੀ ਸੀ। ਅੱਗੇ ਆ ਜਾਓ। ਹੂ ਇੰਡੀਜੀਨੀਅਸਲੀ ਡਿਵੈਲਪਡ ਇੰਡੀਆ ਦੀ ਪਹਿਲੀ ਯੂਨੀਵਰਸਲ ਬੁਲੇਟ ਪ੍ਰੂਫਡ ਜੈਕਟ ਸ਼ਕਤੀ। ਆਹ ਤੁਸੀਂ ਦੇਖ ਸਕਦੇ ਹੋ ਜੈਕਟ, ਮੇਲ ਵੀ ਪਾ ਸਕਦੇ ਨੇ, ਫੀਮੇਲ, ਦੋਨਾਂ 'ਤੇ ਚੱਲੂਗੀ, ਦੋਨੇ ਵਰਤ ਸਕਦੇ ਆ। ਮੇਨਲੀ ਮਿਲਟਰੀ ਲਈ, ਆਪਣੀ ਲਈ। ਬਣਾਈ ਕਿਹਨੇ ਆ? ਇੰਡੀਜੀਨੀਅਸਲੀ, ਪੂਰੇ ਦਾ ਪੂਰਾ ਸਾਰਾ ਕੰਮ ਭਾਰਤ 'ਚ ਹੀ ਕੀਤਾ ਗਿਆ, ਕਿਸੇ ਬਾਹਰਲੇ ਦੇਸ਼ ਦੀ ਹੈਲਪ ਨਹੀਂ ਲਈ ਗਈ। ਤਾਂ ਇਹਦਾ ਆਨਸਰ ਆ ਸਾਡੇ ਕੋਲੇ ਹੈਗਾ ਇੰਡੀਅਨ ਆਰਮੀ। ਇੰਡੀਅਨ ਆਰਮੀ ਨੇ ਇਹ ਇੰਡੀਜੀਨੀਅਸਲੀ ਬੁਲੇਟ ਪ੍ਰੂਫ ਜੈਕਟ ਜਿਹੜੀ ਹੈ ਡਿਵੈਲਪ ਕੀਤੀ ਹੈ। ਸਮਝ ਗਏ ਜੀ, ਇੰਪੋਰਟੈਂਟ ਸੀਗਾ। ਅੱਗੇ ਆ ਜਾਓ। ਭਾਰਤ ਡਾਇਨਾਮਿਕਸ ਲਿਮਿਟਡ ਕੰਪਨੀ ਹੈ, BDL, ਇਹਨੇ ਸਾਈਨ ਕੀਤਾ ਐਗਰੀਮੈਂਟ ਵਿਦ ਵਿੱਚ ਕਿਹਦੇ ਨਾਲ? ਇਹਨਾਂ 'ਚੋਂ ਮੈਨੂਫੈਕਚਰ ਕੀ ਕਰਨਾ ਹੈ? ਸਟਾਰ ਸਟ੍ਰੀਕ 에ਅਰ ਡਿਫੈਂਸ ਸਿਸਟਮ। ਤਾਂ ਸਟਾਰ ਸਟ੍ਰੀਕ 에ਅਰ ਡਿਫੈਂਸ ਸਿਸਟਮ ਇਹਨਾਂ ਨੇ ਉਹ ਕਰਨਾ ਹੈ। ਤਾਂ ਇਹ ਕਿਹਦੇ ਨਾਲ ਰਲ ਕੇ ਇਹਨਾਂ ਨੇ ਇਹ ਉਪਰਾਲਾ ਕੀਤਾ, ਇਹ ਤੁਸੀਂ ਨੇ ਦੱਸਣਾ ਹੈ, ਠੀਕ ਹੈ। ਤਾਂ ਭਾਰਤ ਡਾਇਨਾਮਿਕਸ ਲਿਮਿਟਡ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਥੇਲਸ ਦੇ ਨਾਲ, ਠੀਕ ਹੈ। ਇਹਦਾ ਕਰੈਕਟ ਆਨਸਰ ਸਾਡੇ ਕੋਲੇ ਬਣਦਾ ਥੇਲਸ, ਕਿ ਥੇਲਸ UK ਦੀ ਹੈ ਇਹ, ਯਾਨੀ ਕਿ UK ਤੁਸੀਂ ਕਹਿ ਸਕਦੇ ਹੋ ਬ੍ਰਿਟੇਨ ਦੀ ਕੰਪਨੀ ਹੈ। ਉਹਦੇ ਨਾਲ ਰਲ ਕੇ ਇਹ ਇੱਕ ਡਿਫੈਂਸ ਸਿਸਟਮ ਹੈ। ਇਹ ਡਿਫੈਂਸ ਸਿਸਟਮ ਤੋਂ ਤੁਸੀਂ ਸਮਝ ਸਕਦੇ ਹੋ ਕਿ ਹਵਾ 'ਚ ਹੋਣ ਵਾਲੇ ਹਮਲੇ ਨੂੰ ਬਚਾਉਣ ਵਾਸਤੇ ਹੈ, ਕਿ ਹਵਾ 'ਚ ਸਾਡੇ 'ਤੇ ਕੋਈ ਅਟੈਕ ਹੁੰਦਾ ਤਾਂ ਉਹਨੂੰ ਬਚਾਉਣ ਵਾਸਤੇ ਇੱਕ ਇੰਡੀਆ ਨੇ ਸਮਝੌਤਾ ਸਾਈਨ ਕੀਤਾ, ਕਿਹਦੇ ਨਾਲ? ਥੇਲਸ ਦੇ ਨਾਲ। ਅੱਗੇ ਆ ਗਿਆ। ਰੀਸੈਂਟਲੀ ਮੈਮੋਰੰਡਮ ਆਫ ਅੰਡਰਸਟੈਂਡਿੰਗ MOU ਸਾਈਨ ਕੀਤਾ ਗਿਆ ਹੈ PIO ਪੈਸੀਫਿਕ ਓਸ਼ੈਨੋਲੋਜੀਕਲ ਇੰਸਟੀਟਿਊਟ ਅਤੇ CSIR NIO NGRI ਦੇ ਵਿੱਚ। POI ਬਿਲੋਂਗ ਕਰਦਾ ਕਿਹੜੀ ਕੰਟਰੀ ਨੂੰ? ਠੀਕ ਹੈ, ਸਵਾਲ ਦੁਹਰਾਦਾ ਨਾ। ਹਾਲ ਹੀ ਵਿੱਚ ਪੈਸੀਫਿਕ ਓਸ਼ੈਨੋਲੋਜੀਕਲ ਇੰਸਟੀਟਿਊਟ ਅਤੇ ਅੱਗੇ ਜੋ ਵੀ ਲਿਖਿਆ CSR ਇਹ ਪੂਰਾ ਨਾਮ ਆ, ਇਹਨਾਂ ਦੇ ਵਿੱਚ ਇੱਕ ਸਮਝੌਤਾ ਸਾਈਨ ਹੋਇਆ। ਤਾਂ ਤੁਸੀਂ ਨੇ ਸਿੰਪਲੀ ਇਹ ਦੱਸਣਾ ਕਿ PIO ਜਿਹੜਾ ਇਹ ਮੇਰੇ ਕੋਲੇ ਹੈਗਾ ਇਹ ਕਿਹਨੂੰ ਬਿਲੋਂਗ ਕਰਦਾ, ਠੀਕ ਹੈ। ਮੇਨਲੀ ਇਹਨਾਂ ਦਾ ਰੋਲ ਕੀ ਹੈ ਕਿ ਜਿਵੇਂ ਓਸ਼ੈਨੋਲੋਜੀਕਲ ਤੁਸੀਂ ਸਮਝ ਆ ਰਿਹਾ, ਮੈਰੀਨ ਸਾਇੰਸ ਹੈ ਜਿਹੜੀ ਸਾਡੀ, ਠੀਕ ਹੈ। ਸਮੁੰਦਰਾਂ ਦੇ ਵਿੱਚ ਉਹਦੇ 'ਤੇ ਵੀ ਤਾਂ ਸਾਇੰਸ ਦੇ ਉੱਤੇ ਰਿਸਰਚ ਹੁੰਦੀ ਹੈ, ਕਿੰਨੀਆਂ ਚੀਜ਼ਾਂ ਉੱਥੋਂ ਨਿਕਲਦੀਆਂ ਨੇ, ਕੀ ਕੁਛ ਚੱਲ ਰਿਹਾ, ਉਹਨੂੰ ਲੈ ਕੇ ਇੱਕ ਇੰਸਟੀਟਿਊਟ ਹੈ। ਉਹ ਇੰਸਟੀਟਿਊਟ POI, ਇਹ ਇੰਸਟੀਟਿਊਟ ਹੈਗਾ ਰਸ਼ੀਆ ਦਾ ਇੰਸਟੀਟਿਊਟ ਹੈ ਇਹ ਸਰਕਾਰੀ। ਇਹਦੇ ਨਾਲ ਇੰਡੀਆ ਨੇ ਸਮਝੌਤਾ ਸਾਈਨ ਕੀਤਾ ਕਿ ਇਸ ਫੀਲਡ ਦੇ ਵਿੱਚ, ਮੈਰਾਈਨ ਸਾਇੰਸ ਦੇ ਵਿੱਚ, ਫੀਲਡ ਦੇ ਵਿੱਚ ਰਿਸਰਚ ਦੇ ਉੱਤੇ ਕੰਮ ਕੀਤਾ ਜਾਵੇ। ਅੱਗੇ 12ਵਾਂ ਕੁਐਸਚਨ, ਮੋਸਟ ਇੰਪੋਰਟੈਂਟ ਕੁਐਸਚਨ। ਇੰਡੀਆ ਦਾ ਪਹਿਲਾ 에ਅਰ ਟੈਕਸੀ ਸਰਵਿਸ ਲਾਂਚ ਕੀਤੀ ਗਈ ਹੈ। ਮਤਲਬ ਹੁਣ ਟੈਕਸੀ ਦੇ ਤੌਰ 'ਤੇ ਜਹਾਜ਼ਾਂ ਵੀ ਟੈਕਸੀ ਵਾਂਗੂ ਬਿਹੇਵ ਕਰਨਗੇ, ਤੁਸੀਂ ਜਾ ਸਕਦੇ ਹੋ। ਕਿੱਥੋਂ ਕਿੱਥੇ ਤੱਕ ਹੈ? ਚੰਡੀਗੜ੍ਹ ਤੋਂ ਲੈ ਕੇ ਹਿਸਾਰ ਤੱਕ ਹੈ। ਤਾਂ ਕੁਐਸਚਨ ਇਹ ਹੈ ਕਿ ਕਿੱਥੇ ਕੀਤੀ ਗਈ ਹੈ? ਚੰਡੀਗੜ੍ਹ 'ਚ ਹੋਈ ਹੈ। ਅਤੇ ਮਨੋਹਰ ਲਾਲ ਖੱਟਰ ਨੇ ਕੀਤੀ ਹੈ, ਜਿਹੜੇ ਆਪਣੇ ਹਰਿਆਣੇ ਦੇ CM ਨੇ, ਠੀਕ ਹੈ। ਤਾਂ ਯਾਦ ਰੱਖਿਓ, ਤਾਂ ਆਪਣੇ ਆਪ 'ਚ ਇਹ ਬੜਾ ਇੰਪੋਰਟੈਂਟ ਸਵਾਲ ਹੈ, ਪੁੱਛਿਆ ਜਾ ਸਕਦਾ। ਇਹ ਕਹਿੰਦੇ ਨੇ ਕਿ ਉਡਾਨ ਸਕੀਮ ਜਿਹੜੀ ਸਾਡੀ ਹੈਗੀ ਹੈ ਨਾ, ਉੜੇ ਦੇਸ਼ ਕਾ ਆਮ ਨਾਗਰਿਕ, ਉਸ ਸਕੀਮ ਦੇ ਤਹਿਤ ਹੀ ਇਹਨੂੰ ਲਾਂਚ ਕੀਤਾ ਗਿਆ ਹੈ। ਅਤੇ ਪਹਿਲੀ ਫੇਜ਼ ਦੇ ਵਿੱਚ ਸਿਰਫ ਚੰਡੀਗੜ੍ਹ ਤੋਂ ਹਿਸਾਰ, ਫਿਰ ਅੱਗੇ ਦੂਜੇ ਫੇਸਿਸ ਦੇ ਵਿੱਚ ਹੋਰ ਪਾਸੇ ਨੂੰ ਦੇਖਣਗੇ ਕਿ ਜੇ ਇਹ ਸਕਸੈਸਫੁਲ ਰਿਹਾ ਮਾਡਲ ਤਾਂ। ਅੱਗੇ ਆ ਜਾਓ। 13ਵਾਂ ਕੁਐਸਚਨ, ਰੀਸੈਂਟਲੀ ਤੁਸੀਂ ਨੇ ਦੱਸਣਾ ਕਿਹੜੀ ਇੰਡੀਅਨ ਹੈਜ਼ ਬੀਨ ਕੌਨਫਰਡ ਆਰਡਰ ਨੈਸ਼ਨਲ ਡੂ ਮੈਰਿਟੇ ਔਰ ਨੈਸ਼ਨਲ ਆਰਡਰ ਆਫ ਮੈਰਿਟ ਬਾਏ ਫਰਾਂਸ। ਇਹੋ ਜਿਹੇ ਨਾਮ ਅਕਸਰ ਫਰਾਂਸ ਦੀ ਹੁੰਦੇ ਨੇ, ਜਿਹੜੇ ਪੜ੍ਹਨੇ ਔਖੇ ਹੁੰਦੇ ਨੇ। ਫਰਾਂਸ ਦਾ ਮਤਲਬ ਉੱਚਤਰ ਅਵਾਰਡ ਹੈ ਇਹ ਜਿਹੜਾ ਦਿੱਤਾ ਗਿਆ, ਕਿਹਨੂੰ ਦਿੱਤਾ ਗਿਆ ਇਹ ਪੁੱਛਿਆ ਗਿਆ। ਤਾਂ ਇਹ ਦਿੱਤਾ ਗਿਆ ਰੋਹਿਣੀ ਗੋਡਬੋਲੇ। ਰੋਹਿਣੀ ਗੋਡਬੋਲੇ ਹੈਗੇ ਕੌਣ ਨੇ? IISC ਹੈ ਸਾਡੀ, ਇੰਡੀਅਨ ਇੰਸਟੀਟਿਊਟ ਆਫ ਸਾਇੰਸ, ਉਹਦੇ ਵਿੱਚ ਫਿਜ਼ਿਕਸ ਦੇ ਟੀਚਰ ਨੇ ਇਹ। ਫਿਜ਼ਿਕਸ ਦੇ ਵਿੱਚ ਇਹਨਾਂ ਦੀ ਕਾਫੀ ਉਪਲਬਧੀਆਂ ਨੇ, ਮਤਲਬ ਰਿਸਰਚ ਪੇਪਰ ਕਹਿ ਲਓ ਜਾਂ ਤੁਸੀਂ ਕਹਿ ਲਓ, ਕਾਫੀ ਇਹਨਾਂ ਨੇ ਚੰਗਾ ਕੰਮ ਕਰਿਆ। ਉਹਦੇ ਵਾਸਤੇ ਫਰਾਂਸ ਦੇ ਨਾਲ ਮਿਲ ਕੇ ਵੀ 1-2 ਪ੍ਰੋਜੈਕਟ ਇਹਨਾਂ ਨੇ ਕੀਤੇ ਨੇ। ਤਾਂ ਫਰਾਂਸ ਦੇ ਨਾਲ ਸਾਡੀ ਸਹਿਯੋਗ ਵਧਾਉਣ ਦੇ ਵਿੱਚ ਇਹਨਾਂ ਦਾ ਕਾਫੀ ਵਧੀਆ ਯੋਗਦਾਨ ਰਿਹਾ ਹੈ। ਤਾਂ ਇਸ ਕਰਕੇ ਫਰਾਂਸ ਨੇ ਇਹਨਾਂ ਨੂੰ ਸਪੈਸ਼ਲੀ ਇਹ ਅਵਾਰਡ ਦਿੱਤਾ। ਯਾਦ ਰੱਖਿਓ, ਇੰਪੋਰਟੈਂਟ ਹੈ, ਰੋਹਿਣੀ ਗੋਡਬੋਲੇ। ਅੱਗੇ ਆ ਜਾਓ। ਨੇਮ ਦਾ ਸਟੇਟ ਹੂ ਰੀਸੈਂਟਲੀ ਸਾਈਨਡ ਮੈਮੋਰੰਡਮ ਆਫ ਅੰਡਰਸਟੈਂਡਿੰਗ ਵਿਦ ਕੇਰਲਾ ਫॉर ਇੰਪਲੀਮੈਂਟੇਸ਼ਨ ਆਫ ਕੇਰਲਾ ਮਾਡਲ ਰਿਸਪੌਂਸਿਬਲ ਟੂਰਿਜ਼ਮ। ਉਹ ਰਾਜ ਦਾ ਨਾਮ ਦੱਸੋ ਜਿਹਨੇ ਕੇਰਲ ਦੇ ਨਾਲ ਹੁਣੀ ਸਮਝੌਤਾ ਕੀਤਾ
ਕਿ ਕੇਰਲ ਦਾ ਜਿਹੜਾ ਇੱਕ ਜ਼ਿੰਮੇਦਾਰ ਟੂਰਿਜ਼ਮ ਮਾਡਲ ਹੈਗਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕੇਰਲਾ ਦੀ ਬਹੁਤ ਸਾਰੀ ਇਕੋਨਮੀ ਜਿਹੜੀ ਹੈਗੀ ਆ ਟੂਰਿਜ਼ਮ 'ਤੇ ਡਿਪੈਂਡੈਂਟ ਹੈ, ਕਿ ਟੂਰਿਜ਼ਮ 'ਤੇ ਬਹੁਤ ਡਿਪੈਂਡ ਕਰਦੀ ਹੈ। ਲੋਕ ਉੱਥੇ ਘੁੰਮਣ ਜਾਂਦੇ ਨੇ, ਉਹਦੇ ਤੋਂ ਹੀ ਸਭ ਤੋਂ ਵੱਧ ਉਹ ਇਨਕਮ ਜਨਰੇਟ ਕਰਦੇ ਨੇ। ਤਾਂ ਕਿਹੜੀ ਸਟੇਟ ਹੈ ਜਿਹਨੇ ਕੇਰਲਾ ਦੀ ਪੋਲਿਸੀ ਅਡੋਪਟ ਕੀਤੀ ਹੈ ਅਤੇ ਉਹਨਾਂ ਦੀ ਹੈਲਪ ਲਈ ਹੈ? ਤਾਂ ਆਨਸਰ ਇਹਦਾ ਹੈਗਾ ਮੱਧ ਪ੍ਰਦੇਸ਼। ਤਾਂ ਮੱਧ ਪ੍ਰਦੇਸ਼ ਨੇ ਇੱਕ MOU ਸਾਈਨ ਕੀਤਾ ਕਿ ਆਪਣੀ ਪੋਲਿਸੀ ਸਾਨੂੰ ਵੀ ਇੰਪਲੀਮੈਂਟ ਕਰਨੀ ਸਿਖਾਓ। ਅਗਲਾ ਸਵਾਲ 15ਵਾਂ, ਰੀਸੈਂਟਲੀ ਦੁਨੀਆ ਦਾ ਸਭ ਤੋਂ ਓਲਡੈਸਟ ਕੇਵ ਪੇਂਟਿੰਗ ਲੱਭੀ ਗਈ ਹੈ। ਠੀਕ ਹੈ, ਡਿਸਕਵਰ ਕਿੱਥੇ ਕੀਤੀ ਗਈ ਹੈ ਇਹ? ਠੀਕ ਹੈ, ਆਪਣੇ ਆਪ 'ਚ ਇਹ ਵੀ ਬੜਾ ਇੰਪੋਰਟੈਂਟ ਸਵਾਲ ਹੈ। ਇਹ ਨਾ ਇੱਕ ਵਾਈਲਡ ਪਿਗ ਦੀ ਫੋਟੋ ਆ, ਜੰਗਲੀ ਸੂਰ ਨਹੀਂ ਹੁੰਦੇ, ਉਹਦੀ ਫੋਟੋ ਆ। ਮੈਂ ਫੋਟੋ ਲਾਉਣੀ ਭੁੱਲ ਗਿਆ। ਮਤਲਬ ਚਿੱਤਰਕਾਰੀ ਕਰੀ ਹੋਈ ਹੈ ਕੰਧ ਦੇ ਉੱਤੇ, ਬਹੁਤ ਪੁਰਾਣੀ ਹੈ, ਕਹਿ ਰਹੇ ਨੇ ਵੀ ਕਾਫੀ ਪੁਰਾਣੀ, ਇਹ ਹੁਣ ਤੱਕ ਦੀ ਕਾਫੀ ਪੁਰਾਣੀ ਕਹਿ ਸਕਦੇ ਹੋ ਤੁਸੀਂ, ਦੁਨੀਆ ਦੀ ਸਭ ਤੋਂ ਪੁਰਾਣੀ ਪੇਂਟਿੰਗ ਜਿਹੜੇ ਉਹਨਾਂ ਨੇ ਆਰਕੋਲੋਜਿਸਟ ਨੇ ਲਾਇਆ ਇਹਦੇ 'ਤੇ ਅਨੁਮਾਨ। ਤਾਂ ਇਹ ਕਿੱਥੇ ਮਿਲੀ ਹੈ? ਇਹ ਸਾਨੂੰ ਮਿਲੀ ਹੈ ਇੰਡੋਨੇਸ਼ੀਆ ਦੇ ਵਿੱਚ। ਤਾਂ ਇੰਡੋਨੇਸ਼ੀਆ ਦੇ ਵਿੱਚ ਇਹ ਲੱਭੀ ਗਈ ਹੈ। ਵਾਈਲਡ ਪਿਗ ਸੂਰ ਦੀ ਫੋਟੋ ਆ, ਜੰਗਲੀ ਸੂਰ ਦੀ ਬਣੀ ਹੋਈ। ਅੱਗੇ, ਦ ਬੁੱਕ ਟਾਈਟਲਡ, ਕੀ ਹੈ ਬੁੱਕ ਦਾ ਨਾਮ? ਦ ਪਾਪੂਲੇਸ਼ਨ ਮਿਥ, ਇਸਲਾਮ, ਫੈਮਿਲੀ ਪਲੈਨਿੰਗ, ਪੋਲੀਟਿਕਸ ਇਨ ਇੰਡੀਆ। ਬੜੀ ਨਿਊਜ਼ ਦੇ ਵਿੱਚ ਸੀ ਇਹ ਕਿਤਾਬ ਪਿੱਛੇ ਜੇ, ਜਿੱਥੇ ਇਸਲਾਮ ਇਹੋ ਜਿਹਾ ਕੁਛ ਨਾਮ ਆ ਜੇ ਸਾਡੇ ਦੇਸ਼ 'ਚ ਵੈਸੇ ਹੀ ਚਰਚਾ 'ਚ ਆ ਜਾਂਦੀ ਆ ਉਹ ਬੁੱਕ। ਠੀਕ ਹੈ, ਤਾਂ ਦੱਸੋ ਇਹਦਾ ਆਥਰ ਕੌਣ ਆ? ਕਿਸੇ ਨਾ ਕਿਸੇ ਪੇਪਰ ਦੇ ਵਿੱਚ ਇਹ ਕਿਤਾਬ ਆ ਸਕਦੀ ਹੈ, ਕਿਉਂਕਿ ਬਹੁਤ ਨਿਊਜ਼ 'ਚ ਸੀ ਇਹ ਕਿਤਾਬ। ਤਾਂ ਇਹਦਾ ਕਰੈਕਟ ਆਨਸਰ ਸਾਡੇ ਕੋਲੇ ਹੈਗਾ ਸ਼ਾਬੂਦੀਨ ਯਾਕੂਬ ਕੁਰੈਸ਼ੀ। ਠੀਕ ਹੈ, ਹੁਣ ਜੇ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਹੈਗੇ ਕੌਣ ਸੀ ਇਹ ਸਾਡੇ ਇਲੈਕਸ਼ਨ ਕਮਿਸ਼ਨ ਸੀ। 2010 ਤੋਂ ਲੈ ਕੇ 2012 ਤੱਕ ਇਹ ਸਾਡੇ ਇਲੈਕਸ਼ਨ ਕਮਿਸ਼ਨ ਰਹੇ ਨੇ। 17ਵੇਂ ਇਲੈਕਸ਼ਨ ਕਮਿਸ਼ਨ ਵੱਜਦੇ ਸੀ, ਚੀਫ ਇਲੈਕਸ਼ਨ ਕਮਿਸ਼ਨ ਸੀਗੇ, ਚੀਫ ਇਲੈਕਸ਼ਨ ਕਮਿਸ਼ਨ। ਤਾਂ 17ਵੇਂ 2010 ਤੋਂ 12 2 ਸਾਲ ਇਹਨਾਂ ਨੇ ਚੀਫ ਇਲੈਕਸ਼ਨ ਕਮਿਸ਼ਨ ਦਾ ਕਾਰੋਬਾਰ ਕੰਮ ਕੀਤਾ ਹੈ। ਤਾਂ ਇਹਨਾਂ ਨੇ ਇਹ ਕਿਤਾਬ ਦਿੱਤੀ ਹੈ, ਇਸਲਾਮ, ਫੈਮਿਲੀ ਪਲੈਨਿੰਗ ਅਤੇ ਪੋਲੀਟਿਕਸ ਇਨ ਇੰਡੀਆ। ਯਾਦ ਰੱਖਿਓ, ਸ਼ਾਹਬੂਦੀਨ ਯਾਕੂਬ ਕੁਰੈਸ਼ੀ। ਅਗਲਾ ਸਵਾਲ, RBI ਨੇ ਕਹਿੰਦੇ ਇੱਕ ਗਰੁੱਪ ਬਣਾਇਆ, RBI ਨੇ ਡਿਜੀਟਲ ਆਧਾਰ 'ਤੇ ਇੱਕ ਕਾਰਜ ਸਮੂਹ ਦਾ ਗਠਨ ਕੀਤਾ ਹੈ, ਜਿਹਦੀ ਪ੍ਰਧਾਨਗੀ ਹੇਠ ਆਨਲਾਈਨ ਪਲੇਟਫਾਰਮ ਤੇ ਮੋਬਾਈਲ ਐਪ ਸ਼ਾਮਲ ਹਨ। RBI ਨੇ ਇੱਕ ਕੰਸਟੀਟਿਊਟ ਕੀਤਾ ਵਰਕਿੰਗ ਗਰੁੱਪ ਡਿਜੀਟਲ ਲੈਂਡਿੰਗ ਦੇ ਉੱਤੇ, ਇਨਕਲੂਡਿੰਗ ਆਨਲਾਈਨ ਪਲੇਟਫਾਰਮ ਤੇ ਮੋਬਾਈਲ ਐਪਸ ਅੰਡਰ ਦਾ ਚੇਅਰਮੈਨਸ਼ਿਪ ਆਫ। ਕਿਹਦੀ ਚੇਅਰਮੈਨਸ਼ਿਪ ਦੇ ਅੰਡਰ ਕੀਤਾ? ਸਿੱਧਾ ਫੈਕਚੁਅਲ ਸਵਾਲ ਹੈ। ਤਾਂ ਨਾਮ ਹੈਗਾ JK ਦਾਸ, ਜਯੰਤ ਕੁਮਾਰ ਦਾਸ ਕਹਿ ਲਓ, ਚਾਹੇ ਡੈਸ਼ ਬੋਲ ਲਓ। ਉਹਨਾਂ ਦੀ ਪ੍ਰਧਾਨਗੀ ਹੇਠ ਇਹ ਕੀਤਾ ਕਿ ਡਿਜੀਟਲ ਲੈਂਡਿੰਗ ਦੇ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ। ਹੋਰ ਅੱਗੇ ਆ ਜਾਓ, ਲੰਪੀ ਸਕਿਨ ਡਿਜ਼ੀਜ਼। ਤੁਸੀਂ ਆਹ ਦੇਖ ਸਕਦੇ ਹੋ, ਆਹ ਜਿਹੜਾ ਸਾਡੇ ਕੋਲੇ ਯਾਨੀ ਕਿ ਇੱਕ ਬਛੜਾ ਜਿਹਾ ਹੈਗਾ, ਤਾਂ ਇਹਨੂੰ ਅੱਜ ਮੇਰੀ ਸਕਿਨ ਕਿਵੇਂ ਢਿਲਕੀ ਪਈ ਹੈ, ਤੁਸੀਂ ਦੇਖੋ ਢਿਲਕੀ ਪਈ ਹੈ ਕਿੰਨੀ ਸਕਿਨ। ਤਾਂ ਇਸੇ ਨੂੰ ਹੀ ਲੰਪੀ ਸਕਿਨ ਡਿਜ਼ੀਜ਼ ਬੋਲਿਆ ਜਾਂਦਾ, ਬੜਾ ਨਿਊਜ਼ ਦੇ ਵਿੱਚ ਸੀਗਾ। ਮੇਨਲੀ ਸਾਡੇ ਜਿਹੜੇ ਕੈਟਲ ਨੇ, ਸਾਡੇ ਜਿਹੜੇ ਭਾਰਤੀ ਪਸ਼ੂ ਨੇ, ਠੀਕ ਆ, ਜਾਂ ਬਵਾਈਨ ਐਨੀਮਲ ਨੇ, ਉਹਨਾਂ ਜਾਨਵਰਾਂ ਦੇ ਵਿੱਚ ਹੀ ਪਾਇਆ ਜਾਂਦਾ। ਵਾਈਨ ਤੁਸੀਂ ਕਹਿ ਸਕਦੇ, ਦੁੱਧ ਵਾਲੇ ਜਾਨਵਰਾਂ ਦੇ ਵਿੱਚ ਜ਼ਿਆਦਾਤਰ ਪਾਇਆ ਜਾਂਦਾ। ਤਾਂ ਤੁਸੀਂ ਮੈਨੂੰ ਸਿਰਫ ਇੰਨਾ ਦੱਸਣਾ ਕਿ ਇਹ ਡਿਜ਼ੀਜ਼ ਜਿਹੜਾ ਲੰਪੀ ਸਕਿਨ ਦਾ ਤਾਂ ਪਤਾ ਲੱਗ ਗਿਆ ਕਿ ਪਾਇਆ ਜਾਂਦਾ। ਇਹ ਡਿਜ਼ੀਜ਼ ਸਾਡੇ ਕੋਲੇ ਕਿਹੜੀ ਟਾਈਪ ਦਾ ਡਿਜ਼ੀਜ਼ ਹੈ? ਬੈਕਟੀਰੀਆ ਨਾਲ ਫੈਲਦਾ ਹੈ ਕਿ ਫੰਗਸ ਨਾਲ ਫੈਲਦਾ ਕਿ ਵਾਇਰਲ ਡਿਜ਼ੀਜ਼ ਹੈ ਕਿ ਮੇਰੇ ਕੋਲੇ ਪ੍ਰੋਟੋਜ਼ੋਆ ਡਿਜ਼ੀਜ਼ ਹੈ? ਤਾਂ ਯਾਦ ਰੱਖੋ, ਇਹ ਇੱਕ ਵਾਇਰਲ ਡਿਜ਼ੀਜ਼ ਹੈ, ਵਾਇਰਸ ਨਾਲ ਫੈਲਦਾ। ਵੈਸੇ ਵੀ ਅੱਜ ਕੱਲ੍ਹ ਵਾਇਰਸਾਂ ਦਾ ਹੀ ਦੌਰ ਚੱਲ ਰਿਹਾ, ਜ਼ਿਆਦਾ ਵਾਇਰਲ ਡਿਜ਼ੀਜ਼ ਹੀ ਆ ਰਹੇ ਨੇ। ਅਤੇ ਕੌਣ ਫੈਲਾਉਂਦਾ ਇਹਨੂੰ? ਜ਼ਿਆਦਾਤਰ ਇਹਨੂੰ ਮੋਸਕੀਟੋ ਮੱਛਰ ਜਾਂ ਫਿਰ ਤੁਹਾਡੇ ਫਲਾਈਜ਼, ਮੱਖੀਆਂ, ਉਹੀ ਫੈਲਾਉਂਦੀਆਂ ਨੇ ਜਾਨਵਰਾਂ ਦੇ ਵਿੱਚ। ਅਤੇ ਅਗਲੀ ਖਾਸ ਗੱਲ ਯਾਦ ਰੱਖਣ ਵਾਲੀ ਇਹ ਹੈ ਕਿ ਯੂਨੋਟਿਕ ਨਹੀਂ ਹੈਗਾ। ਯੂਨੋਟਿਕ ਦਾ ਮਤਲਬ ਹੁੰਦਾ ਕਿ ਬੰਦਿਆਂ ਨੂੰ ਨਹੀਂ ਟਰਾਂਸਫਰ ਹੋ ਸਕਦਾ ਜਾਨਵਰਾਂ ਤੋਂ। ਸਾਡੇ ਬੰਦਿਆਂ ਦੇ ਵਿੱਚ ਹਾਲੇ ਤੱਕ ਇਹਦਾ ਕੋਈ ਇਹੋ ਜਿਹਾ ਸਿੰਪਟਮ ਪਾਇਆ ਨਹੀਂ ਗਿਆ, ਤਾਂ ਇਸ ਕਰਕੇ ਬਚਾਅ ਹੈ ਤਾਂ ਜਾਨਵਰਾਂ ਦੇ ਵਿੱਚ ਹੀ ਹੈ, ਪਰ ਜਾਨਵਰਾਂ ਨੂੰ ਜ਼ਰੂਰ ਇਹ ਤੋਂ ਬਚਾਇਆ ਜਾਣਾ ਚਾਹੀਦਾ। ਲਓ ਜੀ, ਅੱਗੇ ਆ ਜਾਓ ਅਗਲੇ ਸਵਾਲ 'ਤੇ। ਬਲੂ ਓਰੀਜਨ ਸਕਸੈਸਫੁਲੀ ਲਾਂਚ ਕੀਤਾ ਇਹਨੇ ਇੱਕ ਨਿਊ ਸ਼ੈਫਰਡ ਵਹੀਕਲ ਵਿਦ ਹੋਪਸ ਆਫ ਹਿਊਮਨ ਸਪੇਸ ਫਲਾਈਟਸ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਣਗੀਆਂ। ਇਹਦਾ ਫਾਊਂਡਰ ਕੌਣ ਹੈ? ਇਹ ਵਧੀਆ ਸਵਾਲ ਹੈ। ਦੇਖੋ, ਬਲੂ ਓਰੀਜਨ ਹੋ ਗਿਆ, ਫਿਰ ਸਪੇਸ ਐਕਸ ਹੋ ਗਈ, ਠੀਕ ਹੈ। ਇਹ ਕੁਝ ਕੁ ਪ੍ਰਾਈਵੇਟ ਕੰਪਨੀਆਂ ਤਾਂ ਕਈ ਦੇਸ਼ਾਂ ਦੀਆਂ ਸਰਕਾਰੀ ਕੰਪਨੀਆਂ ਤੋਂ ਉੱਪਰ ਨੇ, ਠੀਕ ਹੈ। ਹਾਲੇ ਤੱਕ ਤਾਂ ਸਪੇਸ ਐਕਸ ਦੀ ਉਹ ਚੜ੍ਹਾਈ ਸੀ ਐਲੋਨ ਮਸਕ ਦੀ, ਕਿਉਂਕਿ ਇਹੀ ਇੱਕ USA ਦੀ ਪ੍ਰਾਈਵੇਟ ਕੰਪਨੀ ਹੈ, ਨਾਸਾ ਦੇ ਨੇੜੇ ਤੇੜੇ ਜਾ ਖੜ੍ਹਦੀ ਹੈ, ਬਿਲਕੁਲ ਟੱਕਰ ਦੇ ਵਿੱਚ। ਤਾਂ ਇਹਨਾਂ ਨੇ ਤਾਂ ਕਿੰਨੇ ਹੁਣ ਤੱਕ ਸਪੇਸ ਦੇ ਵਿੱਚ ਚੀਜ਼ਾਂ ਭੇਜ ਚੁੱਕੇ ਨੇ, ਕਿੰਨਾ ਕੁਛ ਕਰ ਚੁੱਕੇ ਨੇ। ਪਰ ਨਾਲ ਹੀ ਜੈਫ ਬੈਜੋਸ ਜਿਹੜਾ ਤੁਹਾਡਾ ਐਮਾਜ਼ੋਨ ਵਾਲਾ, ਉਹਨੇ ਵੀ ਪਿਛਲੇ 2-3 ਸਾਲ ਪਹਿਲਾਂ ਅਨਾਊਂਸ ਕਰਤਾ ਸੀ ਕਿ ਅਸੀਂ ਵੀ ਇਸ ਫੀਲਡ 'ਚ ਜਾ ਰਹੇ ਹਾਂ, ਅਸਮਾਨ 'ਚ ਅਸੀਂ ਵੀ ਸੈਟੇਲਾਈਟ ਛੱਡਣ ਲੱਗੇ ਹਾਂ। ਸਾਰੇ ਦੁਨੀਆ ਦੇ ਵਿੱਚ ਅਸੀਂ ਕੀ ਕਰਾਂਗੇ ਕਿ ਕਨੈਕਟ ਕਰ ਦਾਂਗੇ ਇੰਟਰਨੈਟ ਨੂੰ, ਸਾਰੀ ਦੁਨੀਆ ਨੂੰ।
ਤਾਂ ਉਹਦੇ ਲਈ ਇਹਨਾਂ ਦਾ ਕਾਫੀ ਵੱਡਾ ਪਲਾਨ ਹੈ ਅਤੇ ਇਹਦੇ ਲਈ ਇਹਨੇ ਇੱਕ ਆਪਣੀ ਕੰਪਨੀ ਲਾਂਚ ਕਰਤੀ ਸੀ ਬਲੂ ਓਰੀਜ਼ਨ, ਤਾਂ ਇਹਦੀ ਕੰਪਨੀ ਹੈ। ਈਵਨ ਕਿ ਮਾਰਕ ਜ਼ਕਰਬਰਗ ਨੇ ਵੀ ਇੱਕ ਕੀਤੀ ਸੀ, ਪਰ ਇਹਦੇ 'ਤੇ ਤਾਂ ਕਾਫੀ ਇੱਧਰੋਂ ਉੱਧਰੋਂ ਬਲੇਮ ਬਲੂਮ ਬੜੇ ਹੋ ਗਏ, ਤਾਂ ਇਹਦੇ ਲਈ ਤਾਂ ਠੰਡੇ ਬਸਤੀ ਹੈ। ਪਰ ਜੈਫ ਬੈਜੋਸ ਦੀ ਕੰਪਨੀ ਕੰਮ ਕਰ ਰਹੀ ਹੈ, ਹੁਣ ਵੀ ਲਾਂਚ ਕਰ ਰਹੀ ਹੈ। ਤਾਂ ਯਾਦ ਰੱਖਿਓ ਜੈਫ ਬੈਜੋਸ ਜੋ ਕਿ ਐਮਾਜ਼ੋਨ ਦਾ ਮਾਲਕ ਹੈ, ਤਾਂ ਉਹਦੀ ਇਹ ਕੰਪਨੀ ਹੈ ਬਲੂ ਓਰੀਜ਼ਨ। ਸਵਾਲ, ਮੈਚ ਦਾ ਕਾਲਿੰਗ ਸਮ ਹਾਊ ਕਿਵੇਂ ਨਾ ਕਿਵੇਂ ਬਣ ਸਕਦਾ, ਤਾਂ ਧਿਆਨ 'ਚ ਰੱਖਿਆ ਜਾਵੇ। ਅੱਗੇ ਆ ਜਾਓ। ਰੀਸੈਂਟਲੀ ਹੁਣੇ ਕਿਹੜੇ ਮੰਤਰਾਲੇ ਨੇ ਕਹਿੰਦਾ ਲਾਂਚ ਕੀਤਾ ਸਕਸ਼ਮ ਇੱਕ ਕੈਂਪਨ ਹੈ ਜਿਹੜਾ ਕਿ ਅਵੇਅਰਨੈਸ ਫੈਲਾਊਗਾ ਗ੍ਰੀਨ ਐਨਰਜੀ 'ਤੇ। ਗ੍ਰੀਨ ਐਨਰਜੀ ਦੇ ਉੱਤੇ ਮਤਲਬ ਤੁਸੀਂ ਰੀਨਿਊਏਬਲ ਐਨਰਜੀ ਵਰਤੋ, ਜਿਵੇਂ ਸਨ ਤੋਂ ਆਉਣ ਵਾਲੀ ਸੋਲਰ ਐਨਰਜੀ ਹੋ ਗਈ ਤੁਹਾਡੀ, ਠੀਕ ਹੈ, ਵਿੰਡ ਐਨਰਜੀ ਹੋ ਗਈ, ਕੋਲ ਕੂਲ ਤੋਂ ਬਾਹਰ ਆਓ। ਤਾਂ ਕਿਹਨੇ ਕੀਤਾ? ਤਾਂ ਕੁਐਸਚਨ ਇਹ ਹੈ। ਤਾਂ ਕੁਐਸਚਨ ਬੜਾ ਸਿੱਧਾ, ਤੇ ਇਹਦਾ ਆਨਸਰ ਹੈਗਾ ਮਿਨਿਸਟਰੀ ਆਫ ਪੈਟਰੋਲੀਅਮ ਐਂਡ ਨੈਚੁਰਲ ਗੈਸ। ਇਹਨੇ ਇੱਕ ਸਕਸ਼ਮ ਕੈਂਪਨ ਚਲਾਇਆ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਗ੍ਰੀਨ ਐਨਰਜੀ ਦਾ ਵੱਧ ਤੋਂ ਵੱਧ ਪ੍ਰਯੋਗ ਕਰਿਆ ਜਾਵੇ। ਅੱਗੇ ਆ ਜਾਓ। ਰੀਸੈਂਟਲੀ ਕਿਹਨੂੰ ਅਵਾਰਡ ਕੀਤਾ ਗਿਆ ਹੈ, ਕਿਹਨੂੰ ਦਿੱਤਾ ਗਿਆ ਇਹ ਅਵਾਰਡ? ਨੈਲਸਨ ਮੰਡੇਲਾ ਵਰਲਡ ਹਿਊਮਨਟੇਰੀਅਨ ਅਵਾਰਡ। ਇੰਪੋਰਟੈਂਟ ਸਵਾਲ ਹੈ। ਨੈਲਸਨ ਮੰਡੇਲਾ ਦੇਖੋ, ਤੁਹਾਨੂੰ ਪਤਾ ਕਿ ਸਾਊਥ ਅਫਰੀਕਾ ਦੇ ਸੀਗੇ ਰਾਸ਼ਟਰਪਤੀ ਇਹ। ਇਹਨਾਂ ਨੇ ਬਹੁਤ ਵਧੀਆ ਯਾਨੀ ਕਿ ਕੰਮ ਕੀਤੇ ਹੋਏ ਆ, ਜਿਸ ਕਰਕੇ ਇਹਨਾਂ ਨੂੰ ਕਿੰਨੇ ਹੀ ਅਵਾਰਡ ਇੱਕ ਹਾਇਰ ਲੈਵਲ ਦੇ ਮਿਲ ਚੁੱਕੇ ਨੇ ਇਸ ਬੰਦੇ ਨੂੰ। ਅਤੇ ਤੁਹਾਨੂੰ ਪਤਾ ਹੋਵੇ ਕਿ UN ਤਾਂ ਸਪੈਸ਼ਲ ਨੈਲਸਨ ਮੰਡੇਲਾ ਡੇ ਵੀ ਮਨਾਉਂਦੀ ਹੈ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਦੀ ਵਾਕਈ ਬਹੁਤ ਚੜ੍ਹਾਈ ਹੈ ਇਸ ਬੰਦੇ ਦੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਜੇ ਮੈਂ ਗੱਲ ਕਰਾਂ ਕਿ ਇਹਦਾ ਆਨਸਰ ਕੀ ਆਏਗਾ, ਤਾਂ ਇਹਦਾ ਆਨਸਰ ਤੁਸੀਂ ਨੇ ਕੱਢਣਾ ਕਿ ਕਿਹਨੂੰ ਦਿੱਤਾ ਇਹ ਅਵਾਰਡ। ਤਾਂ ਇਹ ਦਿੱਤਾ ਰਵੀ ਗੈਕਵਾਡ ਨੂੰ। ਰਵੀ ਗੈਕਵਾਡ ਨੂੰ ਦਿੱਤਾ। ਇਹ ਹੈ ਕੀ ਨੇ? ਇਹ ਸਾਡੇ ਕੋਲੇ ਅਕੈਡਮੀਸ਼ੀਅਨ ਵੀ ਕਹਿ ਸਕਦੇ ਹੋ ਤੁਸੀਂ, ਪੜ੍ਹਾਈ ਵਾਲੇ ਮਾਮਲੇ ਦੇ ਵਿੱਚ ਚੰਗੇ ਨੇ, ਅਤੇ ਸਪੋਰਟਸ ਪਰਸਨ ਵੀ ਨੇ। ਤਾਂ ਇਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਰਵੀ ਗੈਕਵਾਡ। ਤਾਂ ਯਾਦ ਰੱਖਿਓ, ਸਿੱਧਾ ਫੈਕਚੁਅਲ ਸਵਾਲ ਆ, ਨਾਮ ਯਾਦ ਕਰਨਾ ਹੀ ਪਏਗਾ। ਰੀਸੈਂਟਲੀ ਹੂ ਗॉट ਅਵਾਰਡਡ ਸਕੌਚ ਚੈਲੰਜਰ ਅਵਾਰਡ। ਕਾਹਦੇ ਲਈ? ਟਰਾਂਸਪੇਰੈਂਸੀ ਐਂਡ ਗਵਰਨੈਂਸ ਦੇ ਵਿੱਚ ਟਰਾਂਸਪੇਰੈਂਸੀ ਨੂੰ ਲੈ ਕੇ ਸਕੌਚ ਚੈਲੰਜਰ ਅਵਾਰਡ ਦਿੱਤਾ ਗਿਆ। ਤਾਂ ਤੁਸੀਂ ਇਹ ਦੱਸਣਾ ਕਿ ਕਿਹਨੂੰ ਦਿੱਤਾ ਗਿਆ, ਠੀਕ ਹੈ। ਤਾਂ ਆਪਣੇ ਆਪ 'ਚ ਇੱਕ ਇੰਪੋਰਟੈਂਟ ਸਵਾਲ ਹੈ, ਵਧੀਆ ਸਵਾਲ ਗਿਣ ਸਕਦੇ ਹੋ ਪੇਪਰਾਂ ਦੇ ਪੁਆਇੰਟ ਆਫ ਵਿਊ ਤੋਂ। ਇਹਨਾਂ 'ਚੋਂ ਕਿਹੜਾ ਮੰਤਰਾਲੇ ਹੈ? ਮਿਨਿਸਟਰੀ ਆਫ ਕਮਿਊਨੀਕੇਸ਼ਨ ਨੂੰ, ਜਲ ਸ਼ਕਤੀ ਨੂੰ, ਜਾਂ ਮਿਨਿਸਟਰੀ ਆਫ ਪੰਚਾਇਤੀ ਰਾਜ ਨੂੰ, ਜਾਂ ਟੂਰਿਜ਼ਮ ਵਾਲੀ ਮਿਨਿਸਟਰੀ ਨੂੰ? ਕਿਹਨੂੰ ਦਿੱਤਾ ਗਿਆ ਇਹ ਅਵਾਰਡ? ਤਾਂ ਇਹ ਅਵਾਰਡ ਕਿਹਨੂੰ ਜਾਂਦਾ ਜੀ? ਇਹ ਅਵਾਰਡ ਗਿਆ ਪੰਚਾਇਤੀ ਰਾਜ ਨੂੰ। ਅਤੇ ਜੇ ਮੈਂ ਤੁਹਾਨੂੰ ਪੁੱਛਾਂ ਕਿ ਪੰਚਾਇਤੀ ਰਾਜ ਦੇ ਮਿਨਿਸਟਰ ਕੌਣ ਨੇ ਸਾਡੇ ਇਸ ਟਾਈਮ, ਤਾਂ ਨਰਿੰਦਰ ਸਿੰਘ ਤੋਮਰ। ਉਹ ਤਾਂ ਨਿਊਜ਼ 'ਚ ਹੀ ਨੇ, ਤੁਸੀਂ ਜਾਣਦੇ ਹੋ, ਠੀਕ ਹੈ। ਤੀਜੇ ਦਿਨ ਤਾਂ ਮੀਟਿੰਗ ਹੁੰਦੀ ਹੈ ਕਿਸਾਨਾਂ ਨਾਲ, ਤਾਂ ਹੁਣ ਤਾਂ ਚਲੋ ਬੰਦ ਹੈ। ਤਾਂ ਨਰਿੰਦਰ ਸਿੰਘ ਤੋਮਰ ਨੂੰ ਇਹ ਮਹਿਕਮਾ ਸੰਭਾਇਆ ਪਿਆ, ਮਤਲਬ ਇਹਨਾਂ ਨੂੰ ਅਵਾਰਡ ਦਿੱਤਾ ਕਿ ਇਹਨਾਂ ਦੇ ਕੰਮ 'ਚ ਟਰਾਂਸਪੇਰੈਂਸੀ ਬਹੁਤ ਹੈ। ਚਲੋ ਕੋਈ ਨਹੀਂ। 23ਵੇਂ ਸਵਾਲ 'ਤੇ ਆ ਜਾਓ। ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗਲੀ, ਸੰਯੁਕਤ ਰਾਸ਼ਟਰ ਦੇ ਅਨੁਸਾਰ, ਕਿਹੜੀ ਕੰਟਰੀ ਦੇ ਲੋਕ ਡਾਇਸਪੋਰਾ ਦੇ ਵਿੱਚ ਦੁਨੀਆ 'ਚ ਸਭ ਤੋਂ ਵੱਧ ਨੇ? ਡਾਇਸਪੋਰਾ ਕੀ ਹੁੰਦਾ? ਜਿਵੇਂ ਆਪਣੇ ਵਾਲੇ ਛਲਾਰੂ ਨਹੀਂ ਜਾਂਦੇ ਹੈਗੇ ਸਿੱਧੇ, ਕੋਈ ਕੈਨੇਡਾ ਦੇ ਵਿੱਚ ਬੈਠਾ ਹੈ, ਕੋਈ ਕਿਤੇ ਬੈਠਾ, ਠੀਕ ਹੈ, ਉਹੀ ਮਾਈਗ੍ਰੇਸ਼ਨ, ਇੰਟਰਨੈਸ਼ਨਲ ਮਾਈਗ੍ਰੇਸ਼ਨ ਕਹਿ ਸਕਦੇ ਹੋ ਤੁਸੀਂ, ਕਿ ਮਾਈਗ੍ਰੇਟ ਹੋ ਕੇ ਕਿਤੇ ਹੋਰ ਬੈਠੇ ਨੇ ਕਿਸੇ ਹੋਰ ਦੇਸ਼ ਦੇ। ਫਿਰ ਉਹ ਸਾਡੇ ਦੇਸ਼ 'ਚ ਜਿਹੜੇ ਉਹ ਪੈਸੇ ਭੇਜਦੇ ਨੇ ਉਹਨੂੰ ਅੰਗਰੇਜ਼ੀ 'ਚ ਬੋਲਦੇ ਹੁੰਦੇ ਆ ਰੈਮਿਟੈਂਸ ਉਹ ਹੈ ਵੀ ਬਾਹਰੋਂ ਕੈਨੇਡਾ 'ਚੋਂ ਡਾਲਰ ਕਮਾ ਇੱਧਰ ਭੇਜੀ ਜਾਂਦੇ ਹੁਣ ਇੰਡੀਆ ਦੇ ਵਿੱਚ। ਇੰਡੀਆ ਰੈਮਿਟੈਂਸ ਦੇ ਵਿੱਚ ਬਹੁਤ ਅੱਗੇ ਹੈ, ਬਹੁਤ ਰੈਮਿਟੈਂਸ ਇੰਡੀਆ ਨੂੰ ਆਉਂਦਾ। ਪਰ ਇਹ ਸਵਾਲ ਨਹੀਂ, ਮੇਰਾ ਸਵਾਲ ਹੈਗਾ ਕਿ ਕਿਹੜੇ ਦੇਸ਼ ਦਾ ਡਾਇਸਪੋਰਾ ਸਭ ਤੋਂ ਲਾਰਜੈਸਟ ਹੈ? ਵੈਰੀ ਗੁੱਡ ਕੁਐਸਚਨ। ਤਾਂ ਇਹਦਾ ਆਨਸਰ ਕਰੈਕਟ ਸਾਡੇ ਕੋਲੇ ਕੀ ਬਣਦਾ? ਕਰੈਕਟ ਆਨਸਰ ਬਣਦਾ ਇੰਡੀਆ। ਇੰਡੀਆ ਦਾ ਡਾਇਸਪੋਰਾ ਸਭ ਤੋਂ ਵੱਧ ਹੈ, ਧਿਆਨ 'ਚ ਰੱਖਿਓ। ਅਤੇ ਜੇ ਮੈਂ ਦੇਸ਼ਾਂ ਦੇ ਮੁਕਾਬਲੇ ਪੁੱਛ ਲਵਾਂ ਕਿ ਦੇਸ਼ਾਂ ਦੇ ਹਿਸਾਬ ਨਾਲ ਕਿਹੜੇ ਦੇਸ਼ 'ਚ ਇੰਡੀਆ ਦੇ ਸਭ ਤੋਂ ਵੱਧ ਲੋਕ ਨੇ, ਤਾਂ ਅੱਜ ਦੀ ਡੇਟ 'ਚ UAE 'ਚ ਨੇ ਸਭ ਤੋਂ ਵੱਧ। ਅਰਾਊਂਡ 3.5 ਮਿਲੀਅਨ ਸਾਡੇ ਇੰਡੀਅਨ UAE ਦੇ ਵਿੱਚ ਨੇ, ਜਿੱਥੋਂ ਉੱਥੋਂ ਪੈਸਾ ਭੇਜਦੇ ਨੇ। ਸਾਊਦੀ ਅਰਬ 'ਚ ਵੀ ਬਹੁਤ ਨੇ। ਸਾਊਦੀ ਅਰਬ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ 2.5 ਮਿਲੀਅਨ ਦੇ ਅਰਾਊਂਡ ਨੇ। ਫਿਰ USA 'ਚ ਵੀ ਬਹੁਤ ਨੇ। 3 ਕੰਟਰੀਆਂ 'ਚ ਸਾਡੇ ਸਭ ਤੋਂ ਵੱਧ ਨੇ। ਅਤੇ ਦੂਜੇ ਨੰਬਰ 'ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਦੂਜੇ ਨੰਬਰ 'ਤੇ ਡਾਇਸਪੋਰਾ ਜੇ ਇਹਨਾਂ ਨੇ ਜਿਹੜਾ ਰੈਂਕ ਕੱਢਿਆ, ਉਹ ਕੱਢਿਆ ਗਾ ਮੈਕਸੀਕੋ ਅਤੇ ਰਸ਼ੀਆ ਦਾ। ਇਹਨਾਂ ਨੂੰ ਬਰਾਬਰ ਨੰਬਰ ਮਿਲੇ ਨੇ ਦੋਨਾਂ ਨੂੰ, ਕਿ ਇਹਨਾਂ ਦਾ ਡਾਇਸਪੋਰਾ ਵੀ ਬਹੁਤ ਹੈ। ਤੀਜੇ ਨੰਬਰ 'ਤੇ ਆਉਂਦਾ ਚਾਈਨਾ, ਅਤੇ ਚੌਥੇ ਨੰਬਰ 'ਤੇ ਸਾਡੇ ਕੋਲ ਆਉਂਦਾ ਸੀਰੀਆ। ਚੌਥੇ ਨੰਬਰ 'ਤੇ ਸੀਰੀਆ, ਜਿਨ੍ਹਾਂ ਦੇ ਲੋਕ ਐਵੇਂ ਮਾਈਗ੍ਰੇਟ ਹੋ ਕੇ ਦੂਜੇ ਪਾਸੇ ਗਏ ਹੋਏ ਨੇ। ਤਾਂ ਇਹ ਸਾਰੇ ਫੈਕਟ ਹੀ ਯਾਦ ਰੱਖਿਓ, ਠੀਕ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਨੇ। ਇਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਰਿਪੋਰਟ ਦਾ ਨਾਮ ਹੀ ਹੈ ਦ ਰਿਪੋਰਟ ਇੰਟਰਨੈਸ਼ਨਲ ਮਾਈਗ੍ਰੇਸ਼ਨ 2020, ਠੀਕ ਹੈ। ਇੱਕ ਸੰਸਥਾ UN ਦੇ ਅੰਡਰ UNDESA ਸੰਸਥਾ ਨੇ ਇਹ ਕੱਢੀ ਹੈ। UNDESA ਦਾ ਮਤਲਬ ਕੀ ਹੈ?
UN ਤਾਂ ਯੂਨਾਈਟਡ ਨੇਸ਼ਨ ਹੋ ਗਿਆ, ਡੇਸਾ ਦਾ ਹੋਗਾ ਡਿਪਾਰਟਮੈਂਟ ਆਫ ਇਕੋਨਮਿਕ ਐਂਡ ਸੋਸ਼ਲ ਅਫੇਅਰ, ਡਿਪਾਰਟਮੈਂਟ ਆਫ ਇਕੋਨਮਿਕ ਐਂਡ ਸੋਸ਼ਲ ਅਫੇਅਰ। ਕਈ ਸਵਾਲ ਹੋ ਗਏ ਇਹਦੇ ਵਿੱਚ, ਮੋਸਟ ਇੰਪੋਰਟੈਂਟ ਹੈ, ਚੰਗੀ ਤਰ੍ਹਾਂ ਨਾਲ ਨੋਟ ਕਰ ਲਿਓ। ਅੱਗੇ ਆ ਜਾਓ। ਰੀਸੈਂਟਲੀ ਕਹਿੰਦੇ ਹੁਣੇ ਨਾਗੀ ਨਟਕੀ ਨਾਗੀ ਨਕਤੀ ਜਾਂ ਕਹਿ ਲਓ ਨਕਟੀ, ਸੌਰੀ, ਵਰਲਡ ਸੈਂਚਰੀ ਆਊਗਾ ਇੱਥੇ, ਸੈਂਚਰੀਜ਼ ਨਹੀਂ, ਨਿਊਜ਼ ਦੇ ਵਿੱਚ ਸੀ। ਤੁਸੀਂ ਦੱਸਣਾ ਕਿ ਕਿਹੜੀ ਸਟੇਟ ਦੇ ਵਿੱਚ ਹੈ ਇਹ ਵਰਲਡ ਸੈਂਚਰੀ। ਠੀਕ ਹੈ, ਇੱਥੇ ਇੱਕ ਪੰਛੀਆਂ ਦਾ ਇੱਕ ਫੈਸਟੀਵਲ ਜਿਹਾ ਲਾਇਆ ਗਿਆ। ਠੀਕ ਹੈ, ਤਾਂ ਨਿਊਜ਼ 'ਚ ਸੀ। ਨਿਤਿਸ਼ ਕੁਮਾਰ ਨੇ ਇਹਨੂੰ ਇਨੋਗਰੇਟ ਜਾਂ ਕੀਤਾ, ਤਾਂ ਬਿਹਾਰ ਦੇ ਵਿੱਚ ਹੈ। ਜਦੋਂ ਇਹੋ ਜਿਹੀ ਕੋਈ ਸੈਂਚਰੀ ਹੋਵੇ, ਨੈਸ਼ਨਲ ਪਾਰਕ 'ਚ ਕੁਛ ਇਵੈਂਟ ਹੋ ਜੇ, ਤਾਂ ਆਪਣੇ ਆਪ ਦੇ ਵਿੱਚ ਉਹ ਪੇਪਰਾਂ 'ਚ ਆਉਣ ਵਾਲਾ ਸਵਾਲ ਬਣ ਜਾਂਦਾ। ਤਾਂ ਹੁਣ ਨਿਤਿਸ਼ ਕੁਮਾਰ ਤਾਂ ਬਿਹਾਰ ਦੇ CM ਹੋ ਗਏ, ਤਾਂ ਗਵਰਨਰ ਕੌਣ ਨੇ ਬਿਹਾਰ ਦੇ? ਫਿਰ ਗਵਰਨਰ ਬਹਾਨੇ ਸਿਰ ਸਾਰੇ ਕਵਰ ਹੋ ਜਾਂਦੇ ਨੇ। ਤਾਂ ਸ਼੍ਰੀ ਫੱਗੂ ਚੌਹਾਨ, ਤਾਂ ਫੱਗੂ ਚੌਹਾਨ ਸਾਡੇ ਕੋਲੇ ਗਵਰਨਰ ਨੇ ਕਿਹਦੇ? ਬਿਹਾਰ ਦੇ, ਯਾਦ ਰੱਖਿਓ। ਅੱਗੇ ਆ ਜਾਓ। ਰੀਸੈਂਟਲੀ ਪ੍ਰਾਈਮ ਮਿਨਿਸਟਰ ਇੰਡੀਆ ਨੇ ਟ੍ਰਿਬਿਊਟ ਪੇ ਕੀਤੀ ਹੈ 104ਵੇਂ ਬਰਥ ਐਨਵਰਸਰੀ 'ਤੇ ਭਾਰਤ ਰਤਨਾ MGR ਨੂੰ। ਠੀਕ ਹੈ, ਤਾਂ ਇਹ ਦੱਸਣਾ ਕਿ ਉਹਨਾਂ ਨੂੰ ਭਾਰਤ ਰਤਨਾ ਕਿਹੜੇ ਸਾਲ 'ਚ ਮਿਲਿਆ ਸੀ। ਇਹ ਵੀ ਆਪਣੇ ਆਪ 'ਚ ਇੰਪੋਰਟੈਂਟ ਸਵਾਲ ਹੈ। ਹਾਲ ਹੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ 104ਵੇਂ ਵਰ੍ਹੇਗੰਢ ਦੇ ਉੱਤੇ, ਜਨਮ ਵਰ੍ਹੇਗੰਢ ਦੇ ਉੱਪਰ ਭਾਰਤ ਰਤਨ MGR, ਠੀਕ ਹੈ, ਪੂਰੀ ਫੁੱਲ ਫਾਰਮ ਸੀ MG ਰਾਮਾਚੰਦਰਨ। ਆਹ ਫੋਟੋ 'ਚ ਤੁਸੀਂ ਦੇਖ ਸਕਦੇ ਹੋ। ਬੜੀ ਮਸ਼ਹੂਰ ਪਰਸਨੈਲਿਟੀ ਸੀਗੇ ਤਾਮਿਲਨਾਡੂ ਦੇ। ਠੀਕ ਹੈ, ਅਤੇ ਇਹਨਾਂ ਨੂੰ ਐਕਟਰ ਸੀ, ਫਿਲਮ ਐਕਟਰ, ਫੇਮਸ ਸੀ। ਇੱਕ ਪਾਰਟੀ ਹੈ AIADMK, ਨਾਮ ਤੁਸੀਂ ਸੁਣਿਆ ਹੋ। ਇਹ ਪਾਰਟੀ ਦੇ ਫਾਊਂਡਰ ਸੀ, ਇਹ ਪਾਰਟੀ ਨੂੰ ਬਣਾਉਣ ਵਾਲੇ ਇਹ। ਠੀਕ ਹੈ, ਅਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਇਹਨਾਂ ਨੂੰ ਇਸ ਤੋਂ ਇਲਾਵਾ 2 ਵਾਰ 1977 ਤੋਂ ਲੈ ਕੇ 1987 ਤੱਕ 10 ਸਾਲ, ਯਾਨੀ ਕਿ 2 ਟਰਮਾਂ ਦੇ ਵਿੱਚ CM ਰਹੇ ਨੇ, ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ ਨੇ ਇਹ, ਇਸੇ ਪਾਰਟੀ ਦੇ ਅੰਡਰ AIADMK ਸੀ। ਪਰ ਮੇਰੇ ਸਵਾਲ ਦਾ ਆਨਸਰ ਹਲੇ ਵੀ ਨਹੀਂ ਮਿਲਿਆ ਕਿ ਇਹਨਾਂ ਨੂੰ ਇਹਨਾਂ ਦੇ ਮਰਨ ਉਪਰੰਤ ਮਿਲਿਆ ਸੀਗਾ। ਉਹ ਮਿਲਿਆ ਸੀ 1988 'ਚ ਭਾਰਤ ਰਤਨਾ। ਇੰਪੋਰਟੈਂਟ ਹੈ ਕੁਐਸਚਨ, ਧਿਆਨ 'ਚ ਰੱਖਿਓ। ਰੀਸੈਂਟਲੀ ਕੀ ਹੈ ਕਿ ਆਹ ਨਾਮ ਯਾਦ ਰੱਖਿਓ, ਉਸਤਾਦ ਗੁਲਾਮ ਮੁਸਤਫਾ ਖਾਨ। ਇਹਨਾਂ ਦੀ ਹੁਣੀ ਦੇਹਾਂਤ ਹੋ ਗਿਆ, ਡੈਥ ਹੋ ਗਈ, ਪਾਸਡ ਅਵੇ ਹੋ ਗਏ। ਤੁਸੀਂ ਦੱਸਣਾ ਕਿ ਕਿਹੜੇ ਫੀਲਡ 'ਚ ਮਸ਼ਹੂਰ ਸੀਗੇ? ਤਾਂ ਸਿੱਧਾ ਕਲਾਸਿਕ ਮਿਊਜ਼ਿਕ ਦੇ ਵਿੱਚ ਮਸ਼ਹੂਰ ਸੀ। ਹੁਣ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਸਾਡੀਆਂ 6 ਕਲਾਸੀਕਲ ਲੈਂਗੁਏਜਿਸ ਨੇ ਇੰਡੀਆ ਦੀਆਂ, ਅਤੇ ਇਹਨੂੰ ਲੈ ਕੇ ਬਹੁਤ ਪੇਪਰਾਂ 'ਚ ਸਵਾਲ ਪੁੱਛਿਆ ਕਿ ਵਿਚ ਆਫ ਦਾ ਫੋਲੋਇੰਗ ਇਜ਼ ਏ ਕਲਾਸੀਕਲ ਲੈਂਗੁਏਜ ਔਰ ਨਾਟ। ਕਮੈਂਟ ਬਾਕਸ 'ਚ ਮੈਨੂੰ ਕਮੈਂਟ ਕਰੋ ਕਿ ਕਿਹੜੀਆਂ 6 ਕਲਾਸੀਕਲ ਲੈਂਗੁਏਜਿਸ ਨੇ ਇੰਡੀਆ ਦੀਆਂ, ਕਿਉਂਕਿ ਇਹ ਸਮਹਾਓ ਤੁਹਾਨੂੰ ਦੱਸਿਆ ਕਿ ਕਿਵੇਂ ਨਾ ਕਿਵੇਂ ਤੁਹਾਡਾ ਸਟੈਟਿਕ ਪੋਰਸ਼ਨ ਵੀ ਕਵਰ ਹੋਣਾ ਚਾਹੀਦਾ ਜਦੋਂ ਇੱਕ ਕੁਐਸਚਨ ਦੇ ਨਾਲ ਕੋਈ ਰਿਲੇਟ ਹੋ ਜੇ। ਤਾਂ ਵੇਖਦੇ ਹਾਂ ਕਿੰਨੇ ਜਣੇ ਕਮੈਂਟ ਕਰਦੇ ਨੇ ਕਰੈਕਟ। ਲਓ ਜੀ, ਅੱਗੇ ਆ ਜਾਓ। ਅਗਲਾ ਕੁਐਸਚਨ 27ਵਾਂ। ਰੀਸੈਂਟਲੀ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਚੇਅਰਮੈਨ ਆਫ ਟੈਲੀਕਾਮ ਇਕੁਇਪਮੈਂਟ ਸਰਵਿਸਿਜ਼ ਐਕਸਪੋਰਟ ਪ੍ਰਮੋਸ਼ਨ। ਮਤਲਬ ਇੰਡੀਆ ਹੁਣ ਕੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਜੋ ਚੀਜ਼ ਬਣਾਉਂਦੇ ਹਾਂ ਵੱਧ ਤੋਂ ਵੱਧ ਬਾਹਰਲੇ ਦੇਸ਼ਾਂ ਨੂੰ ਵੇਚੀਏ। ਤਾਂ ਹੁਣ ਜਿਹੜੀ ਟੈਲੀ ਕਮਿਊਨੀਕੇਸ਼ਨ ਹੈ, ਯਾਨੀ ਕਿ ਕਮਿਊਨੀਕੇਸ਼ਨ ਵਾਲੀਆਂ ਫੋਨਾਂ ਵਾਲੀਆਂ ਕੰਪਨੀਆਂ ਨੇ ਆਪਣੀਆਂ, ਇਹਨਾਂ ਦੇ ਵਿੱਚ ਵੀ ਜਿਵੇਂ ਟਾਵਰ 'ਤੇ ਜਿਹੜੀਆਂ ਚੀਜ਼ਾਂ ਇਕੁਇਪਮੈਂਟ ਲੱਗਦੇ ਨੇ ਜਾਂ ਜਿੰਨੇ ਇਹਨਾਂ 'ਚ ਇਕੁਇਪਮੈਂਟ ਵਰਤੇ ਜਾਂਦੇ ਨੇ, ਇਹਨਾਂ ਸਾਰਿਆਂ ਨੂੰ ਅਸੀਂ ਬਾਹਰਲੇ ਦੇਸ਼ਾਂ ਨੂੰ ਵੇਚੀਏ। ਤਾਂ ਇਹਦੇ ਵਾਸਤੇ ਇੱਕ ਕਮੇਟੀ ਬਣਾਈ ਗਈ ਹੈ। ਉਹ ਕਮੇਟੀ ਦੀ ਪ੍ਰਧਾਨਗੀ ਕਿਹਨੂੰ ਦਿੱਤੀ ਹੈ? ਕੌਣ ਚੇਅਰਮੈਨ ਅਪੁਆਇੰਟ ਕੀਤਾ? ਸਵਾਲ ਇਹ ਹੈ। ਤਾਂ ਕਰੈਕਟ ਆਨਸਰ ਹੈਗਾ ਸੰਦੀਪ ਅਗਰਵਾਲ। ਤਾਂ ਸੰਦੀਪ ਅਗਰਵਾਲ ਨੂੰ ਇਹਦੀ ਪ੍ਰਧਾਨਗੀ ਦਿੱਤੀ ਗਈ ਹੈ। ਅੱਗੇ ਆ ਜਾਓ। ਹੂ ਹੈਜ਼ ਬੀਨ ਕਨਫਰਡ ਇੰਡੀਅਨ ਪਰਸਨੈਲਿਟੀ ਆਫ ਈਅਰ ਅਵਾਰਡ ਔਨ 51st ਇੰਟਰਨੈਸ਼ਨਲ ਫਿਲਮ ਫੈਸਟੀਵਲ। ਪਿੱਛੇ ਤੁਹਾਨੂੰ ਮੈਂ ਦੱਸਿਆ ਸੀ ਕਿ 51ਵਾਂ ਫਿਲਮ ਫੈਸਟੀਵਲ ਹੋ ਰਿਹਾ ਪਿਛਲੇ ਉਹਦੇ ਵਿੱਚ ਵੀਡੀਓ ਦੇ ਵਿੱਚ, ਕਿੱਥੇ ਹੋ ਰਿਹਾ? ਗੋਆ 'ਚ। ਠੀਕ ਹੈ, ਅਤੇ ਇਹ ਵੀ ਦੱਸਿਆ ਸੀਗਾ ਕਿ ਕਿਹੜੀ ਕੰਟਰੀ 'ਤੇ ਫੋਕਸ ਰੱਖਿਆ ਜਾ ਰਿਹਾ, ਪਿਛਲੀ ਉਹਦੇ 'ਚ ਵੀਡੀਓ 'ਚ ਮੈਂ ਦੱਸ ਚੁੱਕਿਆ। ਹੁਣ ਇੱਥੇ ਉਹ ਹੋ ਗਿਆ ਕਿਉਂਕਿ ਉਦੋਂ ਅਗਲੇ ਹਫਤੇ 'ਚ ਹੋਣਾ ਸੀ, ਇਹ ਹਫਤੇ 'ਚ ਹੁਣ ਕਰੰਟ ਅਫੇਅਰ ਆ ਗਿਆ। ਹੁਣ ਇਹਦੇ ਉੱਤੇ ਇੱਕ ਬੰਦੇ ਨੂੰ ਇੰਡੀਅਨ ਪਰਸਨੈਲਿਟੀ ਆਫ ਈਅਰ ਦਾ ਅਵਾਰਡ ਦਿੱਤਾ ਗਿਆ। ਤੁਸੀਂ ਉਸ ਬੰਦੇ ਦਾ ਨਾਮ ਦੱਸਣਾ। ਆਹ ਉਹ ਬੰਦਾ ਹੈ। ਤਾਂ ਇਹਨਾਂ ਦਾ ਨਾਮ ਹੈਗਾ ਵਿਸ਼ਵਜੀਤ ਚੈਟਰਜੀ। ਇੰਪੋਰਟੈਂਟ ਕੁਐਸਚਨ ਹੈ, ਧਿਆਨ 'ਚ ਰੱਖਿਓ। ਵਿਸ਼ਵਜੀਤ ਚੈਟਰਜੀ ਆਹੀ ਫਿਲਮਾਂ ਨਾਲ ਰਿਲੇਟਡ ਸੀ, ਡਾਇਰੈਕਟਰ ਵੀ ਰਹੇ ਨੇ, ਪ੍ਰੋਡਿਊਸਰ ਵੀ ਰਹੇ ਨੇ, ਕਾਫੀ ਕੁਛ ਕਰਿਆ ਇਹਨਾਂ ਨੇ। ਤਾਂ ਇਹਨਾਂ ਨੂੰ ਇਹ, ਕਿਉਂਕਿ ਫਿਲਮਾਂ ਦੇ ਅਵਾਰਡ ਸੀ ਤਾਂ ਇਹਨਾਂ ਨੂੰ ਹੀ ਦਿੱਤਾ ਜਾਣਾ ਸੀ। ਹੁਣ ਰੀਸੈਂਟਲੀ ਪ੍ਰਾਈਮ ਮਿਨਿਸਟਰ ਨੇ ਹਰੀ ਝੰਡੀ ਦਿਖਾਈ ਹੈ 8 ਟ੍ਰੇਨਸ ਨੂੰ, ਤਾਂ ਕਿ ਸਟੈਚੂ ਆਫ ਯੂਨਿਟੀ ਨਾਲ ਮਤਲਬ ਕਨੈਕਟੀਵਿਟੀ ਵਧਾਈ ਜਾ ਸਕੇ। ਤੁਸੀਂ ਇਹ ਦੱਸਣਾ ਕਿ ਸਟੈਚੂ ਆਫ ਯੂਨਿਟੀ ਹੈ ਕਿੱਥੇ ਆ। ਇਹ ਤਾਂ ਸਾਰਿਆਂ ਨੂੰ ਹੀ ਪਤਾ ਕਿ ਗੁਜਰਾਤ 'ਚ ਹੈ, ਪਰ ਗੁਜਰਾਤ 'ਚ ਮੈਂ ਜਾਣ ਕੇ ਡੂੰਘਾ ਸਵਾਲ ਪੁੱਛਿਆ ਕਿ ਅੱਗੇ ਗੁਜਰਾਤ 'ਚ ਕਿੱਥੇ ਹੈ, ਤਾਂ ਅੱਗੇ ਹੈਗਾ ਕੇਵਾੜੀਆ 'ਚ। ਇਹ ਆਪਸ਼ਨ ਕਰੈਕਟ ਆ, ਯਾਦ ਰੱਖਿਓ
केवाड़िया। ਤੇ ਇਹ ਮੂਰਤੀ 182 ਮੀਟਰ ਲੰਬੀ ਹੈ, ਇਹ ਵੀ ਗੱਲ ਯਾਦ ਹੋਵੇ। ਫੁੱਟ 'ਚ ਪੁੱਛ ਲਿਆ ਜਾਵੇ ਤਾਂ 597 ਫੁੱਟ ਉੱਚੀ ਹੈਗੀ ਇਹ ਮੂਰਤੀ। ਅੱਗੇ ਆਹ ਕਿਹੜੀ ਰਿਵਰ ਵਗ ਰਹੀ ਹੈ ਜਿੱਥੇ ਜਾ ਰਹੀ ਹੈ? ਨਰਮਦਾ ਰਿਵਰ ਹੈ, ਰਿਵਰ ਵੀ ਯਾਦ ਰੱਖਿਓ, ਠੀਕ ਹੈ। ਅਤੇ ਇੱਥੇ ਇੱਕ ਡੈਮ ਬਹੁਤ ਮਸ਼ਹੂਰ ਹੈ, ਸਰਦਾਰ ਜੀ ਦੇ ਨਾਮ ਤੋਂ ਹੀ ਹੈ, ਸਰਦਾਰ ਸਰੋਵਰ ਡੈਮ, ਜਿੱਥੇ ਇਹ ਹੈਗੀ ਹੈ, ਤਾਂ ਇਹ ਵੀ ਯਾਦ ਰੱਖਿਓ। ਹੋਰ ਇਸ ਤੋਂ ਇਲਾਵਾ ਮੋਸਟ ਇੰਪੋਰਟੈਂਟ ਕੁਐਸਚਨ, ਇਹ ਮੂਰਤੀ ਨੂੰ ਬਣਾਇਆ ਕਿਹਨੇ ਹੈ, ਡਿਜ਼ਾਈਨ ਕਿਹਨੇ ਕੀਤਾ? ਕਿਸ ਤਰ੍ਹਾਂ ਕਿਸੇ ਪੇਪਰ 'ਚ ਤਾਂ ਆ ਵੀ ਚੁੱਕਿਆ, ਪੁੱਛਿਆ ਵੀ ਜਾ ਸਕਦਾ। ਨਾਮ ਹੈਗਾ ਜੀ ਰਾਮਬੰਜੀ ਸੂਤਰ। ਰਾਮਬੰਜੀ ਸੂਤਰ ਬੰਦੇ ਦਾ ਨਾਮ ਹੈ ਜਿਨ੍ਹਾਂ ਨੇ ਇਹਨੂੰ ਬਣਾਇਆ। ਲਾਸਟ ਕੁਐਸਚਨ ਇਸੇ ਦੇ ਵਿੱਚ ਹੋਰ ਜਿਹੜਾ ਬਣ ਸਕਦਾ, ਇੰਡੀਆ ਨੇ ਜਿਸ ਦਿਨ ਇਹਨਾਂ ਨੂੰ ਸਪੈਸ਼ਲੀ ਕਮੈਮੋਰੇਟ ਕਰਨ ਵਾਸਤੇ ਨੈਸ਼ਨਲ ਯੂਨਿਟੀ ਡੇ ਰੱਖਤਾ, ਜਿੱਦਣ ਇਹ ਪੈਦਾ ਹੋਏ ਸੀ, ਤਾਂ ਤੁਸੀਂ ਉਹ ਦੱਸਣਾ ਕਿ ਨੈਸ਼ਨਲ ਯੂਨਿਟੀ ਡੇ ਸਾਡਾ ਕਦੋਂ ਹੁੰਦਾ ਹੈ? ਤਾਂ ਉਹ ਹੁੰਦਾ 31 ਅਕਤੂਬਰ ਨੂੰ। 31 ਅਕਤੂਬਰ ਤੋਂ, ਯਾਨੀ ਕਿ 2018 'ਚ ਪਹਿਲੀ ਵਾਰ ਮਨਾਇਆ ਸੀ, ਹੁਣ ਹਰ 31 ਅਕਤੂਬਰ ਨੂੰ ਅਸੀਂ ਨੈਸ਼ਨਲ ਯੂਨਿਟੀ ਡੇ ਮਨਾਉਂਦੇ ਹਾਂ। ਬੇਸਿਕਲੀ ਕਿਉਂ ਮਨਾਉਂਦੇ ਹਾਂ? ਤਾਂ ਕਿਉਂਕਿ ਯੂਨਿਟੀ ਤਾਂ ਦੇਤਾ ਕਿਉਂਕਿ 500 ਕਿੰਨੀਆਂ ਸੀਗੀਆਂ, 62 ਰਿਆਸਤਾਂ ਸੀ, ਪ੍ਰਿੰਸਲੀ ਸਟੇਟ ਸੀ, ਰਿਆਸਤਾਂ, ਜਿਨ੍ਹਾਂ ਨੂੰ ਇਹਨਾਂ ਨੇ ਇੰਡੀਆ 'ਚ ਮਿਲਾਇਆ ਸੀ। ਤਾਂ ਇਸ ਕਰਕੇ ਇਹਨਾਂ ਨੂੰ ਇਹ ਮੋਦੀ ਸਰਕਾਰ ਵੱਲੋਂ ਇਹ ਉਪਲਬਧੀਆਂ ਕਰਕੇ ਸਾਰਾ ਕੁਝ ਦਿੱਤਾ ਗਿਆ। ਅਗਲੇ ਸਵਾਲ 'ਤੇ 30ਵਾਂ ਸਵਾਲ ਕੀ ਕਹਿੰਦਾ? ਸਾਡੇ ਕੋਲ UN ਹਿਊਮਨ ਰਾਈਟਸ ਕਾਊਂਸਲ ਹੈ ਇੱਕ, ਠੀਕ ਹੈ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ 2021 ਲਈ ਕਿਸ ਦੇਸ਼ ਨੂੰ ਰਾਜਦੂਤ ਆਪਣਾ ਰਾਸ਼ਟਰਪਤੀ ਚੁਣਿਆ ਹੈ? ਕਿਸ ਦੇਸ਼ ਦੇ ਰਾਜਦੂਤ ਨੂੰ, ਕਿਸ ਦੇਸ਼ ਦੇ ਅੰਬੈਸਡਰ ਨੂੰ ਉਹਦਾ ਪ੍ਰੈਜ਼ੀਡੈਂਟ ਲਾਤਾ? ਬਈ ਇਹਨੂੰ ਲੈ ਕੇ ਬੜਾ ਰੌਲਾ ਪਿਆ UN ਹਿਊਮਨ ਰਾਈਟਸ ਕਾਊਂਸਲ ਦੇ ਵਿੱਚ, ਠੀਕ ਹੈ। ਪਹਿਲਾਂ ਤਾਂ ਇਹ ਪਤਾ ਹੋਵੇ ਕਿ UN ਹਿਊਮਨ ਰਾਈਟਸ ਕਾਊਂਸਲ ਕਿੱਥੇ ਹੈ। ਇਹ ਹੈਗੀ ਹੈ ਜਨੇਵਾ 'ਚ। ਇਹ ਬਾਹਲੀ ਪੁਰਾਣੀ ਨਹੀਂ ਹੈਗੀ, 2004 'ਚ ਹੀ ਬਣਾਈ ਸੀ ਕਿ ਹਿਊਮਨ ਰਾਈਟਸ ਜਿਹੜੇ ਸਾਡੇ ਮਨੁੱਖੀ ਅਧਿਕਾਰ ਨੇ, ਕਿਤੇ ਇਹਨਾਂ ਦਾ ਉਲੰਘਣ ਨਾ ਹੁੰਦਾ ਹੋਵੇ ਤਾਂ ਬੰਦਾ ਇੰਟਰਨੈਸ਼ਨਲ ਲੈਵਲ 'ਤੇ ਵੀ ਇਹ ਆਵਾਜ਼ ਖੜੀ ਕਰ ਸਕਦਾ। ਜਿਵੇਂ ਹਮੇਸ਼ਾ ਆਪਾਂ ਵੇਖਦੇ ਹਾਂ ਕਿ ਅੱਜ ਜੰਮੂ ਕਸ਼ਮੀਰ ਨੂੰ ਲੈ ਕੇ ਪਿੱਛੇ ਦੇ ਕਿੰਨਾ ਰੌਲਾ ਰਿਹਾ ਕਿ ਉੱਥੇ ਹਿਊਮਨ ਰਾਈਟ ਵਾਇਲੇਸ਼ਨ ਹੋ ਰਹੀ ਹੈ, ਹੈ ਨਾ, ਤਾਂ ਇਹੀ ਬੰਦੇ ਭੇਜ ਸਕਦੇ ਹੁੰਦੇ ਨੇ UN ਵਾਲੇ ਚੈੱਕ ਕਰਨ ਵਾਸਤੇ। ਹੁਣ ਇੱਥੇ ਰੌਲਾ ਪੈ ਗਿਆ ਕਿ ਕਿਹਨੂੰ ਪ੍ਰਧਾਨ ਲਾਇਆ ਜਾਵੇ। ਫਿਰ ਬੜੀ ਮੁਸ਼ਕਿਲ ਨਾਲ ਇਹਨਾਂ ਨੇ ਸੋਲਿਊਸ਼ਨ ਕੱਢਿਆ, ਤਾਂ ਆਨਸਰ ਇਹਦਾ ਯਾਦ ਰੱਖੋ, ਇਹਦਾ ਆਨਸਰ ਹੈਗਾ ਫਿਜੀ। ਫਿਜੀ ਦਾ ਜਿਹੜਾ ਮਤਲਬ ਹਰ ਦੇਸ਼ ਦਾ UN ਦੇ ਵਿੱਚ ਇੱਕ ਰਿਪਰੈਜ਼ੈਂਟੇਟਿਵ ਭੇਜਿਆ ਹੋਇਆ, ਆਪਣਾ ਵੀ ਮੈਂ ਦੱਸਿਆ ਸੀ ਪਿਛਲੇ ਲੈਕਚਰ 'ਚ, ਯਾਦ ਕਰਿਓ ਕਿ ਉਸ ਬੰਦੇ ਦਾ ਨਾਮ ਕੀ ਹੈ। ਤਾਂ ਐਵੇਂ ਜਿਹੜਾ ਬੰਦਾ ਇਹਨਾਂ ਦਾ ਫਿਜੀ ਦਾ, ਉਹਦਾ ਨਾਮ ਹੈਗਾ ਨਜ਼ਹਤ ਸਹੀਮ ਖਾਨ, ਕੁਛ ਨਹੀਂ ਲੈਣਾ ਯਾਦ ਕਰਕੇ। ਤਾਂ ਫਿਜੀ ਦਾ ਉਸ ਬੰਦੇ ਨੂੰ ਪ੍ਰਧਾਨਗੀ ਦਿੱਤੀ, ਪ੍ਰੈਜ਼ੀਡੈਂਟਸ਼ਿਪ ਦਿੱਤੀ। ਪਰ ਫਿਜੀ ਦੇ ਬਾਰੇ 2-4 ਗੱਲਾਂ ਯਾਦ ਕਰ ਲਿਓ। ਫਿਜੀ ਦੀ ਕੈਪੀਟਲ ਕੀ ਹੈ? ਸੂਬਾ। ਸੂਬਾ ਇਹਦੀ ਕੈਪੀਟਲ ਹੈ। ਕਰੰਸੀ ਪੁੱਛੀ ਜਾਵੇ ਤਾਂ ਕਰੰਸੀ ਦਾ ਨਾਮ ਹੈਗਾ ਫਿਜੀਅਨ ਡਾਲਰ। ਹੁਣ ਇਹ ਅਮਰੀਕਨ ਡਾਲਰ ਦੇ ਬਰਾਬਰ ਤਾਂ ਨਹੀਂ ਹੈਗੀ, ਪਰ ਨਾਮ ਡਾਲਰ ਹੈ ਤਾਂ ਹੁਣ ਕੀ ਕਰ ਸਕਦੇ ਹਾਂ। ਲਓ ਜੀ ਅਗਲਾ ਸਵਾਲ 31ਵਾਂ, ਰੀਸੈਂਟਲੀ ਓਪਨ ਸਕਾਈਜ਼ ਟਰੀਟੀ ਦੇ ਵਿੱਚੋਂ ਕਿਹਨੇ ਪੁੱਲ ਆਊਟ ਕਰ ਲਿਆ? ਬਹੁਤ ਵਧੀਆ ਸਵਾਲ ਹੈ। ਓਪਨ ਸਕਾਈਜ਼ ਟਰੀਟੀ ਨਾਲ ਇੱਕ ਟਰੀਟੀ ਹੋਈ ਸੀਗੀ, ਬੇਸਿਕਲੀ ਇਹਦੇ ਵਿੱਚ ਕਾਫੀ ਦੇਸ਼ ਆਉਂਦੇ ਨੇ। ਓਪਨ ਸਕਾਈ ਟਰੀਟੀ ਦੇ ਵਿੱਚ 34 ਪਾਰਟੀਆਂ ਨੇ। ਜ਼ਿਆਦਾਤਰ ਕਿਹੜੇ ਦੇਸ਼ ਨੇ? ਜ਼ਿਆਦਾਤਰ ਦੇਸ਼ ਜਿਵੇਂ ਇੱਕ ਤਾਂ USA ਸੀ, ਰਸ਼ੀਆ ਸੀ, ਇਹਦੇ ਤੋਂ ਇਲਾਵਾ ਜਿਹੜੀਆਂ ਨਾਟੋ ਕੰਟਰੀਜ਼ ਨੇ, ਨਾਟੋ ਦੇ ਵਿੱਚ ਯੂਰਪੀਅਨ ਕੰਟਰੀਆਂ ਜ਼ਿਆਦਾ ਆ ਜਾਂਦੀਆਂ ਨੇ। ਨਾਟੋ ਇੱਕ ਸੰਸਥਾ, ਉਹਦੇ ਵਿੱਚ ਯੂਰਪੀਅਨ ਕੰਟਰੀਜ਼ ਆ ਜਾਂਦੀਆਂ ਨੇ। ਇਹਨਾਂ ਨੇ ਰਲ ਕੇ ਇਹ ਬਣਾਈ ਸੀ। ਕੀ ਸੀ ਇਹਦਾ ਆਬਜੈਕਟਿਵ? ਕਿ ਸਾਰਿਆਂ ਨੇ ਇੱਕ ਦੂਜੇ ਲਈ ਜਿਹੜੇ ਸਾਡੇ ਕੋਲੇ ਅਨਮੈਨਡ ਏਰੀਅਲ ਵਹੀਕਲ ਹੁੰਦੇ ਨੇ, ਠੀਕ ਹੈ, ਮਤਲਬ ਹਵਾ ਦੇ ਵਿੱਚੋਂ ਜਿਵੇਂ ਉਹ ਨਹੀਂ ਤੁਸੀਂ ਡਰੋਨ ਜੇ ਛੱਡਦਾ ਨੇ ਉੱਤੇ ਹਵਾ 'ਚ, ਕੋਈ ਉਹਨਾਂ 'ਚ ਡਰਾਈਵਰ ਨਹੀਂ ਹੁੰਦਾ, ਕੋਈ ਅਸਲਾ ਨਹੀਂ ਉੱਤੇ, ਕੋਈ ਇਹ ਵੀ ਨਹੀਂ ਹੈਗਾ ਕਿ ਅਸਲੇ ਵਾਲੇ ਹੁੰਦੇ ਨੇ, ਐਂ ਹੁੰਦੇ ਨੇ। ਮਤਲਬ ਤੁਸੀਂ ਇੱਕ ਦੂਜੇ ਦੇ ਦੇਸ਼ 'ਚ ਭੇਜ ਸਕਦੇ ਹੋ। ਸਕਾਈ ਸਾਰਿਆਂ ਲਈ ਓਪਨ ਨੇ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕਿੱਥੇ ਮਿਲਟਰੀ ਲਾਈ ਹੋਈ ਹੈ, ਕਿੱਥੇ ਕੁਛ ਲਾਇਆ ਹੋਇਆ, ਤਾਂ ਕਿ ਇੱਕ ਦੂਜੇ ਨਾਲ ਮਿਸਅੰਡਰਸਟੈਂਡਿੰਗ, ਜਿਹੜਾ ਸ਼ੱਕ ਆ ਇੱਕ ਦੂਜੇ ਦੇ ਉੱਤੇ, ਉਹ ਖਤਮ ਹੋ ਜੇ। ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਆਪਸ 'ਚ ਇੱਕ ਸਮਝੌਤਾ ਕੀਤਾ ਸੀ। ਟਰੰਪ ਦੇ ਟਾਈਮ 'ਤੇ ਪਹਿਲਾਂ USA ਨਿਕਲ ਗਿਆ, ਹੁਣ ਉਹੀ ਹਵਾਲਾ ਦੇ ਕੇ ਕਿ USA ਨਿਕਲ ਗਿਆ ਸੀ, ਉਹਨੇ ਤੋੜਤੀ ਇਹ ਟਰੀਟੀ, ਇਹ ਕਹਿ ਕੇ ਰਸ਼ੀਆ ਬਾਹਰ ਨਿਕਲ ਗਿਆ। ਤਾਂ ਇਹ ਆਪਣੇ ਆਪ 'ਚ ਇੰਪੋਰਟੈਂਟ ਹੈ ਕਿ ਓਪਨ ਸਕਾਈਜ਼ ਟਰੀਟੀ ਦੇ ਉੱਤੇ ਪੁੱਛਿਆ ਜਾ ਸਕਦਾ। 2002 ਦੇ ਵਿੱਚ ਇਹ ਫੋਰਸ 'ਚ ਆਈ ਸੀ ਟਰੀਟੀ ਜਿਹੜੀ, ਤਾਂ ਮੈਨੂੰ ਲੱਗਦਾ 18 ਸਾਲ ਹੀ ਚੱਲੀ ਹੈ ਟਰੀਟੀ। ਤਾਂ ਹਜੇ ਵੀ ਹੈਗੀ ਹੈ, ਪਰ ਇਹ ਹੈ ਕਿ ਮੇਨ ਦੋ ਪਾਵਰਾਂ ਜਿਨ੍ਹਾਂ ਕਰਕੇ ਰੌਲਾ ਸੀ ਉਹ ਤਾਂ ਨਿਕਲ ਹੀ ਗਈਆਂ। ਤਾਂ ਹੁਣ ਟਰੀਟੀ ਫਿਰ ਕਿੰਨੀ ਕੁ ਇਫੈਕਟਿਵ ਰਹਿ ਗਈ ਆਪਣੇ ਆਪ ਦੇਖ ਹੀ ਸਕਦੇ ਹਾਂ। ਅਗਲਾ ਸਵਾਲ 32ਵਾਂ, DRDO ਨੇ ਇੱਕ ਮੋਟਰ ਬਾਈਕ ਐਂਬੂਲੈਂਸ ਬਣਾਇਆ, ਦੇਖ ਸਕਦੇ ਹੋ ਇੱਥੇ ਬੰਦੇ ਨੂੰ ਬਿਠਾ ਕੇ ਐਂਬੂਲੈਂਸ ਦੇ ਤੌਰ 'ਤੇ ਕੰਮ ਕਰੂਗਾ, ਠੀਕ ਹੈ। ਐਂਬੂਲੈਂਸ ਰਕਸ਼ਿਤਾ ਉਹਦਾ ਨਾਮ ਰੱਖਿਆ। ਕਿਹਨੂੰ ਦੇਣ ਵਾਸਤੇ ਬਣਾਇਆ ਇਹ? ਕਿਹਨੂੰ ਹੈਂਡ ਓਵਰ ਕਰਤਾ? ਸਵਾਲ ਇਹ ਹੈ CRPF ਨੂੰ।
ਇਹ ਮੈਂ ਪਿਛਲੇ ਲੈਕਚਰ 'ਚ ਦੱਸ ਚੁੱਕਿਆ ਕਿਹੜੀ ਬਾਰਡਰ ਤੇ ਬਹਿੰਦੀ ਹੈ, ਤਾਂ ਇਹ ਜ਼ਰੂਰ ਯਾਦ ਰੱਖਿਓ, ਠੀਕ ਹੈ। ਤਾਂ CRPF ਲਈ ਬਣਾਇਆ। ਅੱਗੇ ਆ ਜਾਓ। ਕੰਟਰੀ ਦਾ ਪਹਿਲਾ ਇੰਡੀਜੀਨੀਅਸ ਡਰਾਈਵਰਲੈਸ ਮੈਟਰੋ ਕਾਰ। ਹੁਣ ਇੱਥੇ ਕਾਰ ਦਾ ਮਤਲਬ ਇਹ ਨਹੀਂ ਕਿ ਕਾਰ ਬਣਾਤੀ ਇਹਨਾਂ ਨੇ, ਮੈਟਰੋ ਕਾਰ ਬੇਸਿਕਲੀ ਇੱਕ ਟ੍ਰੇਨ ਨੂੰ ਹੀ ਕਿਹਾ। ਉਹ ਡਿਵੈਲਪ ਕੀਤੀ ਹੈ ਅਮੰਗ ਦਾ ਫੋਲੋਇੰਗ। ਦੇਸ਼ ਦੀ ਪਹਿਲੀ ਸਵਦੇਸ਼ੀ ਡਰਾਈਵਰ ਰਹਿਤ ਮੈਟਰੋ ਕਾਰ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਬਣਾਇਆ ਗਿਆ ਹੈ, ਇਹ ਦੱਸਣਾ, ਠੀਕ ਹੈ। ਤਾਂ ਆਨਸਰ ਇਹਦਾ ਕੀ ਹੈ ਕਰੈਕਟ, ਦੱਸੋ ਜਰਾ, ਕਿਹਦੇ ਦੁਆਰਾ ਬਣਾਇਆ ਗਿਆ, ਠੀਕ ਹੈ। ਤਾਂ ਕਰੈਕਟ ਆਨਸਰ ਇੱਥੇ ਜਿਹੜਾ ਇਹਦਾ ਬਣਦਾ ਦੈਟ ਇਜ਼ ਬੇਲ, ਬੇਲ ਦੁਆਰਾ ਬਣਾਇਆ ਗਿਆ। ਤਾਂ ਧਿਆਨ 'ਚ ਰੱਖਿਓ, ਤਾਂ ਕਰੈਕਟ ਆਨਸਰ ਇਜ਼ ਬੇਲ। ਤਾਂ ਇਹਨੂੰ ਇਨੋਗਰੇਟ ਕੀਤਾ ਸਾਡੇ ਰਕਸ਼ਾ ਮੰਤਰੀ, ਠੀਕ ਹੈ, ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ, ਆ ਦੇਖ ਸਕਦੇ ਹੋ। ਲਓ ਜੀ ਅੱਗੇ ਆ ਜਾਓ ਅਗਲੇ ਕੁਐਸਚਨ 'ਤੇ। 34ਵਾਂ ਕੁਐਸਚਨ ਕੀ ਕਹਿੰਦਾ ਕਿ ਵਿਚ ਆਫ ਦਾ ਫੋਲੋਇੰਗ, ਵਿਚ ਸਟੇਟ ਲਾਂਚਡ ਵਨ ਸਕੂਲ ਵਨ IAS, ਮੋਸਟ ਇੰਪੋਰਟੈਂਟ ਕੁਐਸਚਨ, ਠੀਕ ਹੈ। ਇੱਕ ਸਕੂਲ ਇੱਕ IAS ਸਕੀਮ ਫॉर ਫਾਈਨੈਂਸ਼ੀਅਲੀ ਵੀਕ ਸਟੂਡੈਂਟਸ। ਮਤਲਬ ਕਿ ਇਹ ਸਟੇਟ ਨੇ ਕੀ ਫੈਸਲਾ ਲਿਆ ਹੈ, ਇਹਨੇ ਇਹ ਫੈਸਲਾ ਲਿਆ ਹੈ ਕਿ ਫ੍ਰੀ ਕੋਚਿੰਗ ਦਿੱਤੀ ਜਾਊਗੀ IAS PCS ਦੀ, ਜਿਹੜੇ PCS ਤਾਂ ਉਹੀ ਆ ਗਿਆ ਵਿੱਚ ਦਿਮਾਗ 'ਚ, IAS ਦੀ ਯਾਨੀ ਕਿ UPSC ਦੇ ਪੇਪਰਾਂ ਦੀ ਤੁਸੀਂ ਕਹਿ ਸਕਦੇ ਹੋ, ਜਿਹੜੇ ਸਾਡੇ ਕੋਲੇ ਯਾਨੀ ਕਿ ਮੈਰੀਟੋਰੀਅਸ ਗਰੀਬ ਬੱਚੇ ਨੇ ਉਹਨਾਂ ਵਾਸਤੇ ਸਕੂਲਾਂ ਦੇ ਵਿੱਚ ਹੀ ਉਹਨਾਂ ਨੂੰ ਕੋਚਿੰਗ ਦਿੱਤੀ ਜਾਊਗੀ, ਠੀਕ ਹੈ। ਤਾਂ ਕਿ ਇੱਕ ਸਕੂਲ 'ਚੋਂ ਘੱਟੋ ਘੱਟ ਇੱਕ IAS ਤਾਂ ਕੱਢਿਆ ਹੀ ਜਾਵੇ। ਇਹਨਾਂ ਦਾ ਇਹ ਮੇਨ ਆਬਜੈਕਟਿਵ ਲੈ ਕੇ ਚੱਲੇ ਨੇ। ਇਹੋ ਜਿਹਾ ਉਪਰਾਲਾ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਸਾਰਿਆਂ 'ਚੋਂ ਜੇ ਕੰਪੇਅਰ ਕਰ ਲਓ ਐਜੂਕੇਸ਼ਨ ਸਿਸਟਮ ਤਕੜਾ ਕਿਹੜੀ ਸਟੇਟ ਦਾ, ਕੇਰਲਾ ਦਾ ਹੀ ਤਕੜਾ ਹੈਗਾ, ਠੀਕ ਹੈ। ਤਾਂ ਕੇਰਲਾ ਦਾ ਤੁਸੀਂ ਕਹਿ ਸਕਦੇ ਹੋ। ਅਤੇ ਕੇਰਲਾ ਦੀ ਜੇ ਹੋਰ ਗੱਲ ਕਰ ਲਈਏ, ਗਵਰਨਰ ਕੌਣ ਹੈ ਕੇਰਲਾ ਦਾ, ਯਾਦ ਰੱਖਿਓ ਆਰਿਫ ਮੁਹੰਮਦ ਖਾਨ। CM ਕੌਣ ਹੈ ਇਹ ਤੁਸੀਂ ਦੱਸ ਦਿਓ, ਚਲੋ ਮੈਨੂੰ ਕੁਛ ਤੁਸੀਂ ਵੀ ਦੱਸ ਦਿਓ, ਹੁਣ ਸਾਰੀਆਂ ਚੀਜ਼ਾਂ ਮੈਂ ਹੀ ਦੱਸਣੀਆਂ। ਤਾਂ CM ਕਮੈਂਟ ਬਾਕਸ 'ਚ ਲਿਖ ਦਿਓ ਕਿ ਕੇਰਲਾ ਦਾ ਕੌਣ ਹੈ, ਇਹ ਵੀ ਬੰਦਾ ਨਿਊਜ਼ 'ਚ ਹੀ ਰਹਿੰਦਾ ਹਮੇਸ਼ਾ। ਅਗਲਾ ਸਵਾਲ ਆ ਜਾਓ 35ਵਾਂ। ਇਹਨਾਂ 'ਚੋਂ ਕਿਹੜੀ ਕੰਪਨੀ ਹੈ ਜਿਹਨੇ ਹੁਣੀ ਸੂਚੀਬੱਧ ਵੱਡੀ ਕੰਪਨੀ ਸ਼੍ਰੇਣੀ ਵਿੱਚ ਬੀਮੇ ICSI ਨੈਸ਼ਨਲ ਅਵਾਰਡਾਂ ਵਿੱਚ ਕਿਸ ਕੰਪਨੀ ਨੇ ਸਰਵੋਤਮ ਗਵਰਨਰਡ ਕੰਪਨੀ, ਠੀਕ ਹੈ, ਗਵਰਨਡ ਕੰਪਨੀ ਐਲਾਨਿਆ, ਅੰਗਰੇਜ਼ੀ 'ਚ ਪੜ੍ਹਦੇ ਹਾਂ। ਕਿਹੜੀ ਕੰਪਨੀ ਨੂੰ ਬੈਸਟ ਗਵਰਨਡ ਕੰਪਨੀ, ਮਤਲਬ ਉਹਦਾ ਅੰਦਰਲਾ ਸਿਸਟਮ ਬਹੁਤ ਵਧੀਆ ਗਵਰਨੈਂਸ ਦਾ, ਬੀਮੀ ICSI ਨੈਸ਼ਨਲ ਅਵਾਰਡਾਂ ਦੇ ਵਿੱਚ ਅਵਾਰਡ ਦਿੱਤਾ ਗਿਆ, ਇਹ ਕੁਐਸਚਨ ਹੈ। ਕਰੈਕਟ ਆਨਸਰ ਆ ITC। ਸਾਡੀ ITC ਜਾਇੰਟ ਬੜੀ ਵੱਡੀ ਕੰਪਨੀ ਹੈ। ਇਹਨਾਂ ਨੂੰ ਇਹ ICSI ਕੀ ਚੀਜ਼ ਹੈ, ਠੀਕ ਹੈ, ICSI ਦੀ ਫੁੱਲ ਫਾਰਮ ਹੈਗੀ ਇੰਸਟੀਟਿਊਟ ਆਫ ਕੰਪਨੀ ਸੈਕਰੇਟਰੀਜ਼ ਆਫ ਇੰਡੀਆ। ਅਤੇ ਇਹ ਅਵਾਰਡ ਪਤਾ ਕਿਹਨੇ ਦਿੱਤਾ, ਖਾਸ ਗੱਲ ਤਾਂ ਇਹ ਹੈ AK ਸਿਕਰੀ ਨੇ, ਨਾਮ ਤਾਂ ਸ਼ਾਇਦ ਤੁਸੀਂ ਸੁਣਿਆ ਹੋਊ, ਪੁਰਾਣੇ ਜਸਟਿਸ ਸੀ ਆਪਣੇ ਸੁਪਰੀਮ ਕੋਰਟ ਦੇ, ਠੀਕ ਹੈ। ਬਾਅਦ ਦੇ ਵਿੱਚ ਮੋਦੀ ਸਰਕਾਰ ਨੇ ਇਹਨਾਂ ਨੂੰ ਖੁਸ਼ ਕਰਨ ਵਾਸਤੇ ਸਿੰਗਾਪੁਰ ਦੇ ਵਿੱਚ ਇੱਕ ਇੰਟਰਨੈਸ਼ਨਲ ਕਮਰਸ਼ੀਅਲ ਕੋਰਟ ਹੈ, ਕਮਰਸ਼ੀਅਲ ਕੋਰਟ, ਉਹਦੇ ਜੱਜ ਲਵਾਤਾ ਸੀ। ਤਾਂ ਇਸ ਟਾਈਮ ਸਿੰਗਾਪੁਰ ਦੇ ਇੰਟਰਨੈਸ਼ਨਲ ਕਮਰਸ਼ੀਅਲ ਕੋਰਟ ਦੇ ਵਿੱਚ ਜੱਜ ਨੇ ਇਹ, ਠੀਕ ਹੈ। ਇਹ ਵੀ ਯਾਦ ਰੱਖੋ, ਪੇਪਰ 'ਚ ਪੁੱਛਿਆ ਜਾ ਸਕਦਾ। AK ਸਿਕਰੀ, ਇਹਨਾਂ ਨੇ ਜੱਜਮੈਂਟ ਕੀਤੀ, ਜੱਜ ਵੀ ਇਹੀ ਬਣਾਏ ਹੋਏ ਸੀ ਵੀ ਕਿਹੜੀ ਕੰਪਨੀ ਬੈਸਟ ਹੋਣੀ ਚਾਹੀਦੀ ਆ, ਜੋ ਡਾਟਾ ਪੇਸ਼ ਕੀਤਾ ਸੀ ਉਹਦੇ ਅਕੋਰਡਿੰਗਲੀ, ਅਤੇ ਇਹਨਾਂ ਨੇ ਅਵਾਰਡ ਦਿੱਤਾ। ਤਾਂ ਦੋਨੋਂ ਗੱਲਾਂ ਯਾਦ ਹੋਣ। Nord Stream 2 ਪਾਈਪਲਾਈਨ ਨਿਊਜ਼ ਦੇ ਵਿੱਚ ਸੀਗੀ। ਇਹ ਪਾਈਪਲਾਈਨ ਰਿਲੇਟਿਡ ਟੂ ਕਿਹੜੇ ਕੰਟੀਨੈਂਟ ਦੇ ਨਾਲ ਰਿਲੇਟਡ ਹੈ, ਆਹ ਦੇਖੋ, ਆਹ ਜਾ ਰਹੀ ਹੈ ਜੀ, ਇੱਥੋਂ ਸ਼ੁਰੂ ਹੁੰਦੀ ਆ ਰਸ਼ੀਆ ਦੇ ਵਿੱਚੋਂ, ਆਹ ਜਾ ਰਹੀ ਆ ਬਾਲਟਿਕ ਸੀ ਦੇ ਵਿੱਚ ਦੀ ਹੁੰਦੀ ਅਤੇ ਇੱਥੇ ਪਹੁੰਚ ਗਈ ਜਰਮਨੀ ਦੇ ਵਿੱਚ। ਤਾਂ ਮੇਨਲੀ ਜਰਮਨ ਅਤੇ ਰਸ਼ੀਆ ਦੇ ਵਿੱਚ ਇਹ ਨਾਲ ਆ ਸਾਰਾ ਕਵਰ ਹੁੰਦੀ ਜਾ ਰਹੀ ਹੈ। ਇਹਨੂੰ Nord 2 ਸਟਰੀਮ ਲਾਈਨ ਕਿਹਾ ਗਿਆ। ਖਾਸਾ ਚਿਰ ਵਿਚਾਰੀ ਲਟਕਦੀ ਰਹੀ ਕਿਉਂਕਿ ਟਰੰਪ ਖਿਲਾਫ ਸੀ। ਉਹ ਕਹਿੰਦਾ ਜੇ ਇਹ ਤੁਸੀਂ ਪਾਓਗੇ ਮੈਂ ਸੈਂਕਸ਼ਨਾਂ ਲਾ ਦੂੰਗਾ ਤੁਹਾਡੇ 'ਤੇ। ਇਹਨਾਂ ਨੂੰ ਕਹਿੰਦਾ ਯੂਰਪੀਅਨ ਕੰਟਰੀਜ਼ ਨੂੰ, ਸਾਰੀਆਂ ਯੂਰਪੀਅਨ ਕੰਟਰੀਜ਼ ਤਾਂ ਹੈਗੀਆਂ ਨੇ, ਉਹਨਾਂ ਚਿਰ ਵਿੱਚ ਹੀ ਪ੍ਰੋਜੈਕਟ ਲਟਕਦਾ ਸੀ, ਹੁਣ ਆਖਿਰਕਾਰ ਪੂਰਾ ਹੋ ਗਿਆ, ਠੀਕ ਹੈ। ਤਾਂ ਹੁਣ ਇਹ ਮੇਨਲੀ ਇਹਦੇ ਥਰੂ ਟਰਾਂਸਫਰ ਕੀ ਹੋਊਗਾ, ਤਾਂ ਪਾਈਪਲਾਈਨ ਹੈ, ਤਾਂ ਪਾਈਪਲਾਈਨ ਥਰੂ ਜ਼ਿਆਦਾਤਰ ਰਸ਼ੀਆ ਦੇ ਵਿੱਚ ਨੈਚੁਰਲ ਗੈਸ ਹੀ ਨਿਕਲਦੀ ਹੈ। ਤਾਂ ਨੈਚੁਰਲ ਗੈਸ ਅੰਡਰਲਾਈਨ ਰਸ਼ੀਆ ਤੋਂ ਜਰਮਨੀ ਨੂੰ ਪਾਈ ਜਾਊਗੀ, ਠੀਕ ਹੈ। ਤਾਂ ਬਾਲਟਿਕ ਸੀ ਦੇ ਥਰੂ ਰਸ਼ੀਆ ਯੂਰਪ ਵਿੱਚ ਦੀ ਹੋ ਕੇ ਇਹ ਨਿਕਲੂਗੀ। ਤਾਂ ਕੁਐਸਚਨ ਆਨਸਰ ਕੀ ਹੋਗਾ, ਕੰਟੀਨੈਂਟ ਯੂਰਪ, ਕਿਉਂਕਿ ਸਾਰਾ ਯੂਰਪ ਹੀ ਤਾਂ ਹੈਗਾ। ਮੈਂ ਕੰਟਰੀਆਂ ਵੀ ਦੱਸਦੀਆਂ ਕਿ ਕਿਹਨੂੰ ਜੋੜ ਰਿਹਾ ਹੈ। ਹੁਣ ਇੱਥੇ ਬੜੇ ਸਵਾਲ ਪੈਦਾ ਹੋ ਗਏ ਆਹ ਛੋਟੇ ਜਿਹੇ ਮੈਪ ਦੇ ਵਿੱਚੋਂ। ਜੇ ਆਪਾਂ ਦੇਖੀਏ, ਪਹਿਲਾ ਸਵਾਲ ਤਾਂ ਮੈਨੂੰ ਇਹ ਦੱਸ ਦਿਓ ਕਿ ਤੁਸੀਂ ਆਹ ਬਾਲਟਿਕ ਸੀ ਆ ਰਹਿ ਗਿਆ, ਬਾਲਟਿਕ ਕੰਟਰੀਜ਼ ਕਿਹੜੀਆਂ ਨੇ, ਬਾਲਟਿਕ ਕੰਟਰੀਜ਼ ਕਿਹਨੂੰ ਕਿਹਾ ਜਾਂਦਾ। ਪਹਿਲਾ ਸਵਾਲ ਤਾਂ ਇਹ ਹੈ। ਦੇਖੋ ਬਾਲਟਿਕ ਕੰਟਰੀਜ਼ ਪਤਾ ਕਿਹਨੂੰ ਕਿਹਾ ਜਾਂਦਾ, ਬੇਸਿਕਲੀ ਆਹ ਬਾਲਟਿਕ ਸੀ ਹੈ, ਤਾਂ ਇਹਦੇ ਨਾਲ ਕਿਹੜੀਆਂ ਲੱਗਦੀਆਂ ਨੇ, ਐਸਟੋਨੀਆ, ਲੈਟਵੀਆ ਅਤੇ ਲਿਥੁਆਨੀਆ।
ਲੈਟਵੀਆ, ਐਸਟੋਨੀਆ, ਇਹ ਤਿੰਨੇ ਬਾਲਟਿਕ ਕੰਟਰੀਆਂ ਕਹਾਉਂਦੀਆਂ ਨੇ। ਆਹ ਜਿਹੜਾ ਵਿੱਚ ਇੱਥੇ ਦੇ ਏਰੀਆ, ਇਹਨੂੰ ਆਹ ਜਿਹੜਾ ਪਾਣੀ ਜਾ, ਇਹਦਾ ਨਾਮ ਵੀ ਯਾਦ ਰੱਖਿਓ, ਪੇਪਰ ਪੁੱਛ ਲੈਂਦਾ ਹੈ। ਇਹਦਾ ਨਾਮ ਹੈਗਾ ਗਲਫ ਆਫ ਰੀਗਾ, ਗਲਫ ਆਫ ਰੀਗਾ, ਧਿਆਨ 'ਚ ਰੱਖਿਓ। ਇੰਟਰਨੈਸ਼ਨਲ ਜਦੋਂ ਕੁਐਸਚਨ ਪੁੱਛੇ ਜਾਂਦੇ ਨੇ ਨਾ ਜਿਓਗ੍ਰਾਫੀ 'ਤੇ ਇਹੋ ਜਿਹੇ ਸਵਾਲ ਬਣਦੇ ਨੇ। ਹੁਣ ਇੱਥੋਂ ਹੀ ਇੱਕ ਸਵਾਲ ਨਿਕਲ ਜਾਂਦਾ ਕਿ ਇੱਕ ਨੌਰਡਿਕ ਕੰਟਰੀਜ਼ ਨੇ। ਨੌਰਡਿਕ ਕੰਟਰੀਜ਼ ਕਿਹਨਾਂ ਨੂੰ ਕਿਹਾ ਜਾਂਦਾ? ਨੌਰਡਿਕ ਕੰਟਰੀਜ਼ ਦੇ ਵਿੱਚ ਕਿਹੜੀਆਂ ਕਿਹੜੀਆਂ ਆਉਂਦੀਆਂ ਨੇ? ਡੈਨਮਾਰਕ, ਨੌਰਵੇ, ਠੀਕ ਆ, ਦਿਖੀ ਰਹੀਆਂ ਨੇ। ਨੌਰਵੇ, ਸਵੀਡਨ ਵੀ ਆਉਂਦੀ ਹੈ, ਡੈਨਮਾਰਕ ਵੀ ਆਉਂਦੀ ਹੈ, ਫਿਨਲੈਂਡ ਵੀ ਆਉਂਦੀ ਹੈ, ਆਈਸਲੈਂਡ ਵੀ ਆਉਂਦੀ ਹੈ, ਉੱਪਰ ਰਹਿ ਗਈਆਂ। ਫਿਨਲੈਂਡ ਤਾਂ ਆ ਰਹੀ, ਆਈਸਲੈਂਡ ਥੋੜ੍ਹੀ ਸਾਈਡ 'ਤੇ ਰਹਿ ਗਈ। ਆਈਸਲੈਂਡ ਵੀ ਆਉਂਦੀ ਹੈ, ਗ੍ਰੀਨਲੈਂਡ ਵੀ ਆਉਂਦੀ ਹੈ। ਇੱਕ ਤੀਜਾ ਸਵਾਲ ਇੱਥੋਂ ਪੁੱਛਿਆ ਜਾ ਸਕਦਾ, ਹੁਣ ਕਰਨ ਹੀ ਲੱਗਿਆ ਤਾਂ ਉਹ ਵੀ ਪੁੱਛ ਲੈਣਾ। ਸਕੈਂਡੀਨੇਵੀਅਨ ਕੰਟਰੀਜ਼, ਸਕੈਂਡੀਨੇਵੀਅਨ ਇੱਥੇ ਇੱਕ ਪਹਾੜੀਆਂ ਨੇ ਜਿਹਦੇ ਤੋਂ ਇਹਨਾਂ ਨੂੰ ਸਕੈਂਡੀਨੇਵੀਅਨ ਬੋਲਿਆ ਜਾਂਦਾ, ਇੱਕ ਰੇਂਜ ਹੈ ਪਹਾੜੀਆਂ ਦੀ। ਸਕੈਂਡੀਨੇਵੀਅਨ ਕੰਟਰੀਜ਼ ਤਿੰਨ ਹੀ ਨੇ, ਯਾਦ ਰੱਖਿਓ, ਸਵੀਡਨ, ਨੌਰਵੇ ਅਤੇ ਤੀਜੀ ਸਾਡੇ ਕੋਲ ਹੈਗੀ ਆ ਡੈਨਮਾਰਕ। ਆ ਰਹੀ ਡੈਨਮਾਰਕ। ਤਾਂ ਆਹ ਤਿੰਨੇ ਸਕੈਂਡੀਨੇਵੀਅਨ ਕੰਟਰੀਜ਼ ਨੇ। ਇਹ ਤਿੰਨੋਂ ਸਵਾਲ ਕਿਸੇ ਨਾ ਕਿਸੇ ਪੇਪਰ 'ਚ ਤਾਂ ਆਉਣ ਦੇ ਫੁੱਲ ਚਾਂਸਸ ਹੁੰਦੇ ਆ। ਸਕੈਂਡੀਨੇਵੀਅਨ, ਨੌਰਡਿਕ ਅਤੇ ਬਾਲਟਿਕ ਕੰਟਰੀਜ਼ ਪੁੱਛੀਆਂ ਜਾ ਸਕਦੀਆਂ। ਤਿੰਨਾਂ ਨੂੰ ਯਾਦ ਰੱਖਿਓ, ਇੱਕੋ ਹੀ ਮੈਪ 'ਚ ਮੈਂ ਸੋਚਿਆ ਸਾਰੀਆਂ ਹੀ ਕਵਰ ਕਰ ਦਿੰਦੇ ਹਾਂ। ਅੱਗੇ ਆ ਜਾਓ। ਰਿਨਾਉਂਡ ਹਿਸਟੋਰੀਅਨ ਅਤੇ ਔਥਰ ਰਾਮਚੰਦਰਾ ਗੁਹਾ, ਬੜਾ ਨਾਮ ਹੈ ਇਹਨਾਂ ਦਾ ਜੀ। ਇਹਨਾਂ ਨੇ ਹੁਣੇ ਇੱਕ ਬੁੱਕ ਲਿਖੀ ਹੈ ਜਿਹੜੀ ਬੜੀ ਨਿਊਜ਼ 'ਚ ਹੈ। ਬੁੱਕ ਦਾ ਨਾਮ ਦੱਸੋ ਕੀ ਹੈ? ਆਹ ਪਈ ਜੀ ਬੁੱਕ ਤੁਹਾਡੀ, ਦ ਕਾਮਨਵੈਲਥ ਆਫ ਕ੍ਰਿਕਟ। ਠੀਕ ਹੈ, ਇੰਪੋਰਟੈਂਟ ਹੈ, ਯਾਦ ਰੱਖ ਲਿਓ। ਔਥਰ ਦਾ ਨਾਮ ਵੀ ਰਾਮਚੰਦਰਾ ਗੁਹਾ ਅਤੇ ਕਿਤਾਬ ਦਾ ਨਾਮ ਵੀ। ਅੱਗੇ ਆ ਗਿਆ 39ਵਾਂ ਕੁਐਸਚਨ 'ਤੇ ਆਪਾਂ। ਅਗਲਾ ਕੁਐਸਚਨ ਸਾਨੂੰ ਕੀ ਕਹਿ ਰਿਹਾ? ਅਗਲੇ ਕੁਐਸਚਨ ਦੇ ਵਿੱਚ ਹੈਗਾ ਕਿ ਵਰਲਡ ਦਾ, ਠੀਕ ਹੈ, ਵਰਲਡ ਦਾ ਰਿਨਾਉਂਡ ਅਤੇ ਮੈਗਸੇਸੇ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ, ਦੇਖ ਲਓ ਕਿੰਨਾ ਕੁਛ ਮਿਲ ਗਿਆ। ਨਾਮ ਕੀ ਸੀ? ਡਾਕਟਰ ਵੀ ਸ਼ਾਂਤਾ। ਆਹਾ ਮਾਈ ਜੀ ਨੇ, ਠੀਕ ਹੈ, ਡਾਕਟਰ ਵੀ ਸ਼ਾਂਤਾ। ਕਹਿਣ ਨੂੰ ਇਹ ਵੀ ਬੜੀ ਮਤਲਬ ਮੰਨੇ ਹੋਏ ਪ੍ਰੋਫੈਸਰ ਸੀ ਇਹ, ਠੀਕ ਹੈ। ਅਤੇ ਕੀ ਸੀ ਇਹ? ਔਨਕੋਲੋਜਿਸਟ। ਔਨਕੋਲੋਜਿਸਟ ਹੁੰਦਾ ਜਿਹੜਾ ਕਿ ਸਟੱਡੀ ਕਰੇ ਕੈਂਸਰ ਦੇ ਉੱਤੇ। ਜਿਹੜੇ ਬੰਦੇ ਕੈਂਸਰ 'ਤੇ ਸਟੱਡੀ ਕਰਦੇ ਨੇ ਉਹਨਾਂ ਨੂੰ ਕੈਂਸਰ ਇੰਸਟੀਟਿਊਟ ਦੇ ਵਿੱਚ ਹੀ ਇਹ ਚੇਅਰਮੈਨ ਦੇ ਤੌਰ 'ਤੇ ਬੜੇ ਸਾਲ ਹੋ ਗਏ ਕੰਮ ਕਰਦੇ ਸੀ, ਠੀਕ ਹੈ। ਤਾਂ ਇਹ ਸੀਗੇ ਯਾਨੀ ਕਿ ਜਿਹੜੇ ਰੀਸੈਂਟਲੀ ਦੇਹਾਂਤ ਹੋ ਗਿਆ ਜਿਨ੍ਹਾਂ ਦਾ। ਤਾਂ ਇਹਨਾਂ ਨੂੰ ਤੁਸੀਂ ਦੇਖੋ ਪਦਮ ਭੂਸ਼ਣ ਵਿਭੂਸ਼ਣ ਸਭ ਕੁਝ ਹੀ ਜਿੱਤੀ ਫਿਰਦੇ ਨੇ। ਤਾਂ ਬੜਾ ਇੰਪੋਰਟੈਂਟ ਕੁਐਸਚਨ ਬਣ ਜਾਂਦਾ। ਇਹਨਾਂ ਦਾ ਨਾਮ ਪੁੱਛਿਆ ਜਾ ਸਕਦਾ, ਡਾਕਟਰ ਵੀ ਸ਼ਾਂਤਾ। ਇਹਨਾਂ ਨੂੰ ਸਪੈਸ਼ਲੀ ਟਵੀਟ ਵੀ ਮੋਦੀ ਜੀ ਨੇ ਕੀਤਾ ਇਹਨਾਂ ਨੂੰ ਲੈ ਕੇ, ਠੀਕ ਹੈ। ਤਾਂ ਯਾਦ ਰਵੇ। ਬਾਕੀ ਆ ਤੁਹਾਨੂੰ ਪਤਾ ਹੋ, ਗਾਇਨਾਕੋਲੋਜਿਸਟ ਲੇਡੀਜ਼ ਦੀਆਂ ਬਿਮਾਰੀਆਂ ਨੂੰ ਲੈ ਕੇ, ਠੀਕ ਹੈ, ਲੇਡੀਜ਼ ਨੂੰ ਲੈ ਕੇ ਗਾਇਨਾਕੋਲੋਜਿਸਟ ਉਹਨਾਂ ਨੂੰ ਹੀ ਬੋਲਿਆ ਜਾਂਦਾ। ਕਾਰਡੀਓਲੋਜਿਸਟ ਹਾਰਟ ਵਾਲੇ ਆ ਗਏ। ਨਿਊਰੋਲੋਜਿਸਟ ਕਿਹੜੇ ਹੁੰਦੇ ਨੇ? ਬ੍ਰੇਨ ਵਾਲੇ ਹੋ ਗਏ ਤੁਹਾਡੇ ਕੋਲ। ਅੱਗੇ ਆ ਜਾਓ। ਫਰੋਮ ਨਾਓ ਔਨਵਰਡਸ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਸੈਲੀਬ੍ਰੇਟ ਹੋਊਗਾ ਐਜ਼ ਵਾਟ? ਹੁਣ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਕਦੋਂ ਜਨਮ ਹੋਇਆ ਸੀ? 23 ਜਨਵਰੀ 1897 ਨੂੰ, ਡੇਟ ਯਾਦ ਰੱਖਿਓ। ਹੁਣ ਤੋਂ ਉਹਨੂੰ ਕਿਹਾ ਕਰਾਂਗੇ ਪਰਾਕਰਮ ਡੇ। ਮੋਸਟ ਇੰਪੋਰਟੈਂਟ ਕੁਐਸਚਨ, ਪਰਾਕਰਮ ਡੇ ਦੇ ਤੌਰ 'ਤੇ ਮਨਾਇਆ ਜਾਊਗਾ, ਯਾਦ ਰੱਖਿਓ। ਬਾਕੀ ਕਿਸੇ ਨੇ ਉਹਨਾਂ ਬਾਰੇ ਕੁਝ ਪੜ੍ਹਨਾ ਹੋਊ ਮੈਂ ਇੱਥੇ ਪਾਤਾ ਮਾਡਰਨ ਹਿਸਟਰੀ ਦੇ ਪੁਆਇੰਟ ਆਫ ਵਿਊ ਤੋਂ, ਕਿਉਂਕਿ ਨਿਊਜ਼ ਦੇ ਵਿੱਚ ਤਾਂ ਆ ਹੀ ਗਏ। ਫਾਰਵਰਡ ਬਲੌਕ ਨਾਮ ਦੀ ਕੰਪਨੀ ਬਣਾਈ ਸੀ, 2 ਵਾਰ ਪ੍ਰਧਾਨਗੀ ਕੀਤੀ ਸੀ ਇਹਨਾਂ ਨੇ ਕਾਂਗਰਸ ਦੀ, 39 ਦੇ ਵਿੱਚ ਅਤੇ 41 ਦੇ ਵਿੱਚ ਜਦੋਂ ਰੌਲਾ ਪਿਆ ਸੀਗਾ, ਠੀਕ ਹੈ। ਤਾਂ ਉਹ ਸਾਰੀ ਤੁਸੀਂ ਮਾਡਰਨ ਹਿਸਟਰੀ ਨੂੰ ਰਿਵਾਈਜ਼ ਕਰ ਸਕਦੇ ਹੋ। ਫਿਰ ਹਿਟਲਰ ਨੂੰ ਮਿਲੇ, ਜੋ ਕੁਛ ਇਹਨਾਂ ਨੇ ਕਰਿਆ, ਆ ਸਾਰਾ ਇੱਥੇ ਲਿਖਿਆ, ਪੜ੍ਹ ਲਿਓ, ਤੁਸੀਂ ਖੁਦ ਪੜ੍ਹ ਸਕਦੇ ਹੋ। ਆ ਜਾਓ ਜੀ ਅੱਗੇ। ਵਿਚ ਸਟੇਟ ਰੀਸੈਂਟਲੀ ਸੈਲੀਬ੍ਰੇਟਡ 43rd ਕੋਕਬੋਰਕ ਡੇ। ਕੋਕਬੋਰਕ ਹੁੰਦਾ ਕੀ ਹੈ ਇਹ? ਪਹਿਲਾਂ ਤਾਂ ਇਹਦੇ ਬਾਰੇ ਪਤਾ ਹੋਵੇ, ਠੀਕ ਹੈ। ਜੇ ਮੈਂ ਗੱਲ ਕਰਾਂ ਬੇਸਿਕਲੀ, ਕੋਕ ਦਾ ਤਾਂ ਮਤਲਬ KOK, ਇਹਦਾ ਤਾਂ ਮਤਲਬ ਹੁੰਦਾ ਲੈਂਗੁਏਜ, ਠੀਕ ਹੈ। ਅਤੇ ਬਰੋਕ ਦਾ ਮਤਲਬ ਹੁੰਦਾ ਪੀਪਲ, ਮਤਲਬ ਇੱਕ ਲੈਂਗੁਏਜ ਬੋਲਣ ਵਾਲੇ ਲੋਕ ਨੇ, ਇਹ ਇਕੱਠੇ ਹੋ ਕੇ ਇੱਕ ਫੈਸਟੀਵਲ ਮਨਾਉਂਦੇ ਨੇ, ਉਹਨੂੰ ਕਹਿੰਦੇ ਨੇ ਕੋਕਬੋਰਕ ਡੇ, ਠੀਕ ਹੈ। ਕਿੱਥੇ ਮਨਾਇਆ ਜਾਂਦਾ? ਤ੍ਰਿਪੁਰਾ ਦੇ ਵਿੱਚ। ਤ੍ਰਿਪੁਰਾ ਦੇ ਵਿੱਚ ਇਹ ਹੈਗਾ, ਨਿਊਜ਼ 'ਚ ਸੀ, ਇੰਪੋਰਟੈਂਟ ਹੈ। ਤ੍ਰਿਪੁਰਾ ਦੀ ਰਾਜਧਾਨੀ ਦੀ ਗੱਲ ਕਰ ਲਈ ਜਾਈਏ ਤਾਂ ਅਗਰਤਲਾ। ਅਗਰਤਲਾ ਇਹਦੀ ਰਾਜਧਾਨੀ ਹੈ। CM ਕੌਣ ਨੇ? ਜੇ ਮੈਂ ਤੁਹਾਨੂੰ ਪੁੱਛਾਂ, CM ਹੈਗੇ ਨੇ ਬਿਪਲਬ ਕੁਮਾਰ ਦੇਵ। ਅਤੇ ਜੇ ਮੈਂ ਪੁੱਛ ਲਵਾਂ ਗਵਰਨਰ ਦਾ ਨਾਮ ਹੈਗਾ ਜੀ ਰਮੇਸ਼ BIS ਬੇਸ। ਤਾਂ ਆ ਯਾਦ ਕਰ ਲਿਓ। ਜਿੰਨੀਆਂ ਵੀ ਨਾਰਥ ਈਸਟ ਦੀਆਂ 7 ਸਟੇਟਸ 8 ਹੈਗੀਆਂ ਨੇ, ਆਹ ਮਨੀਪੁਰ, ਸਿੱਕਮ, ਜਿੰਨੀਆਂ ਵੀ ਨੇ, ਇਹ ਸਾਰੀਆਂ ਦੀਆਂ ਕੈਪੀਟਲਾਂ ਯਾਦ ਕਰ ਲਿਓ, ਬਹੁਤ ਪੇਪਰਾਂ 'ਚ ਪੁੱਛੀਆਂ ਜਾਂਦੀਆਂ ਨੇ। ਆ ਜਾਓ ਅੱਗੇ। ਵਾਟ ਇਜ਼ ਦਾ ਥੀਮ ਆਫ ਵਰਲਡ ਇਕੋਨਮਿਕ ਫੋਰਮ ਫॉर ਦਾਵੋਸ ਏਜੰਡਾ 2021? 2021 ਦਾ ਜਿਹੜਾ ਇਹਨਾਂ ਦਾ ਦਾਵੋਸ ਦਾ ਏਜੰਡਾ, ਦਾਵੋਸ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਮੇਸ਼ਾ,
ਵਰਲਡ ਇਕੋਨੋਮਿਕ ਫੋਰਮ ਦੀ, ਉਹਦਾ ਤੁਸੀਂ ਥੀਮ ਦੱਸਣਾ ਕੀ ਸੀਗਾ। ਇੰਪੋਰਟੈਂਟ ਸਵਾਲ ਹੈ ਵੀ ਕਾਫੀ ਜ਼ਿਆਦਾ, ਤਾਂ ਇਹਨੂੰ ਧਿਆਨ ਨਾਲ ਕਵਰ ਕਰਿਓ। ਤਾਂ ਥੀਮ ਸੀਗਾ ਕੀ? ਤਾਂ ਥੀਮ ਸਾਡੇ ਕੋਲੇ ਸੀਗਾ ਅ ਕਰੂਸ਼ੀਅਲ ਈਅਰ ਟੂ ਰੀਬਿਲਡ ਟਰਸਟ। ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ, ਕਿਉਂਕਿ ਵਰਲਡ ਇਕੋਨੋਮਿਕ ਫੋਰਮ ਆਪਣੇ ਆਪ 'ਚ ਹੀ ਇੰਪੋਰਟੈਂਟ ਹੈ, ਹਮੇਸ਼ਾ ਦਾਵੋਸ 'ਚ ਹੀ ਮਿਲਦੀ ਹੈ। ਅਤੇ ਜੇ ਮੈਂ ਇਹਦਾ ਸਵਿਟਜ਼ਰ ਉਹ ਪੁੱਛ ਲਾਂ ਤੁਹਾਨੂੰ ਕੀ ਕਹਿੰਦੇ ਹੁੰਦੇ ਨੇ ਹੈੱਡਕੁਆਟਰ ਕਿੱਥੇ ਆ, ਤਾਂ ਉਹ ਹੈਗਾ COL ਕਲੋਗਨੀ। ਕਿੱਥੇ ਆ ਇਹ? ਸਵਿਟਜ਼ਰਲੈਂਡ 'ਚ ਆ। ਬਣਾਉਣ ਵਾਲੇ ਬੰਦੇ ਦਾ ਨਾਮ ਵੀ ਕਈ ਵਾਰ ਪੁੱਛ ਲੈਂਦੇ ਨੇ। ਇਹਨੂੰ ਸੰਸਥਾ ਨੂੰ ਬਣਾਇਆ ਸੀਗਾ ਕਲੌਸ ਸ਼ਵਾਬ ਨੇ ਇਹ ਸੰਸਥਾ ਬਣਾਈ ਸੀ। ਹੁਣ ਤਾਂ ਬਹੁਤ ਇੰਪੋਰਟੈਂਟ ਸੰਸਥਾ, ਬੜੀਆਂ ਰਿਪੋਰਟਾਂ ਜਾਰੀ ਕਰਦੀ ਹੈ ਇਹ। ਹੂ ਵਿਲ ਬਿਕਮ ਦਾ ਫਸਟ ਵਿਮਨ ਫਾਈਟਰ ਪਾਇਲਟ ਟੂ ਟੇਕ ਪਾਰਟ ਇਨ ਰਿਪਬਲਿਕ ਡੇ ਪਰੇਡ। ਵੈਸੇ ਤਾਂ ਰਿਪਬਲਿਕ ਡੇ ਦੇ ਕੁਐਸਚਨ ਅਗਲੀ ਵੀਡੀਓ 'ਚ ਆਉਣਗੇ, ਕਿਉਂਕਿ 26 ਜਨਵਰੀ ਦੇ ਵਿੱਚ ਆਉਣੇ ਚਾਹੀਦੇ ਨੇ। ਉਹ 'ਚ ਜਿੰਨਾ ਕੁਛ ਹੋਇਆ WW ਉੱਥੇ ਕਵਰ ਕਰਾਂਗੇ। ਪਰ ਇੱਕ ਸਵਾਲ ਇਹ ਪਹਿਲਾਂ ਹੀ ਆ ਗਿਆ ਸੀ ਕਿ ਇਹ ਪਾਰਟ ਲਊਗੀ ਪਹਿਲੀ ਵਿਮਨ ਫਾਈਟਰ, ਤਾਂ ਕਰਕੇ ਇਹਦੇ 'ਚ ਹੀ ਕਵਰ ਹੋ ਗਿਆ। ਉੱਥੇ ਵੀ ਹੋਇਆ ਤਾਂ ਮੈਂ ਦੁਬਾਰਾ ਕਵਰ ਕਰ ਦੂੰਗਾ। ਇਹਦਾ ਕਰੈਕਟ ਆਨਸਰ ਬਣਦਾ ਭਾਵਨਾ ਕੰਤ, D। ਭਾਵਨਾ ਕੰਤ ਪਹਿਲੀ ਵਿਮਨ ਫਾਈਟਰ ਹੈ ਰਿਪਬਲਿਕ ਡੇ ਦੇ ਉੱਤੇ ਜਿਹੜੀ ਇਨਕਲੂਡ ਕੀਤੀ ਗਈ ਹੈ। ਆ ਜਾਓ ਅਗਲਾ ਸਵਾਲ। ਜੁਆਇੰਟ ਇੰਡੋ ਫ੍ਰੈਂਚ ਏਅਰ ਐਕਸਰਸਾਈਜ਼ ਕੰਡਕਟ ਕੀਤੀ ਗਈ ਹੈ ਜੋਧਪੁਰ 'ਚ ਤੁਹਾਡੇ ਰਾਜਸਥਾਨ 'ਚ 20 ਜਨਵਰੀ ਨੂੰ। ਨਾਮ ਦੱਸ ਦਿਓ ਇਹਦਾ ਕੀ ਹੈ। ਠੀਕ ਹੈ, ਤਾਂ ਨਾਮ ਇਹਦਾ ਕੀ ਹੈ ਜੀ ਸਾਡੇ ਕੋਲੇ? ਇਹਦਾ ਨਾਮ ਕਰੈਕਟ ਸਾਡਾ ਬਣਦਾ ਐਕਸਰਸਾਈਜ਼ ਡੈਜ਼ਰਟ ਨਾਈਟ 21। ਇਹ ਤੋਂ ਇਲਾਵਾ ਇੱਕ ਆਰਮੀ ਦੀ ਐਕਸਰਸਾਈਜ਼ ਵੀ ਕਰਦੇ ਹਾਂ ਫਰਾਂਸ ਦੇ ਨਾਲ, ਉਹਦਾ ਨਾਮ ਹੈਗਾ ਸ਼ਕਤੀ। ਇਹ ਤੋਂ ਇਲਾਵਾ ਨੇਵੀ ਦੀ ਵੀ ਕਰਦੇ ਹਾਂ, ਨੇਵੀ ਵਾਲੀ ਦਾ ਨਾਮ ਹੈਗਾ ਬਰੂਨਾ। ਅਤੇ ਇੱਕ ਏਅਰਫੋਰਸ ਹੋਰ ਕਰਦੇ ਹਾਂ ਅਸੀਂ ਏਅਰਫੋਰਸ ਦੀ, ਉਹਦਾ ਨਾਮ ਹੈਗਾ ਗਰੂਡਾ। ਇਹ ਸਾਰੀਆਂ ਐਕਸਰਸਾਈਜ਼ਾਂ ਅਸੀਂ ਕਿਹਦੇ ਨਾਲ ਕਰਦੇ ਹਾਂ? ਫਰਾਂਸ ਨਾਲ ਕਰਦੇ ਹਾਂ, ਯਾਦ ਰੱਖਿਓ। ਅੱਗੇ 44ਵਾਂ ਸਵਾਲ। ਰੀਸੈਂਟਲੀ ਕਹਿੰਦਾ ਹਾਲ ਹੀ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਜਿਹੜੇ ਸਾਡੇ ਹੈਗੇ ਨੇ, ਉਹਨਾਂ ਨੇ ਏਮਸ ਦੇ ਵਿੱਚ, ਦਿੱਲੀ ਜਿਹੜਾ ਏਮਸ ਹੈ, ਉੱਥੇ ਇੱਕ ਨਵਾਂ ਬਰਨ ਅਤੇ ਪਲਾਸਟਿਕ ਸਰਜਰੀ ਬਲੋਕ ਇਨੋਗਰੇਟ ਕੀਤਾ। ਠੀਕ ਹੈ, ਉਹ ਕਿਹਨੂੰ, ਉਹਦਾ ਨਾਮ ਕੀ ਰੱਖਿਆ, ਮਤਲਬ ਕਿਹਨੂੰ ਡੈਡੀਕੇਟ ਕਰਤਾ? ਉਹ ਕੀਤਾ ਫਾਦਰ ਆਫ ਪਲਾਸਟਿਕ ਸਰਜਰੀ ਨੂੰ। ਤੁਸੀਂ ਦੱਸਣਾ ਕਿ ਫਾਦਰ ਆਫ ਪਲਾਸਟਿਕ ਸਰਜਰੀ ਕਿਹਨੂੰ ਮੰਨਿਆ ਜਾਂਦਾ ਇੰਡੀਆ ਦੇ ਵਿੱਚ? ਤਾਂ ਕਿਹਨੂੰ ਮੰਨਿਆ ਜਾਂਦਾ? ਇਹ ਤੁਸੀਂ ਕਹਿ ਸਕਦੇ ਹੋ ਸੁਸ਼ਰੁਤਾ ਰਿਸ਼ੀ, B ਆਪਸ਼ਨ। ਆਹ ਤੁਸੀਂ ਦੇਖ ਸਕਦੇ ਹੋ, ਇਹੀ ਮੰਨੇ ਜਾਂਦੇ ਨੇ ਕਿ ਇਹਨਾਂ ਨੇ ਪਹਿਲੀ ਪਲਾਸਟਿਕ ਸਰਜਰੀ ਕਰੀ ਸੀ। ਕੈਟਰੈਕ, ਅੱਖਾਂ ਦੀ ਪ੍ਰੋਬਲਮ ਹੁੰਦੀ ਆ ਕੈਟਰੈਕ, ਠੀਕ ਆ, ਚਿੱਟਾ ਮੋਤੀਆ ਜਾ ਜਾਣਾ, ਤਾਂ ਉਹਦੇ ਪਹਿਲੀ ਪਲਾਸਟਿਕ ਸਰਜਰੀ ਕਹਿੰਦੇ ਇਹਨਾਂ ਨੇ ਕੀਤੀ ਸੀ। ਇਹ ਪਹਿਲੇ ਸਰਜਨ ਮੰਨੇ ਜਾਂਦੇ ਨੇ ਇੰਡੀਆ 'ਚ। ਤਾਂ ਇਹਨਾਂ ਦੇ ਨਾਮ ਦੇ ਉੱਤੇ ਏਮਸ ਦੇ ਵਿੱਚ ਇੱਕ ਇਹ ਬਲੋਕ ਬਣਾਇਆ ਵੱਖਰਾ, ਇੰਪੋਰਟੈਂਟ ਹੈ। ਕੋਲਮ ਇੱਕ ਇੰਡੀਅਨ ਆਰਟ ਹੈ ਟੂ ਫਾਰਮ ਵਿਚ ਵਾਜ਼ ਏ ਪਾਰਟ ਆਫ ਵਰਚੁਅਲ ਕਿਕ ਆਫ ਸੈਰੇਮਨੀ ਆਫ ਬਾਈਡਨ ਹੈਰਿਸ ਇਨੋਗ੍ਰੇਸ਼ਨ। ਜੋ ਬਾਈਡਨ ਪ੍ਰੈਜ਼ੀਡੈਂਟ ਬਣੇ ਨੇ, ਵਾਈਸ ਪ੍ਰੈਜ਼ੀਡੈਂਟ ਬਣੇ ਆ ਕਮਲਾ ਹੈਰਿਸ, ਜਿਹੜੀ ਇੰਡੀਅਨ ਓਰੀਜਨ ਦੀ ਹੈ, ਮਤਲਬ ਸਾਡੇ ਇੰਡੀਆ ਦਾ ਪਿਛੋਕੜ ਹੈ। ਇੰਡੀਆ 'ਚ ਵੀ ਜੇ ਮੈਂ ਪੁੱਛ ਲਾਂ ਕਿੱਥੋਂ ਦਾ ਪਿਛੋਕੜ ਹੈ, ਤਾਮਿਲਨਾਡੂ ਨਾਲ ਥੋੜ੍ਹੇ ਬਹੁਤੇ ਲਿੰਕ ਮਿਲਦੇ ਨੇ। ਤਾਂ ਤਾਮਿਲਨਾਡੂ ਦੇ ਵਿੱਚ ਕੁਛ ਵਿਮਨ ਨਾ ਮਤਲਬ ਡਰॉ ਕਰਦੀਆਂ ਨੇ ਆਹ ਪੇਂਟਿੰਗਸ, ਉੱਥੇ ਮਸ਼ਹੂਰ ਨੇ। ਠੀਕ ਹੈ, ਇਹਨਾਂ ਨੂੰ ਹੀ ਕੋਲਮ ਕਹਿ ਦਿੱਤਾ ਜਾਂਦਾ। ਅਤੇ ਜਦੋਂ ਇਹਨਾਂ ਦੀ ਇਨੋਗ੍ਰੇਸ਼ਨ ਸੈਰੇਮਨੀ ਹੋਈ ਸੀ ਪਹਿਲੀ ਵਾਰ ਇਹ ਆ ਕੇ, ਹੈ ਨਾ, ਉਦੋਂ ਜਦੋਂ ਚੁਣਨ ਤੋਂ ਬਾਅਦ ਆਏ ਨੇ, ਤਾਂ ਉੱਥੇ ਇਹੋ ਜਿਹੀਆਂ ਪੇਂਟਿੰਗਾਂ ਬਣਾਈਆਂ ਗਈਆਂ ਸੀ ਕਮਲਾ ਹੈਰਿਸ ਵਾਸਤੇ ਸਪੈਸ਼ਲੀ, ਕਿ ਹਾਂ ਦਿਖਾਉਣ ਵਾਸਤੇ। ਤਾਂ ਇਹ ਤੁਸੀਂ ਪੁੱਛਿਆ ਸਵਾਲ ਇਹ ਗਿਆ ਕਿ ਕਿਹੜੇ ਏਰੀਏ 'ਚ। ਹੁਣ ਜਦੋਂ ਮੈਂ ਤਾਮਿਲਨਾਡੂ ਦਾ ਨਾਮ ਹੀ ਲੈਤਾ, ਤਾਂ ਤਾਮਿਲਨਾਡੂ ਸਾਡੇ ਕਿਹੜੇ ਹਿੱਸੇ 'ਚ ਆ? ਸਾਊਥ ਵਾਲੇ ਹਿੱਸੇ 'ਚ ਆ। ਤਾਂ ਕਰੈਕਟ ਆਨਸਰ ਹੋ ਗਿਆ ਇਹ ਕਿ ਸਾਊਥਰਨ ਰੀਜਨ ਦੇ ਵਿੱਚ ਇਹ ਚੱਲਦੀਆਂ ਨੇ ਪੇਂਟਿੰਗਸ। ਹੁਣ ਕੀ ਹੈ, ਨਾਸਾ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ, ਜਿਵੇਂ ਨਾਸਾ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਨਾਸਾ ਦੀਆਂ ਟੀ-ਸ਼ਰਟਾਂ ਹੋ ਗਈਆਂ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਆਪਣੇ ਆਪ ਨੂੰ ਕਸਟਮਾਈਜ਼ ਮਰਕੈਂਡਾਈਜ਼ ਕਰਦੇ ਨੇ। ਯਾਨੀ ਕਿ ਕੀ ਕਰਦੇ ਨੇ ਉਹ? ਕਸਟਮਾਈਜ਼ਡ ਵਪਾਰਕ ਮਾਲ, ਯਾਨੀ ਕਿ ਵਪਾਰ ਦੇ ਨੂੰ ਲੈ ਕੇ ਵੀ ਟੀ-ਸ਼ਰਟਾਂ 'ਤੇ ਲਿਖਣਗੇ, ਅਲਟੀਮੇਟਲੀ ਪ੍ਰਮੋਟ ਕਰਨਗੇ ਵੀ ਸਾਡਾ ਮੂਨ ਮਿਸ਼ਨ, ਸਾਡਾ ਫਲਾਣਾ ਮਿਸ਼ਨ। ਉਹ ਸਾਰੀਆਂ ਚੀਜ਼ਾਂ ਟੀ-ਸ਼ਰਟਾਂ 'ਤੇ ਲਿਖੀਆਂ ਹੋਣ ਤਾਂ ਕਿ ਲੋਕਾਂ ਨੂੰ ਜਾਣੂ ਹੋਵੇ ਕਿ ਈਸਰੋ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੀਦਾ, ਸਾਡੀ ਈਸਰੋ ਕਿੰਨੀ ਪ੍ਰਮੋਸ਼ਨ ਹੈ। ਜਿਵੇਂ ਮੈਂ ਇੱਕ ਫੋਟੋ ਲਾਈ ਹੋਈ ਹੈ, ਤਾਂ ਇਹ ਆਨਸਰ ਇਹਦਾ ਈਸਰੋ ਹੀ ਬਣਦਾ। ਇਹ ਸਾਰਾ ਕੰਮ ਕੌਣ ਕਰ ਲੱਗੀ ਹੈ ਆਰਗੇਨਾਈਜੇਸ਼ਨ? ਹੁਣ ਇਹ ਨਾਸਾ ਕਰਦੀ ਹੈ ਹੁਣ ਤੱਕ, USA ਵਾਲੀ, ਤਾਂ ਇੰਡੀਆ ਵਾਲਿਆਂ ਨੇ ਹੁਣ ਸ਼ੁਰੂ ਕਰਤਾ ਇਹ। ਤਾਂ ਈਸਰੋ ਯਾਦ ਰੱਖਿਓ, ਇਹ ਮੋਸਟ ਇੰਪੋਰਟੈਂਟ ਹੈ, ਯਾਦ ਰੱਖਿਓ। ਕਿਹੜੀ ਸਟੇਟ ਟੌਪ ਕੀਤੀ ਹੈ ਨੀਤੀ ਆਯੋਗ ਦੇ ਇੰਡੀਅਨ ਇਨੋਵੇਸ਼ਨ ਇੰਡੈਕਸ 2020 ਦੇ ਵਿੱਚ, ਮੇਜਰ ਸਟੇਟ ਦੀ ਕੈਟਾਗਰੀ ਦੇ ਵਿੱਚ? ਤਾਂ ਮੇਜਰ ਸਟੇਟ ਦੀ ਕੈਟਾਗਰੀ ਵਿੱਚ ਚੱਲੀਏ ਤਾਂ ਟੌਪ ਕੀਤਾ ਕਰਨਾਟਕਾ ਨੇ। ਆਹ ਲਿਖਿਆ ਹੀ ਪਿਆ, ਮੇਜਰ ਸਟੇਟ 'ਚ ਤਾਂ ਟੌਪ ਕੀਤਾ ਕਰਨਾਟਕਾ ਨੇ। ਆਹ ਸਕੋਰ ਵੀ ਨਾਲ ਲਿਖਿਆ। ਜੇ ਨਾਰਥ ਈਸਟ 'ਤੇ ਜਿਹੜੀਆਂ ਪਹਾੜੀ ਸਾਡੇ ਰਾਜ ਨੇ ਉਹਨਾਂ 'ਚ ਗੱਲ ਕਰੀਏ, ਉਹਨਾਂ 'ਚ ਪਹਿਲਾ ਨੰਬਰ ਕਿਹਦਾ? ਹਿਮਾਚਲ ਪ੍ਰਦੇਸ਼ ਦਾ, ਦੂਜਾ ਉੱਤਰਾਖੰਡ, ਤੀਜਾ ਮਨੀਪੁਰ।
ਹੁਣ ਇੱਕ ਗੱਲ ਇੱਥੇ ਹੋਰ ਵੀ ਯਾਦ ਕਰ ਲਿਓ, ਪੰਜਾਬ ਦਾ ਨੰਬਰ ਵੀ ਕਿਤੇ ਆ ਗਿਆ। ਮੇਜਰ ਸਟੇਟ 'ਚ ਸਾਡਾ 10ਵਾਂ ਨੰਬਰ ਹੈ, ਪੰਜਾਬ ਦੇ ਐਂਗਲ ਤੋਂ ਵੀ ਸਵਾਲ ਪੁੱਛ ਸਕਦੇ ਨੇ, ਠੀਕ ਹੈ। ਤਾਂ ਹਰਿਆਣਾ ਸਾਡੇ ਤੋਂ ਮੂਹਰੇ ਆ, 6ਵੇਂ ਨੰਬਰ 'ਤੇ ਆ, ਇਹ ਵੀ ਦੇਖ ਲਓ। ਗੁਆਂਢੀ ਸੂਬੇ ਤਾਂ ਪਹਿਲਾਂ ਹੀ ਕੰਪੇਅਰ ਕਰ ਲਏ ਜਾਂਦੇ ਨੇ। ਯੂਟੀਜ਼ ਦੇ ਵਿੱਚ ਦੇਖ ਲਈਏ ਆਪਾਂ, ਜਾਂ ਸਿਟੀ ਸਟੇਟਸ ਦੇ ਵਿੱਚ, ਤਾਂ ਦਿੱਲੀ ਦੂਜੇ ਨੰਬਰ 'ਤੇ ਚੰਡੀਗੜ੍ਹ ਦਾ ਨੰਬਰ ਆਉਂਦਾ। ਤਾਂ ਇਹ ਰੈਂਕਿੰਗ ਦਿੱਤੀ ਗਈ ਹੈ। ਹੁਣ ਬੇਸਿਕਲੀ ਇਨੋਵੇਸ਼ਨ ਨੂੰ ਲੈ ਕੇ ਹੈ ਕਿ ਇਨੋਵੇਸ਼ਨ ਨੂੰ ਲੈ ਕੇ ਕਿਹੜੀ ਸਟੇਟ ਕਿੰਨੀ ਕੁ ਸਤਰਕ ਆ ਜਾਂ ਕੰਮ ਕਰਦੀ ਹੈ। ਇਹ ਇੰਡੀਆ ਵਾਲਿਆਂ ਨੇ ਨਾ ਇੱਕ ਗਲੋਬਲ ਲੈਵਲ 'ਤੇ ਗਲੋਬਲ ਇਨੋਵੇਸ਼ਨ ਇੰਡੈਕਸ ਨਿਕਲਦਾ ਹੈ। ਇਹਨੂੰ ਯੂਜ਼ਲੀ ਗਲੋਬਲ ਇਨੋਵੇਸ਼ਨ ਇੰਡੈਕਸ ਨੂੰ ਇੱਕ ਯੂਨੀਵਰਸਿਟੀ ਹੈ, ਇੱਕ ਤਾਂ ਇਨਸੀਡ ਹੈ, ਇਨਸੀਡ ਨਾਮ ਦੀ ਸੰਸਥਾ ਹੈ, ਇੱਕ ਵਿਪੋ ਹੈ ਸੰਸਥਾ ਦਾ ਨਾਮ WIPO, ਤੀਜੀ ਇੱਕ ਕਾਰਨੈਲ ਨਾਮ ਦੀ ਯੂਨੀਵਰਸਿਟੀ ਹੈ, ਕਾਰਨੈਲ। ਇਹ ਤਿੰਨੋਂ ਮਿਲ ਕੇ ਕੱਢਦੀਆਂ ਨੇ ਇਹ ਗਲੋਬਲ ਇਨੋਵੇਸ਼ਨ ਇੰਡੈਕਸ। ਇਹ ਗਲੋਬਲੀ ਕੌਣ ਦੇਸ਼ ਕਿੰਨਾ ਕੁ ਇਨੋਵੇਟਿਵ ਜ਼ਿਆਦਾ ਹੈ ਇਨੋਵੇਸ਼ਨਾਂ ਕਰਨ ਨੂੰ, ਨਵੀਆਂ ਨਵੀਆਂ ਖੋਜਾਂ ਕਰਨ ਨੂੰ। ਤਾਂ ਉਹਦੇ ਤਹਿਤ ਹੀ ਇੰਡੀਆ ਨੇ ਆਪਦੇ ਵਾਲਾ ਬਣਾ ਰੱਖਿਆ ਇੰਡੀਅਨ ਇਨੋਵੇਸ਼ਨ ਇੰਡੈਕਸ। ਕੱਢਦਾ ਕੌਣ ਹੈ? ਨੀਤੀ ਆਯੋਗ। ਤਾਂ ਯਾਦ ਰੱਖਿਓ, ਇੰਪੋਰਟੈਂਟ ਸੀ ਸਾਰੇ ਸਵਾਲ ਇਹਦੇ। ਅਗਲਾ ਕੁਐਸਚਨ, ਹੁਣੇ ਜਿਹੜੀ ਸਾਡੀ ਏਅਰ ਫੋਰਸ ਅਕੈਡਮੀ ਹੈ ਉਹਨੇ ਸੈਲੀਬ੍ਰੇਟ ਕੀਤੀ ਆਪਣੀ ਗੋਲਡਨ ਜੁਬਲੀ, ਠੀਕ ਹੈ। ਏਅਰ ਫੋਰਸ ਅਕੈਡਮੀ ਹੈ ਕਿੱਥੇ ਆ ਇਹ ਦੱਸ ਦਿਓ। ਉਹਦਾ ਬੜਾ ਸਿੱਧਾ ਦਾ ਸਵਾਲ ਹੈ, ਠੀਕ ਹੈ। ਤਾਂ ਇਹ ਹੈਗੀ ਆ ਤੇਲੰਗਾਨਾ ਦੇ ਵਿੱਚ, ਠੀਕ ਹੈ। ਤੇਲੰਗਾਨਾ ਦੇ ਵਿੱਚ ਹੈਗੀ ਆ। ਹੁਣ ਇਹਨਾਂ 'ਚ ਤੁਸੀਂ ਪੁੱਛੋਗੇ ਤੇਲੰਗਾਨਾ ਕਿੱਥੇ, ਤਾਂ ਡੂੰਡੀਗਲ। ਤਾਂ ਡੂੰਡੀਗਲ ਤੇਲੰਗਾਨਾ 'ਚ ਪੈਂਦਾ, ਉੱਥੇ ਹੈ ਸਾਡੀ ਏਅਰ ਫੋਰਸ ਅਕੈਡਮੀ। ਅਤੇ ਹੁਣ ਸਵਾਲ ਇੱਕ ਇਹ ਵੀ ਬਣ ਸਕਦਾ, ਜੇ ਏਅਰ ਫੋਰਸ ਦਾ ਵਾਰ ਜ਼ਿਕਰ ਆ ਰਿਹਾ, ਕਿ ਏਅਰ ਫੋਰਸ ਦੇ ਚੀਫ ਦਾ ਨਾਮ ਕੀ ਹੈ? RKS ਬਦੂਰੀਆ। ਬਦੂਰੀਆ ਯਾਦ ਰੱਖਿਓ ਬਸ, ਬਹੁਤ ਹੈ। RKS ਤਾਂ ਆਪੇ ਯਾਦ ਆ ਜੂਗਾ। ਤਾਂ ਬਦੂਰੀਆ ਸਾਡੇ ਏਅਰ ਫੋਰਸ ਦੇ ਚੀਫ ਨੇ। ਅਗਲਾ ਸਵਾਲ, ਹੁਣੇ ਕਿਹੜੀ ਸਟੇਟ ਗੌਰਮੈਂਟ ਨੇ ਨੰਬਰ ਆਫ ਵਰਕਿੰਗ ਡੇਜ਼ ਹੀ ਵਧਾ ਤੇ 100 ਤੋਂ 150 ਮਨਰੇਗਾ 'ਚ, ਠੀਕ ਹੈ। ਤਾਂ ਕਿਹੜੀ ਸਟੇਟ ਨੇ ਵਧਾਏ ਨੇ? ਇਹ ਆਪਣੇ ਆਪ 'ਚ ਇੰਪੋਰਟੈਂਟ ਸਵਾਲ ਬਣ ਜਾਂਦਾ। ਉੱਤਰਾਖੰਡ ਨੇ। ਉੱਤਰਾਖੰਡ ਨੇ ਵਧਾਏ ਨੇ, ਕਿਉਂਕਿ ਤੁਹਾਨੂੰ ਧਿਆਨ 'ਚ ਹੋਵੇ ਹੁਣੀ ਉੱਤਰਾਖੰਡ ਦਾ CM ਬਦਲਤਾ। ਪਹਿਲੀ ਵਾਰ ਹੋਇਆ ਕਿ BJP ਨੇ ਆਪਦਾ CM ਹੀ ਚੇਂਜ ਕਰਤਾ ਹੋਵੇ, ਕਿਉਂਕਿ ਵੋਟਾਂ ਆ ਰਹੀਆਂ ਨੇ। ਕਹਿੰਦੇ ਸੀ ਕਿ ਪੁਰਾਣਾ ਕੌਣ ਸੀਗਾ? TS ਰਾਵਤ। ਇੱਕ ਮਜ਼ਾਕ ਦੀ ਗੱਲ ਦੱਸਦਾ, ਪੁਰਾਣਾ ਕੌਣ ਸੀ? TS ਰਾਵਤ। ਨਵਾਂ ਪੁੱਛਾਂ ਕੌਣ ਆ? ਉਹ ਵੀ TS ਰਾਵਤ। ਫਿਰ ਤੁਸੀਂ ਕਹੋਗੇ ਫਰਕ ਕੀ ਹੈ? ਇਹਦਾ ਨਾਮ ਤਰਵਿੰਦਰ ਸਿੰਘ ਰਾਵਤ ਸੀ, ਹੁਣ ਵਾਲੇ ਦਾ ਨਾਮ ਹੈਗਾ ਤੀਰਥ ਸਿੰਘ ਰਾਵਤ। ਹੈਗੇ ਦੋਨੋਂ ਹੀ TS ਰਾਵਤ ਨੇ। ਕਹਿੰਦੇ ਡਾਕੂਮੈਂਟ 'ਚ ਜੇ TS ਰਾਵਤ ਲਿਖਿਆ ਹੋਊ ਕਿਹੜਾ ਕੋਈ ਫਰਕ ਪੈਂਦਾ, ਬਦਲਣ ਦੀ ਲੋੜ ਨਹੀਂ ਪਊਗੀ, ਰਹੂਗੇ ਤਾਂ TS ਰਾਵਤ ਹੀ। ਚਲੋ ਮਜ਼ਾਕ ਕਰ ਰਹੇ ਹਾਂ, ਐਵੇਂ ਕੁਛ ਨਹੀਂ ਹੈਗਾ। ਤਾਂ ਇਹ ਇਹਨਾਂ ਨੇ ਕਰਿਆ ਚੇਂਜ, ਤਾਂ ਧਿਆਨ 'ਚ ਰੱਖਿਓ। ਅਤੇ ਜੇ ਕੈਪੀਟਲਸ ਦੀ ਗੱਲ ਕਰ ਲਈ, ਇਹਨਾਂ ਨੇ 2 ਕੈਪੀਟਲਾਂ ਬਣਾਈਆਂ ਹੋਈਆਂ ਨੇ। ਜਿਹੜੀ ਤਾਂ ਹੈਗੀ ਆ ਗੇਰਸਨ, ਇਹ ਤਾਂ ਇਹਨਾਂ ਦੀ ਸਮਰ ਕੈਪੀਟਲ ਹੈ। ਵਿੰਟਰ ਕੈਪੀਟਲ ਇਹਨਾਂ ਦੀ ਦੇਹਰਾਦੂਨ ਹੈ। ਤਾਂ ਇਹ ਵੀ ਯਾਦ ਰੱਖਿਓ। ਹਿਮਾਚਲ ਵਾਲਿਆਂ ਨੇ ਵੀ ਐਂ ਬਣਾਈਆਂ ਹੋਈਆਂ ਨੇ, ਦੋਨੋਂ ਅਲੱਗ-ਅਲੱਗ, ਠੀਕ ਹੈ। ਉਹ ਵੀ ਤੁਸੀਂ ਪੜ੍ਹ ਲਿਓ ਕਿ ਕਿੱਥੇ ਕਿੱਥੇ ਨੇ। ਆ ਜਾਓ ਅੱਗੇ 50ਵਾਂ ਕੁਐਸਚਨ। ਇਹ ਵੀ ਬੜਾ ਮੋਸਟ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਇਤਿਹਾਸ ਬਣਿਆ, ਕਿਸੇ ਨਾ ਕਿਸੇ ਪੇਪਰ 'ਚ ਤਾਂ ਆਊਗਾ। ਇੰਡੀਆ ਦੀ ਟੈਸਟ ਸੀਰੀਜ਼ ਹੋਈ ਸੀ ਆਸਟ੍ਰੇਲੀਆ 'ਚ, ਜਿਹਨੂੰ ਨਾਮ ਦਿੱਤਾ ਗਿਆ ਸੀ ਬਾਰਡਰ ਗਵਾਸਕਰ। ਬਾਰਡਰ ਉੱਥੋਂ ਦਾ ਬੰਦਾ ਹੈ, ਗਵਾਸਕਰ ਸਾਡੇ ਵਾਲਾ ਸੁਨੀਲ ਗਵਾਸਕਰ ਹੋ ਗਿਆ, ਠੀਕ ਹੈ। ਇਹਨਾਂ ਦੇ ਨਾਮ 'ਤੇ ਇੱਕ ਟਰੋਫੀ ਹੁੰਦੀ ਹੈ। 2020-21 'ਚ ਜਿਹੜੀ ਹੁਣ ਹੋਈ ਹੈ, ਇੰਡੀਆ ਨੇ ਆਸਟ੍ਰੇਲੀਆ ਦਾ ਇੱਕ ਰਿਕਾਰਡ ਹੀ ਤੋੜਤਾ। ਆਸਟ੍ਰੇਲੀਆ ਇੱਕ ਗਰਾਊਂਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਹਾਰੀ ਹੋਈ ਨਹੀਂ ਸੀ, 32 ਸਾਲਾਂ ਤੋਂ। 32 ਸਾਲਾਂ ਬਾਅਦ ਹਾਰੀ ਹੈ ਕਿਤੇ ਜਾ ਕੇ ਉਸ ਗਰਾਊਂਡ ਦੇ ਵਿੱਚ। ਗਰਾਊਂਡ ਵੀ ਹਾਰ ਗਈ, ਉਹ ਗਰਾਊਂਡ 'ਚ ਵੀ 32 ਸਾਲਾਂ ਬਾਅਦ ਹਾਰ ਗਈ, ਅਤੇ ਸੀਰੀਜ਼ ਵੀ ਹਾਰ ਗਈ। ਤਾਂ ਉਹ ਕਿੱਥੇ ਹੋਇਆ? ਉਹ ਹੋਇਆ ਗਾਬਾ ਦੇ ਵਿੱਚ। ਗਾਬਾ ਨਾਮ ਤੋਂ ਮਸ਼ਹੂਰ ਆ, ਵੈਸੇ ਤਾਂ ਇਹ ਬ੍ਰਿਸਬੇਨ 'ਚ ਗਰਾਊਂਡ ਹੈ। ਬ੍ਰਿਸਬੇਨ ਕ੍ਰਿਕਟ ਗਰਾਊਂਡ ਬੋਲਿਆ ਜਾਂਦਾ, ਤਾਂ ਬ੍ਰਿਸਬੇਨ ਕ੍ਰਿਕਟ ਗਰਾਊਂਡ ਦਾ ਨਾਮ ਹੀ ਗਾਬਾ, ਉਸ ਸਟੇਡੀਅਮ ਦਾ ਨਾਮ ਗਾਬਾ। ਤਾਂ ਗਾਬਾ ਦਾ ਬੈਟਲ ਜਿੱਤਿਆ ਇੰਡੀਆ ਨੇ ਕਾਫੀ ਲੰਬੇ ਟਾਈਮ ਬਾਅਦ। ਤਾਂ ਯਾਦ ਰੱਖਿਓ। ਅਗਲੀ ਗੱਲ ਜਿਹੜੀ ਇੱਕ ਖਾਸ ਇੰਪੋਰਟੈਂਟ ਗੱਲ ਹੋ ਸਕਦੀ ਹੈ, ਤੁਹਾਨੂੰ ਪੁੱਛ ਸਕਦੇ ਆ ਕਿ ਇੱਥੇ ਜਿੱਤਣ ਵੇਲੇ ਇੰਡੀਆ ਦਾ ਕੈਪਟਨ ਕੌਣ ਸੀ? ਵੈਸੇ ਤਾਂ ਟੈਸਟ ਮੈਚਾਂ ਦਾ ਕੈਪਟਨ ਵਿਰਾਟ ਕੋਹਲੀ ਹੈ, ਪਰ ਉਦੋਂ ਕੋਹਲੀ ਵਾਪਸ ਆ ਗਿਆ ਸੀਗਾ, ਕੋਹਲੀ ਖੇਡ ਨਹੀਂ ਰਿਹਾ ਸੀ। ਤਾਂ ਕੈਪਟਨ ਵੀ ਇੱਥੇ ਕੋਈ ਹੋਰ ਸੀ, ਅਜਿੰਕਿਆ ਰਹਾਨੇ। ਖਾਸ ਕਰ ਉਹ ਬੱਚੇ ਜਿਹੜੇ 'ਚ ਇੰਟਰਸਟ ਨਹੀਂ ਰੱਖਦੇ ਕ੍ਰਿਕਟ ਦੇ ਵਿੱਚ, ਤਾਂ ਉਹਨਾਂ ਲਈ ਤਾਂ ਇਹ ਇੰਪੋਰਟੈਂਟ ਹੈ। ਬਾਕੀਆਂ ਲਈ ਆਮ ਗੱਲ ਹੈ ਜਿਹੜੇ ਦੇਖਦੀ ਨੇ। ਤਾਂ ਇਹਨੂੰ ਵੀ ਯਾਦ ਰੱਖਿਓ ਕਿ ਕੈਪਟਨ ਵੀ ਕੋਈ ਹੋਰ ਸੀ ਉਸ ਟਾਈਮ 'ਤੇ ਇਸ ਸੀਰੀਜ਼ ਨੂੰ ਜਿੱਤਣ ਵਾਲਾ। ਤਾਂ ਦੋਨੋਂ ਗੱਲਾਂ ਧਿਆਨ 'ਚ ਰੱਖੀਆਂ ਜਾਣ। ਹੁਣ ਮੈਂ ਕੁਝ ਕੁ ਹੋਰ ਗੱਲਾਂ ਤੁਹਾਡੇ ਨਾਲ ਕਰਦਾ, ਜਿਵੇਂ ਆਹ ਪੈਂਗੋਲਿਨ ਹੈ, ਇਹ ਬਹੁਤ ਨਿਊਜ਼ 'ਚ ਰਿਹਾ ਪਿੱਛੇ ਜਿਹੇ। ਤਾਂ ਮੈਂ ਕਿਹਾ ਇਹਦੇ 'ਤੇ ਸਵਾਲ ਕੀ ਬਣਾਉਣਾ, ਮੈਂ ਸਾਰੀਆਂ ਇਹਦੇ ਬਾਰੇ ਗੱਲਾਂ ਹੀ ਦੱਸ ਦੇਣਾ। ਆਹ ਪੈਂਗੋਲਿਨ ਆ, ਤੁਸੀਂ ਦੇਖ ਸਕਦੇ ਹੋ ਇਹੋ ਜਿਹਾ ਪ੍ਰਾਣੀ। ਇਹ ਨਿਊਜ਼ ਦੇ ਵਿੱਚ ਸੀ ਕਿਉਂਕਿ ਇਹਦੀ ਟ੍ਰੇਡਿੰਗ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਹੁੰਦੀ ਹੈ। ਇਹਨੂੰ ਮਾਰ ਕੇ ਇਹਨੂੰ ਬਹੁਤ ਵੇਚਿਆ ਜਾਂਦਾ। ਕਿਉਂ ਵੇਚਿਆ ਜਾਂਦਾ? ਇਹਦੇ ਕੈਰਾਟਿਨ ਸਕੇਲਸ ਕਰਕੇ। ਆਹ ਬੋਡੀ 'ਤੇ ਜਿਹੜੇ ਇਹਦੇ ਸਕੇਲ ਨੇ, ਇਹ ਕੈਂਸਰ ਦੇ ਟਰੀਟਮੈਂਟ ਲਈ, ਬਹੁਤ ਸਾਰੀਆਂ ਦਵਾਈਆਂ ਲਈ, ਫਿਰ ਇਹਦਾ ਮੀਟ ਵੀ ਲੋਕ ਖਾਂਦੇ ਨੇ, ਠੀਕ ਹੈ। ਮੇਨ ਇਹਦਾ ਹੁੰਦਾ ਸਕਿਨ ਕਰਕੇ ਇਹ ਵਿਕਦੀ ਹੈ। ਸਕਿਨ ਇਹਦੀ ਬਹੁਤ ਦਵਾਈਆਂ 'ਚ ਪੈਂਦੀ ਹੈ। ਤਾਂ ਇਹਨੂੰ ਰੋਕਣ ਦੇ ਲਈ ਬੜਾ ਕੁਝ ਚੱਲ ਰਿਹਾ ਹੈ, ਪਰ ਇਹਦਾ ਵਪਾਰ ਰੁਕ ਨਹੀਂ ਪਾ ਰਿਹਾ, ਇਸ ਕਰਕੇ ਨਿਊਜ਼ 'ਚ ਬਹੁਤ ਹੈ।
IUCN ਨੇ ਇਹਨੂੰ ਸਟੇਟਸ ਦਿੱਤਾ ਹੋਇਆ ਅੰਡੇਂਜਰਡ ਕੈਟਾਗਰੀ 'ਚ। ਠੀਕ ਹੈ, ਸਾਡਾ ਜਿਹੜਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਹੈ ਉਹਦੇ ਸ਼ਡਿਊਲ 1 'ਚ ਆਉਂਦੀ ਹੈ। ਜਿਹੜੀ ਚੀਜ਼ ਸ਼ਡਿਊਲ 1 'ਚ ਆਉਂਦੀ ਹੈ ਉਹਦੇ 'ਤੇ ਪੂਰੀ ਰੋਕਥਾਮ ਆ, ਜੇ ਬੰਦਾ ਫੜਿਆ ਜਾਊਗਾ ਸਜ਼ਾ ਵੀ ਬਹੁਤ ਖਤਰਨਾਕ ਹੈ। ਸਾਈਟਸ ਇੱਕ ਸੰਸਥਾ ਹੈ, ਉਹਦੇ ਅਪੈਂਡਿਕਸ 1 'ਚ ਆਉਂਦੀ ਆ, ਉਹਦਾ ਵੀ ਅਪੈਂਡਿਕਸ ਇਹੀ ਕਹਿੰਦਾ ਕਿ ਇਹਨਾਂ ਨੂੰ ਸਭ ਤੋਂ ਵੱਧ ਬਚਾਉਣ ਦੀ ਲੋੜ ਆ, ਜਿਹੜੇ ਵੀ ਪ੍ਰਾਣੀ ਉਹਦੇ ਅਪੈਂਡਿਕਸ 1 'ਚ ਪਾਏ ਜਾਣਗੇ। ਤਿੰਨੋਂ ਚੀਜ਼ਾਂ ਨੋਟ ਕਰ ਲਿਓ, ਕਿਸੇ ਨਾ ਕਿਸੇ ਪੇਪਰ 'ਚ ਤਾਂ ਆਉਣਗੀਆਂ। ਅੱਗੇ ਈਰਾਨ, ਨਾਈਜਰ, ਲੀਬੀਆ, ਸੈਂਟਰਲ ਅਫਰੀਕਾ ਰਿਪਬਲਿਕ, ਕੋਂਗੋ ਹੋ ਗਿਆ, ਠੀਕ ਹੈ, ਸੁਦਾਨ ਹੋ ਗਿਆ, ਜ਼ਿੰਬਾਬਵੇ ਹੋ ਗਿਆ। ਇਹਨਾਂ ਦੇ ਵੋਟਿੰਗ ਰਾਈਟ ਖਤਮ ਕਰਤੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ, ਕਿਉਂਕਿ ਪੈਸੇ ਨਹੀਂ ਪੂਰੇ ਕਰ ਰਹੇ, ਡਿਊਜ਼ ਪਏ ਨੇ, ਕਿਉਂਕਿ ਹਰ ਵਾਰ UN ਨੂੰ ਪੈਸੇ ਭੇਜਣੇ ਪੈਂਦੇ ਹਰ ਦੇਸ਼ ਨੂੰ, ਇਹ ਪੈਸੇ ਨਹੀਂ ਪੇ ਕਰ ਰਹੇ, ਕੋਵਿਡ-19 ਕਰਕੇ ਵਿਚਾਰਿਆਂ ਦਾ ਦਿਵਾਲੀਏ ਹੋ ਗਏ, ਤਾਂ ਕਰਕੇ ਇਹਨਾਂ ਦੇ ਵੋਟਿੰਗ ਰਾਈਟ ਹੀ ਖਤਮ ਕਰਤੇ। ਤਾਂ ਨਿਊਜ਼ 'ਚ ਸੀ, ਧਿਆਨ 'ਚ ਰੱਖ ਸਕਦੇ ਹੋ, ਇਹ ਇੰਪੋਰਟੈਂਟ ਹੈ। ਕੋਰੀਆ ਦਾ ਇੱਕ ਸੁਪਰ ਕੰਡਕਟਿੰਗ ਟੋਕਾਮੈਕ ਐਡਵਾਂਸ ਰਿਸਰਚ KSTAR, ਕੋਰੀਆ ਸੁਪਰ ਕੰਡਕਟਿੰਗ ਟੋਕਾਮੈਕ ਐਡਵਾਂਸ ਰਿਸਰਚ, ਇੱਕ ਪ੍ਰੋਜੈਕਟ ਚੱਲ ਰਿਹਾ ਕੋਰੀਆ ਦੇ ਵਿੱਚ ਫਿਊਜ਼ਨ ਨੂੰ ਲੈ ਕੇ। ਸਾਡਾ ਜਿਹੜਾ ਸਨ ਹੈ, ਸਨ ਦੇ ਵਿੱਚ ਲਾਈਟ ਕਿਵੇਂ ਪ੍ਰੋਡਿਊਸ ਹੁੰਦੀ ਹੈ? ਫਿਊਜ਼ਨ ਨਾਲ। ਦੋ ਤਰੀਕੇ ਹੁੰਦੇ ਨੇ, ਇੱਕ ਫਿਊਜ਼ਨ ਹੁੰਦਾ ਸਾਡੇ ਕੋਲੇ, ਇੱਕ ਸਾਡੇ ਕੋਲੇ ਕੀ ਹੁੰਦਾ? ਫਿਜ਼ਨ। ਫਿਊਜ਼ਨ 'ਚ ਤਾਂ ਛੋਟੀਆਂ ਚੀਜ਼ਾਂ ਦੋ ਜੁੜ ਕੇ ਵੱਡੀ ਚੀਜ਼ ਬਣ ਜਾਣ, ਫਿਜ਼ਨ ਦੇ ਵਿੱਚ ਇੱਕ ਚੀਜ਼ ਦੋ ਛੋਟਿਆਂ 'ਚ ਟੁੱਟ ਜੇ। ਠੀਕ ਹੈ, ਫਿਜ਼ਨ ਸਾਡੇ ਕੋਲੇ ਜਿਹੜੇ ਹੁੰਦੇ ਨੇ ਅਟੋਮਿਕ ਬੰਬ ਦੇ, ਅਟੋਮਿਕ ਬੰਬ ਜਿਹੜਾ ਬਣਦਾ ਸਾਡੇ ਕੋਲੇ ਉਹ ਫਿਜ਼ਨ 'ਤੇ ਬੇਸਡ ਹੁੰਦਾ, ਅਤੇ ਜਿਹੜਾ ਹਾਈਡਰੋਜਨ ਬੰਬ ਬਣਦਾ ਹੈ ਉਹ ਫਿਊਜ਼ਨ 'ਤੇ ਬੇਸਡ ਹੁੰਦਾ, ਯਾਦ ਰੱਖਿਓ। ਹੁਣ ਜਿਹੜਾ ਸਨ ਸਾਡੀ ਲਾਈਟ ਛੱਡਦਾ ਉੱਥੇ ਫਿਊਜ਼ਨ ਹੁੰਦੀ ਹੈ ਸਨ ਦੇ ਵਿੱਚ, ਉਹੀ ਚੀਜ਼ ਸਨ ਨੂੰ ਸਟੱਡੀ ਕਰਨ ਵਾਸਤੇ ਇੱਕ ਇੱਦਾਂ ਦਾ ਹੀ ਕ੍ਰੀਏਟ ਕੀਤਾ ਗਿਆ। ਇਹਨੂੰ ਆਰਟੀਫਿਸ਼ੀਅਲ ਸਨ ਵੀ ਕਹਿੰਦੇ ਹੁੰਦੇ ਨੇ ਸਾਊਥ ਕੋਰੀਆ ਦਾ ਇਸ ਪ੍ਰੋਜੈਕਟ ਨੂੰ। ਇਹਨਾਂ ਨੇ ਰਿਕਾਰਡ ਬਣਾਇਆ ਕਿ 100 ਮਿਲੀਅਨ ਸੈਲਸੀਅਸ ਡਿਗਰੀ ਟੈਂਪਰੇਚਰ ਅਚੀਵ ਕੀਤਾ 20 ਸੈਕਿੰਡ ਵਾਸਤੇ ਇਸ ਪ੍ਰੋਜੈਕਟ ਨੇ। ਦੇਖੋ ਕਿੰਨਾ ਟੈਂਪਰੇਚਰ ਹੋਇਆ, ਸਮਝ ਗਏ? ਤਾਂ ਇਸ ਕਰਕੇ ਇਹ ਨਿਊਜ਼ 'ਚ ਯਾਦ ਰੱਖਿਓ ਕਿ ਕੀ ਚੀਜ਼ ਹੈ ਇਹ। ਅੱਗੇ ਆ ਜਾਓ, ਕੁਛ ਕੁ ਮਿਸਲੇਨੀਅਸ ਨੇ। ਉਮੇਦ ਪੌਨੀ ਕਰਹੰਦਲਾ ਵਾਈਲਡ ਲਾਈਫ ਸੈਂਚਰੀ ਨਿਊਜ਼ 'ਚ ਸੀ, ਕਿੱਥੇ ਹੈ? ਨਾਗਪੁਰ, ਮਹਾਰਾਸ਼ਟਰ ਦੇ ਵਿੱਚ ਹੈ। ਇੰਟਰਨੈਸ਼ਨਲ ਅਟੋਮਿਕ ਐਨਰਜੀ ਏਜੰਸੀ ਹੈ, ਠੀਕ ਹੈ, IAEA, ਇਹਦਾ ਹੈੱਡਕੁਆਟਰ ਵਿਅਨਾ ਆਸਟਰੀਆ 'ਚ ਆ। ਤੁਸੀਂ ਤਾਂ ਇਹੀ ਯਾਦ ਰੱਖਿਓ। ਇਹਨੂੰ ਕਿਹਦੇ ਲਈ? ਵੀ ਕੋਈ ਇੰਟਰਨੈਸ਼ਨਲ ਲੈਵਲ 'ਤੇ ਗਲਤ ਪਰਮਾਣੂ ਹਥਿਆਰ ਤਾਂ ਨਹੀਂ ਬਣਾ ਰਿਹਾ, ਇਹ ਨਿਗਾਹ ਰੱਖਣ ਵਾਸਤੇ ਇਹ ਏਜੰਸੀ। ਇਹਨਾਂ ਨੇ ਕਨਫਰਮ ਕੀਤਾ ਕਿ ਈਰਾਨ ਪਲਾਨ ਕਰਨ 'ਚ ਲੱਗਿਆ ਹੋਇਆ ਕਿ ਯੂਰੇਨੀਅਮ ਨੂੰ ਐਨਰਿਚ ਬਣਾਇਆ ਜਾਵੇ, ਪਿਓਰ ਬਣਾਇਆ ਜਾਵੇ ਜ਼ਿਆਦਾ, ਤਾਂ ਕਿ ਉਹ ਬੰਬ ਬਣਾਉਣ ਲੱਗੇ ਹੋਣਗੇ ਤਾਂ ਉਹਦੇ 'ਤੇ ਇਹਦੀ ਨਿਗਾਹ ਸੀ, ਤਾਂ ਇਹਨੇ ਕੋਈ ਨਿਊਜ਼ 'ਚ ਆ ਗਈ ਸੀ, ਤਾਂ ਕਰਕੇ ਇਹਦੇ ਹੈੱਡਕੁਆਟਰ ਪਤਾ ਹੋਣ। ਮੇਨਲੀ ਤਾਂ ਇਹੀ ਸਵਾਲ ਬਣ ਸਕਦਾ। ਦੀਪਰਬੀਲ ਮਸ਼ਹੂਰ ਹੈ, ਠੀਕ ਹੈ, ਇਹ ਵੀ ਨਿਊਜ਼ ਦੇ ਵਿੱਚ ਸੀਗਾ। ਕਿੱਥੇ ਹੈ ਇਹ? ਲੋਕੇਸ਼ਨ ਕੀ ਹੈ ਇਹਦੀ? ਇਹ ਹੈਗੀ ਆ ਅਸਾਮ 'ਚ। ਇੱਕ ਵੈਟਲੈਂਡ ਹੈ ਦੀਪਰਬੀਲ, ਯਾਦ ਰੱਖਿਓ। ਰਾਮਸਰ ਵੈਟਲੈਂਡ, ਰਾਮਸਰ ਜਿਹੜੀਆਂ ਸਾਈਟਸ ਨੂੰ, ਯਾਨੀ ਕਿ ਰਾਮਸਰ ਸਾਈਟਸ 'ਚੋਂ ਇੱਕ ਸਾਈਟ ਹੈ ਇੰਡੀਆ ਦੀ, 2002 ਦੇ ਵਿੱਚ ਇਹਨੂੰ ਰਾਮ ਸਾਈਟ ਦਾ ਦਰਜਾ ਮਿਲਿਆ ਸੀ, ਰਾਮਸਰ ਸਾਈਟ ਦਾ। ਤਾਂ ਇਹਦੇ ਬਹਾਨੇ ਤੁਸੀਂ ਮੈਨੂੰ ਇਹ ਵੀ ਦੱਸ ਦਿਓ ਕਿ ਪੰਜਾਬ ਦੇ ਵਿੱਚ ਕਿਹੜੀਆਂ ਰਾਮਸਰ ਸਾਈਟਸ ਨੇ, ਪੇਪਰ 'ਚ ਪੁੱਛੀਆਂ ਜਾ ਸਕਦੀਆਂ ਨੇ, ਕਮੈਂਟ ਬਾਕਸ 'ਚ ਲਿਖਿਓ। ਬਰਡ ਫਲੂ H5N1 ਵੀ ਕਹਿੰਦਾ ਨੇ ਬਰਡ ਫਲੂ ਨੂੰ, ਏਵੀਆਨ ਇਨਫਲੂਐਂਜ਼ਾ ਵੀ ਕਹਿ ਦਿੱਤਾ ਜਾਂਦਾ, ਇੱਕ ਵਾਇਰਲ ਡਿਜ਼ੀਜ਼ ਹੈ। 3 ਟਾਈਪਸ ਹੁੰਦੀਆਂ ਨੇ ਇਹਦੀਆਂ, ABC, ਤਾਂ ਹੀ ਉਹ ਕਹਿੰਦੇ ਨੇ ਚਿਕਨ ਨਾ ਖਾਓ, ਉਹੀ ਬਰਡ ਫਲੂ ਆ, ਇਹਨਾਂ 'ਚ ਜ਼ਿਆਦਾ ਫੈਲਦਾ। ਇਹਨਾਂ 'ਚੋਂ BC ਤਾਂ ਕੋਈ ਬੜੀ ਖਤਰਨਾਕ ਨਹੀਂ, A ਖਤਰਨਾਕ ਆ ਕਿਉਂਕਿ ਯੂਨੋਟਿਕ ਹੈ, ਬੰਦਿਆਂ 'ਚ ਵੀ ਆ ਸਕਦੀ ਹੈ। ਪਹਿਲੀ ਵਾਰ 97 'ਚ ਲੱਭੀ ਸੀ ਹਾਂਗਕਾਂਗ ਦੇ ਵਿੱਚ, ਇਹ ਤਾਂ ਬਹੁਤ ਨਿਊਜ਼ 'ਚ ਰਹੀ ਹੈ, ਤਾਂ ਇਹਦੇ ਬਾਰੇ ਤਾਂ ਸਾਰੀਆਂ ਗੱਲਾਂ ਨੋਟ ਕਰ ਲਿਓ। ਪੇਪਰ ਐਂ ਵੀ ਪੁੱਛ ਸਕਦਾ ਕਿ H5N1 ਕੀ ਹੈ, ਐਵੇਂ ਹੀ ਪੁੱਛਦੇ ਹੁੰਦੇ ਨੇ H1N1 ਕੀ ਹੈ। ਇਹ ਡਿਜ਼ੀਜ਼ਸ ਦੀ ਨਾਮ ਨੇ। H5N1 ਤਾਂ ਤੁਸੀਂ ਨੇ ਦੇਖ ਹੀ ਲਿਆ ਕਿ ਕੀ ਹੈ ਬਰਡ ਫਲੂ। ਆਹ ਤੁਸੀਂ ਕਮੈਂਟ ਬਾਕਸ 'ਚ ਦੱਸਿਓ ਕਿ H1N1 ਕਿਹਦਾ ਨਾਮ ਹੈ, ਠੀਕ ਹੈ, ਐਵੇਂ ਪੁੱਛਿਆ ਜਾ ਸਕਦਾ। ਫਿਰ ਇਹਨਾਂ ਟਾਈਪਸ 'ਚੋਂ ਪੁੱਛ ਲੈਣਗੇ ਕਿ ਜ਼ੂਨੋਟਿਕ ਕਿਹੜੀ ਹੈ, ਬੰਦਿਆਂ 'ਚ ਕਿਹੜੀ ਆ ਸਕਦੀ ਹੈ, ਤਾਂ ਟਾਈਪ A ਹੈ। ਪਹਿਲੀ ਵਾਰ ਕਿੱਥੇ ਅਬਜ਼ਰਵ ਕੀਤੀ ਗਈ ਸੀ ਇਹ ਬਿਮਾਰੀ? ਹਾਂਗਕਾਂਗ 'ਚ। ਸਾਰੇ ਸਵਾਲ ਇੰਪੋਰਟੈਂਟ ਨੇ। ਅੱਗੇ ਗ੍ਰੈਂਡ ਇਥੋਪੀਅਨ ਰੈਨੀਸੈਂਸ ਡੈਮ ਨਿਊਜ਼ 'ਚ ਸੀਗਾ, ਕਿਉਂਕਿ ਡਿਸਪਿਊਟ ਹੈ ਇਹਨੂੰ ਲੈ ਕੇ। ਤਾਂ ਇਹ ਇਥੋਪੀਆ, ਇਜਿਪਟ ਅਤੇ ਸੁਦਾਨ, ਇਹ ਤਿੰਨਾਂ ਦੇ ਵਿੱਚ ਡਿਸਪਿਊਟ ਹੈ, ਠੀਕ ਹੈ। ਇਹ ਡਿਸਪਿਊਟ ਹੁਣ ਸੋਲਵ ਹੋ ਗਿਆ, ਆਪਸ 'ਚ ਇਹਨਾਂ ਨੇ ਬਹਿ ਕੇ ਸਮਝੌਤਾ ਕਰ ਲਿਆ ਇਸ ਡੈਮ ਦੇ ਉੱਤੇ। ਹਾਰਨ ਆਫ ਅਫਰੀਕਾ ਦੇ ਨੇੜੇ ਹੈ ਇਹ ਡੈਮ। ਤਾਂ ਇੱਕ ਸਵਾਲ ਤੁਹਾਡੇ ਲਈ ਇਹ ਵੀ ਬਣ ਗਿਆ ਕਿ ਹਾਰਨ ਆਫ ਅਫਰੀਕਾ ਜਿਹੜਾ ਹੈਗਾ, ਮੈਪ 'ਚ ਅੱਜ ਹੀ ਜਾ ਕੇ ਦੇਖਿਓ ਕਿ ਹਾਰਨ ਆਫ ਅਫਰੀਕਾ 'ਚ ਕਿਹੜੇ ਦੇਸ਼ ਲਾਈ ਕਰਦੇ ਆ, ਇਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਣੇ ਤੁਸੀਂ ਨੇ। ਅੱਗੇ ਸੁਲਤਾਨਪੁਰ ਨੈਸ਼ਨਲ ਪਾਰਕ, ਠੀਕ ਹੈ, ਨਿਊਜ਼ 'ਚ ਸੀ ਇਹ ਵੀ ਬਰਡ ਫਲੂ ਕਰਕੇ, ਕਿਉਂਕਿ ਇੱਥੇ ਵੀ ਬਰਡ ਪਾਏ ਗਏ ਨੇ ਕਾਫੀ ਬਰਡ ਫਲੂ ਦੇ ਕਾਰਨ। ਕਿੱਥੇ ਹੈ ਇਹ ਸੁਲਤਾਨਪੁਰ? ਗੁਰੂਗ੍ਰਾਮ, ਹਰਿਆਣਾ ਦੇ ਵਿੱਚ ਆ, ਯਾਦ ਰੱਖਿਓ। ਮਨੀਸ਼ ਚੌਹਾਨ ਨੂੰ
ਨਵਾਂ ਐਨਵॉय ਪੁਰਤਗਾਲ 'ਚ ਭੇਜਿਆ ਅੰਬੈਸਡਰ ਦੇ ਤੌਰ 'ਤੇ ਯਾਦ ਕਰਿਆ ਜਾ ਸਕਦਾ। 15 ਜਨਵਰੀ ਅਬਜ਼ਰਵ ਕੀਤਾ ਜਾਂਦਾ ਇੰਡੀਅਨ ਆਰਮੀ ਡੇ ਦੇ ਤੌਰ 'ਤੇ। ਕਿਉਂ? ਕਿਉਂਕਿ 1949 ਦੇ ਵਿੱਚ ਇਸ ਦਿਨ ਜਿਹੜੇ ਫੀਲਡ ਮਾਰਸ਼ਲ ਸੀਗੇ ਐਮ ਕਰਿਅੱਪਾ, ਠੀਕ ਹੈ, ਉਹਨਾਂ ਨੇ ਟੇਕਿੰਗ ਓਵਰ ਦਾ ਫਸਟ ਕਮਾਂਡਰ ਇਨ ਚੀਫ ਆਫ ਇੰਡੀਅਨ ਨੇਵੀ ਫਰੋਮ ਸਰ ਫਰਾਂਸਿਸ ਬੁਚਰ। ਇਦੋਂ ਪਹਿਲਾਂ ਅੰਗਰੇਜ਼ਾਂ ਦਾ ਸੀਗਾ ਸਨ ਫਰਾਂਸਿਸ ਬੁਚਰ, ਉਹਦੇ ਤੋਂ ਪਹਿਲੀ ਵਾਰ ਕਮਾਂਡਰ ਇਨ ਚੀਫ ਦੀ ਉਪਾਧੀ ਲਈ ਸੀ ਐਮ ਕਰਿਅੱਪਾ ਨੇ। ਤਾਂ ਉਸ ਤੌਰ 'ਤੇ ਇਹਨੂੰ ਇੰਡੀਅਨ ਆਰਮੀ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਤਾਂ 15 ਜਨਵਰੀ ਨੂੰ। ਤਾਂ ਇਹ ਸਾਰੇ ਫੈਕਟ ਸਾਡੇ ਇੱਥੇ ਕਵਰ ਹੁੰਦੇ ਨੇ। ਤਾਂ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਹੈ। ਤਾਂ ਥੈਂਕ ਯੂ ਫॉर ਵਾਚਿੰਗ।